जय मालकां दी, जय मालकां दी, जय मालकां दी। होर सुनाओ की हाल है तुहाडा सारियां दा? सारे ठीक हो? चलो बहुत खुशी की गल है। अज का सत्संग शुरू करिए। उस तो पहला अज जिस परिवार की तरफों इस सत्संग होने जा रहा है, ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਦੇਖਿਆ ਛੋਟੇ ਜਿਹੇ ਬੱਚੇ ਦਾ ਰਹਿਮਤ ਵੀ ਉਹਦੇ ਗਲ 'ਚ ਪਾਈ ਤਾਂ ਕੇਕ ਵੀ ਕੱਟਿਆ ਗਿਆ ਨਾ। ਅੱਜ ਉਹਦਾ ਜਨਮ ਦਿਨ ਹੈ। ਸੋ ਜਿਨ੍ਹਾਂ ਵੱਲੋਂ ਸਤਸੰਗ ਹੈ ਉਹਨਾਂ ਨੇ ਕਹਿੰਦੇ ਲਿਖਣ ਦਾ ਟਾਈਮ ਨਹੀਂ ਲੱਗਾ, ਇਸ ਲਈ ਸਨੀ ਦੇ ਮੋਬਾਈਲ 'ਤੇ ਉਹਨਾਂ ਨੇ ਮੈਸੇਜ ਭੇਜਿਆ ਸੀ ਕਿ ਜੋ ਮਾਲਕਾਂ ਨੇ ਰਹਿਮਤ ਕੀਤੀ ਹੈ। ਸੋ ਜਿਹਦੇ ਵੱਲੋਂ ਅੱਜ ਦਾ ਸਤਸੰਗ ਹੈ ਉਹਨਾਂ ਨੇ ਆਪਣੀ ਫਰਿਆਦ WhatsApp ਤੇ ਜਾਂ ਮੈਸੇਜ ਦੇ ਰੂਪ 'ਚ ਭੇਜੀ ਹੈ। ਔਰ ਉਹ ਲਿਖਦੇ ਹੈ ਕਿ ਉਹਨਾਂ ਦੇ ਜਦੋਂ ਸ਼ਾਦੀ ਹੋਈ ਸੀ ਤਾਂ ਸ਼ਾਦੀ ਤੋਂ ਕੁਝ ਸਾਲ ਬਾਅਦ ਬੜੇ ਆਪਰੇਸ਼ਨ ਨਾਲ ਇੱਕ ਬੇਟੀ ਹੋਈ ਸੀ, ਪਰ ਫਿਰ ਬੇਟੀ ਦੀ ਡੈਥ ਹੋ ਗਈ। ਤਾਂ ਬੜਾ ਆਪਰੇਸ਼ਨ ਹੋਣ ਕਰਕੇ ਡਾਕਟਰਾਂ ਨੇ ਕਿਹਾ ਕਿ ਹੁਣ ਦੁਬਾਰਾ, ਕਿਉਂਕਿ ਕੰਡੀਸ਼ਨ ਠੀਕ ਨਹੀਂ ਹੈ ਮਾਤਾ ਦੀ, ਕਿ ਹੁਣ ਤੁਸੀਂ ਰਿਸਕ ਨਹੀਂ ਲੈਣਾ ਦੁਬਾਰਾ, ਨਹੀਂ ਤਾਂ ਮਾਤਾ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ, ਯਾਨੀ ਲੜਕੀ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ। ਪਰ ਫਿਰ ਦਰਬਾਰ ਤੇ ਆਏ, ਫਲ ਪਵਾਇਆ ਝੋਲੀ, ਔਰ ਦੱਸਿਆ ਇਹਨਾਂ ਨੇ ਸਾਰੀ ਕੰਡੀਸ਼ਨ ਕਿ ਡਾਕਟਰ ਇਦਾਂ ਕਹਿੰਦੇ ਹੈ। ਔਰ ਯਾਦ ਹੈ ਸਾਨੂੰ ਜਦੋਂ ਇਹਨਾਂ ਨੇ ਬੇਨਤੀ ਕੀਤੀ ਸੀ ਤਾਂ ਉਸ ਵੇਲੇ ਇਹੀ ਕਿਹਾ ਕਿ ਡਾਕਟਰ ਕੀ ਕਹਿੰਦੇ ਉਹ ਪਰਵਾਹ ਨਹੀਂ ਕਰਨੀ, ਤੁਸੀਂ ਮਾਲਕ ਤੇ ਵਿਸ਼ਵਾਸ ਰੱਖੋ, ਫਲ ਝੋਲੀ ਪਵਾਓ, ਮਾਲਕ ਨੇ ਚਾਹਿਆ ਤਾਂ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਹੋਏਗਾ। ਫਿਰ ਫਲ ਝੋਲੀ ਪਵਾਇਆ ਔਰ ਮਾਲਕ ਦੀ ਰਹਿਮਤ ਨਾਲ ਜਦੋਂ ਉਹ ਟਾਈਮ ਆਇਆ ਤਾਂ ਦੱਸਦੇ ਹੈ ਕਿ ਜਨਮ ਬੱਚੇ ਦੀ ਪੈਦਾਇਸ਼ ਜਿਹਦਾ ਟਾਈਮ ਤੋਂ ਪਹਿਲਾਂ ਹੀ ਜਨਮ ਹੋ ਗਿਆ। ਤਾਂ ਉੱਥੇ ਵੀ ਡਾਕਟਰ ਕਹਿੰਦੇ ਸੀ, ਔਰ ਇਹ ਵੀ ਇਹਨਾਂ ਦੀ ਗੱਲ ਹੈ ਕਿ ਜਦੋਂ ਇਹਨਾਂ ਨੇ ਹਸਪੀਟਲ ਜਾਣਾ ਸੀ ਨਾ, ਪੇਨ ਸ਼ੁਰੂ ਹੋਈ ਤਾਂ ਦਰਬਾਰ ਤੇ ਆ ਕੇ ਦਰਸ਼ਨ ਕਰਕੇ ਗਏ। ਉਦੋਂ ਵੀ ਘਬਰਾਏ ਹੋਏ ਸੀ, ਮਾਲਕੋ ਪਹਿਲਾਂ ਇਦਾਂ ਹੋਇਆ, ਡਾਕਟਰ ਵੀ ਕਹਿੰਦੇ ਬੜਾ ਆਪਰੇਸ਼ਨ ਇਦਾਂ। ਉਹੀ ਕਿ ਫਿਕਰ ਨਾ ਕਰੋ। ਅਸੀਂ ਤਾਂ ਇੱਕੋ ਹੀ ਗੱਲ ਹਮੇਸ਼ਾ ਕਹੀਦੀ ਕਿ ਡਾਕਟਰ ਦੀ ਨਾ ਸੁਣੋ, ਆਪਣੇ ਮਾਲਕ ਦੀ ਸੁਣੋ, ਕਿਉਂਕਿ ਡਾਕਟਰ ਨੇ ਸਾਡੇ ਹਾਲਾਤ ਨੂੰ ਬਾਹਰੋਂ ਦੇਖ ਕੇ ਦੱਸਣਾ ਹੈ, ਤਾਂ ਮਾਲਕ ਦੀ ਰਹਿਮਤ ਨੇ ਜੋ ਕਰਨਾ ਅੰਦਰੋਂ ਕਰਨਾ ਹੈ। ਇਸ ਲਈ ਫਿਰ ਮਾਲਕ ਦੇ ਦਰਸ਼ਨ ਕਰਕੇ ਜਦੋਂ ਹਸਪੀਟਲ ਗਏ, ਸਮੇਂ ਤੋਂ ਪਹਿਲਾਂ ਡਿਲੀਵਰੀ ਸੀ, ਡਾਕਟਰ ਵੀ ਘਬਰਾਏ ਹੋਏ ਸੀ ਇਹ ਵੀ, ਪਰ ਇਹਨਾਂ ਨੇ ਸੀ ਕਿ ਮਾਲਕਾਂ ਦੇ ਦਰਸ਼ਨ ਕਰਕੇ ਆਏ। ਤੁਹਾਨੂੰ ਦੱਸਦੇ ਹੈ, ਖੜੇ ਹੋ ਜਾਓ ਜ਼ਰਾ, ਕਿਉਂਕਿ ਜਿਹੜਾ ਜੀਵਾਂ ਦੀ ਹਾਂ। ਔਰ ਫਿਰ ਮਾਲਕ ਦੀ ਕਿਰਪਾ ਹੋਈ, ਸਮੇਂ ਤੋਂ ਪਹਿਲਾਂ ਬੱਚਾ ਹੋਇਆ ਤਾਂ ਫਿਰ ਡਾਕਟਰ ਕਹਿੰਦੇ ਸੀ ਕਿ ਬੱਚੇ ਦੀ ਕੰਡੀਸ਼ਨ ਠੀਕ ਨਹੀਂ ਹੈ। ਇਹਨਾਂ ਨੇ ਫਿਰ ਬੇਨਤੀ ਕੀਤੀ ਹੋਈ ਕਿ ਡਾਕਟਰਾਂ ਦਾ ਨਹੀਂ, ਮਾਲਕਾਂ ਦੀ ਬਖਸ਼ੀ ਦਾਤ ਹੈ, ਕੁਝ ਨਹੀਂ ਹੁੰਦਾ, ਮਾਲਕ ਦੀ ਰਹਿਮਤ ਹੈ। ਔਰ ਅੱਜ ਦੇਖੋ ਮਾਲਕ ਦੀ ਕਿਰਪਾ ਨਾਲ 1 ਸਾਲ ਦਾ ਬੱਚਾ ਹੋ ਗਿਆ। ਔਰ ਅੱਜ ਇਹ ਖੁਸ਼ੀ ਵਿੱਚ ਕੇਕ ਵੀ ਜਨਮ ਦਿਨ ਦੇ ਕਟਾ ਰਹੇ ਆ, ਤੇ ਨਾਲੇ ਅੱਜ ਸਤਸੰਗ ਵੀ ਇਹ ਖੁਸ਼ੀ 'ਚ ਕਰਵਾ ਰਹੇ ਆ ਕਿ ਮਾਲਕਾਂ ਨੇ ਡਾਕਟਰਾਂ ਨੂੰ ਜਾਂ ਡਾਕਟਰਾਂ ਦੀਆਂ ਰਿਪੋਰਟਾਂ ਨੂੰ ਜਾਂ ਸਾਇੰਸ ਨੂੰ ਝੂਠ ਕਰਕੇ ਸਾਬਿਤ ਕਰਤਾ ਕਿ ਨਹੀਂ ਹੋ ਸਕਦਾ। ਮਾਲਕਾਂ ਨੇ ਨਾਮੁਮਕਿਨ ਨੂੰ ਮੁਮਕਿਨ ਕਰਕੇ ਦਿਖਾਇਆ। ਇਸ ਲਈ ਮਾਲਕ ਦੀ ਰਹਿਮਤ ਨਾਲ ਝੋਲੀ ਭਰੀ, ਕਹਿੰਦੇ ਬੱਚਾ ਵੀ ਸਵਸਥ ਹੈ। ਔਰ ਇੱਕ ਹੋਰ ਦੱਸਦੇ ਹੈ ਕਿ ਲੜਕਾ ਦੱਸਦਾ ਹੈ ਜਿਹਨਾਂ ਦੀ ਤਰਫੋਂ ਬੇਨਤੀ ਹੈ ਕਿ ਮੇਰੀ ਮੰਮੀ ਨੂੰ, ਜਰਾ ਇਹਨਾਂ ਦੀ ਮੰਮੀ ਵੀ ਖੜੇ ਹੋ ਜਾਣ। ਹੁਣ ਦੇਖੋ, ਕਹਿੰਦੇ ਜਦੋਂ ਕਰੋਨਾ ਦਾ ਟਾਈਮ ਸੀ, ਇਹਨਾਂ ਨੂੰ ਕਰੋਨਾ ਹੋ ਗਿਆ ਸੀ, ਤਾਂ ਉਸ ਵੇਲੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀਗਾ ਕਿ ਆਕਸੀਜਨ ਲੈਵਲ ਬੜਾ ਘੱਟ ਹੈ, ਇਹਨਾਂ ਦੀ ਜਾਨ ਨਹੀਂ ਬਚਣੀ। ਕਹਿੰਦੇ ਜਿੱਦਾਂ ਹੀ ਡਾਕਟਰਾਂ ਨੇ ਜਵਾਬ ਦਿੱਤਾ, ਮੈਂ ਉੱਥੇ ਬੈਠੇ ਨੇ ਨਿਆਜ਼ ਦੀ ਬੇਨਤੀ ਕੀਤੀ ਕਿ ਮਾਲਕੋ ਖੁਸ਼ੀ ਨਾਲ ਨਿਆਜ਼ ਦੇਵਾਂਗੇ, ਮੇਰੀ ਮੰਮੀ ਨੂੰ ਠੀਕ ਕਰ ਦਿਓ। ਕਹਿੰਦੇ ਨਿਆਜ਼ ਦੀ ਬੇਨਤੀ ਕਰਨ ਤੋਂ ਬਾਅਦ ਮਾਲਕ ਦੀ ਇਦਾਂ ਦੀ ਰਹਿਮਤ ਹੋਈ ਕਿ ਆਕਸੀਜਨ ਲੈਵਲ ਵਧਣਾ ਸ਼ੁਰੂ ਹੋ ਗਿਆ। ਔਰ ਅੱਜ ਇਹ ਤੰਦਰੁਸਤ ਹੈ, ਸਵਸਥ ਹੈ। ਕਿ ਡਾਕਟਰ ਵੀ ਕਹਿ ਰਹੇ ਸੀਗੇ ਕਿ ਇਹ ਜਿਹੜਾ ਆਕਸੀਜਨ ਲੈਵਲ ਥੱਲੇ ਜਾ ਰਿਹਾ ਸੀ, ਉਹਨਾਂ ਨੇ ਜਵਾਬ ਹੀ ਦੇ ਦਿੱਤਾ ਸੀ ਕਿ ਬਚਣਾ ਨਹੀਂ। ਕਹਿੰਦਾ ਨਿਆਜ਼ ਦੀ ਬੇਨਤੀ ਕਰਨ ਤੋਂ ਬਾਅਦ ਉਹ ਡਾਕਟਰ ਹੈਰਾਨ ਸੀ ਕਿ ਪਤਾ ਨਹੀਂ ਭਾਈ ਕੀ ਚਮਤਕਾਰ ਹੈ ਕਿ ਨਾ ਆਕਸੀਜਨ ਲੈਵਲ ਹੁਣ ਆਪਣੇ ਆਪ ਵੱਧ ਰਿਹਾ ਹੈ। ਇਹ ਕਿੱਦਾਂ ਵੱਧਦਾ ਹੈ? ਕਿਉਂਕਿ ਫਰਿਆਦ ਕੀਤੀ ਆਪਣੇ ਮਾਲਿਕ ਦੇ ਅੱਗੇ, ਔਰ ਮਾਲਿਕ ਬੈਠੇ ਆ ਸਾਡੇ ਅੰਦਰ। ਤਾਂ ਜਦੋਂ ਉਹਨੂੰ ਯਾਦ ਕਰ ਲਿਆ ਤਾਂ ਸਵਾਸ ਦੇਣਾ ਵੀ ਤਾਂ ਉਹਦੇ ਹੱਥ 'ਚ ਹੀ ਹੈ, ਉਹਨੇ ਆਪਣੇ ਆਪ ਹੀ ਅੰਦਰੋਂ ਰਹਿਮਤਾਂ ਕਰ ਦੇਣੀਆਂ ਹੈ। ਇਸ ਕਰਕੇ ਤੁਹਾਨੂੰ ਵੀ ਇਹੀ ਕਵਾਂਗੇ ਕਿ ਕੋਈ ਜੀਵਨ 'ਚ ਮੁਸ਼ਕਿਲ ਆਵੇ, ਦੁਨੀਆ ਜੋ ਮਰਜ਼ੀ ਕਵੇ, ਪਰ ਤੁਸੀਂ ਆਪਣੇ ਮਾਲਿਕ ਤੇ ਵਿਸ਼ਵਾਸ ਰੱਖਣਾ ਹੈ ਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ ਵਿਸ਼ਵਾਸ ਹੈ। ਮੇਰਾ ਮਾਲਿਕ ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਭਰੇਗਾ, ਮੇਰੇ ਸਾਰੇ ਦੁੱਖ ਦੂਰ। ਤਾਂ ਬਸ ਫਿਰ ਜੇ ਇਨਸਾਨ ਇਹ ਯਕੀਨ ਰੱਖੇ ਤਾਂ ਮਾਲਿਕ ਦੀ ਰਹਿਮਤ ਨਾਲ ਸਭ ਠੀਕ ਵੀ ਹੁੰਦਾ ਚਲਾ ਜਾਂਦਾ ਹੈ। ਬਸ ਮੈਸੇਜ ਲੰਬਾ ਹੀ ਛੋਟਾ ਦੱਸਦਾ। ਸੋ ਅੱਜ ਇਹ ਸਤਸੰਗ ਇਸ ਬੱਚੇ ਦੇ
ਜਨਮ ਦਿਨ ਦੀ ਖੁਸ਼ੀ 'ਚ ਹੈ। ਸੋ ਸਾਡੇ ਵੱਲੋਂ ਰਾਈ ਹੋਈ ਸਾਰੀ ਸੰਗਤ ਦੀ ਤਰਫੋਂ ਅਸੀਂ ਇਸ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਦੇਵਾਂਗੇ। ਵੈਸੇ ਤਾਂ ਇਹ ਸ਼ੁਕਰਾਨੇ ਦਾ ਹੀ ਸਤਸੰਗ ਕਰਵਾ ਰਹੇ ਹੈ, ਕਹਿੰਦੇ ਮਾਲਕੋ ਕੇਕ ਵੀ ਸ਼ੁਕਰਾਨੇ ਦਾ ਹੀ ਹੈ, ਕਿਉਂਕਿ ਜਨਮ ਦਿਨ ਤਾਂ ਬੱਚੇ ਦਾ ਹੈ, ਪਰ ਸ਼ੁਕਰਾਨਾ ਮਾਲਕਾਂ ਦਾ ਜਿਸ ਨੇ ਸਾਨੂੰ ਇਹ ਦਾਤ ਦਿੱਤੀ, ਜਿਸ ਨੇ ਸਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰੀਆਂ। ਸੋ ਸਾਰੀ ਸੰਗਤ ਰਲ ਕੇ ਇਹਨਾਂ ਵਾਸਤੇ ਬੇਨਤੀ ਕਰੋ ਕਿ ਮਾਲਕ ਇਸ ਪਰਿਵਾਰ ਤੇ, ਇਸ ਬੱਚੇ ਤੇ ਆਪਣੀ ਰਹਿਮਤ, ਆਪਣੀ ਬਖਸ਼ਿਸ਼, ਆਪਣੀ ਕਿਰਪਾ ਹਮੇਸ਼ਾ ਬਣਾਈ ਰੱਖਣ। ਆਉਣ ਵਾਲਾ ਸਮਾਂ ਇਹਨਾਂ ਵਾਸਤੇ ਹੋਰ ਵੀ ਜ਼ਿਆਦਾ ਖੁਸ਼ੀਆਂ, ਕਾਮਯਾਬੀ, ਸਫਲਤਾ ਭਰਿਆ ਹੋਵੇ। ਦਿਨ ਦੁਗਣੀ ਰਾਤ ਚੌਗਣੀ ਤਰੱਕੀ ਮਾਲਕ ਇਹਨਾਂ ਨੂੰ ਦੇਣ, ਔਰ ਸਦਾ ਮਾਲਕ ਦੀ ਰਹਿਮਤਾਂ ਦੀ ਬਰਸਾਤ, ਖੁਸ਼ੀਆਂ ਦੀ ਬਰਸਾਤ ਇਸ ਘਰ ਤੇ ਹੁੰਦੀ ਰਵੇ। ਔਰ ਜਿੱਦਾਂ ਅੱਜ ਇਹਨਾਂ ਨੇ ਖੁਸ਼ੀਆਂ ਨਾਲ ਇਹ ਸਤਸੰਗ ਕਰਵਾਏ ਹੈ, ਮਾਲਕ ਇੱਦਾਂ ਹੀ ਇਹਨਾਂ ਨੂੰ ਖੁਸ਼ੀਆਂ ਦਿੰਦੇ ਰਹਿਣ, ਔਰ ਇਹ ਇਸੇ ਤਰ੍ਹਾਂ ਹਰ ਸਾਲ ਸਤਸੰਗ ਕਰਵਾਉਂਦੇ ਰਹਿਣ, ਤਾਂ ਅਸੀਂ ਵੀ ਇੱਦਾਂ ਹੀ ਸਤਸੰਗ ਦਾ ਆਨੰਦ ਲੈਂਦੇ ਰਹੀਏ। ਇਹ ਸਾਰੀ ਸੰਗਤ ਰਲ ਕੇ ਇਹਨਾਂ ਵਾਸਤੇ ਬੇਨਤੀ ਕਰੋ। ਬਾਕੀ ਇੱਕ ਛੋਟੇ ਜਿਹੇ ਬੱਚੇ ਨੇ ਸਾਨੂੰ ਇੱਕ ਫਰਿਆਦ ਲਿਖ ਕੇ ਦਿੱਤੀ ਸੀ ਆਪਣੀ ਮੰਮੀ ਬਾਰੇ। ਉਹ ਬੈਠਾ ਸ਼ਾਇਦ ਨਾ, ਤੂੰ ਹੀ ਸੀ ਬੇਟਾ? ਖੜ ਜਾਓ ਜ਼ਰਾ। ਰੂਹੀ ਨਾਮ, ਰੂਹੀ। ਹਾਂ ਤੁਸੀਂ ਬੈਠ ਜਾਓ, ਤੁਸੀਂ ਬਹਿ ਜਾਓ। ਉਹ ਇਹ ਛੋਟਾ ਜਿਹਾ ਬੱਚਾ ਹੈ, ਇਹਦਾ ਨਾਮ ਹੈ ਰੂਹੀ। ਰੂਹੀ ਪਿੰਡ ਕਿਹੜਾ ਹੈ? ਸੋ ਇਹਨਾਂ ਲਿਖਿਆ ਵੀ ਆਪਣੇ ਹੱਥਾਂ ਨਾਲ ਹੈ, ਇਸ ਕਰਕੇ ਅਸੀਂ ਸਾਫ਼-ਸਾਫ਼ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ 3 ਵਾਰ ਲਿਖਿਆ, ਜੈ ਮਾਲਕਾਂ ਦੀ, ਜੈ ਮਾਲਕਾਂ ਦੀ, ਜੈ ਮਾਲਕਾਂ ਦੀ। ਮਾਲਕ ਜੀ ਮੈਂ ਤੁਹਾਨੂੰ ਬਹੁਤ ਮਾਲਕ ਜੀ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਸਾਨੂੰ 1 ਸਾਲ ਹੋ ਗਿਆ ਦਰਬਾਰ ਤੇ ਆਉਂਦਿਆਂ ਨੂੰ। ਮੇਰੀ ਮੰਮੀ ਨੂੰ ਕਿਡਨੀ ਦੀ ਪ੍ਰੋਬਲਮ ਸੀ, ਔਰ ਮਾਲਕ ਜੀ ਅਸੀਂ ਹੁਣ 1 ਸਾਲ ਤੋਂ ਦਵਾਈ ਛੱਡ ਦਿੱਤੀ ਹੈ। ਮਾਲਕ ਜੀ ਆਪ ਦੀ ਅਸੀਂ 1 ਸਾਲ ਤੋਂ ਦਵਾਈ ਛੱਡ ਦਿੱਤੀ ਹੈ, ਮੇਰੀ ਮੰਮੀ ਹੁਣ ਪੂਰੀ ਤਰ੍ਹਾਂ ਠੀਕ ਹੈ। ਸੋ ਮਾਲਕ ਜੀ ਆਪ ਦੀ ਰਹਿਮਤ ਇਦਾਂ ਹੀ ਮਿਹਰ ਭਰਿਆ ਹੱਥ ਰੱਖਣਾ। ਵੀਰੇ ਨੂੰ ਬਾਹਰ ਭੇਜ ਦਿਓ, ਔਰ ਮੇਰਾ ਨਾਮ ਰੂਹੀ ਹੈ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ, ਔਰ ਇਦਾਂ ਹੀ ਮੰਮੀ ਨੂੰ ਤੰਦਰੁਸਤੀ ਦਿਓ। ਠੀਕ ਹੈ ਪੁੱਤ, ਹੁਣ ਠੀਕ ਹੋ ਗਏ, ਹੁਣ ਡਰਨ ਦੀ ਲੋੜ ਨਹੀਂ ਹੈ। ਸੋ ਉਮਰ ਕਿੰਨੀ ਹੈ ਰੂਹੀ ਦੀ? 6 ਸਾਲ। ਚੱਲ ਅਸੀਂ ਵੀ ਤੈਨੂੰ ਬਹੁਤ ਪਿਆਰ ਕਰਦੇ ਰੂਹੀ, ਠੀਕ ਹੈ, ਕਿਉਂਕਿ ਜਿਹੜਾ ਸਾਨੂੰ ਪਿਆਰ ਕਰਦਾ ਸੀ ਉਹਨੂੰ ਬਹੁਤ ਪਿਆਰ ਕਰਦੇ। ਤੋ ਸ਼ਾਬਾਸ਼, ਹੁਣ ਮਾਲਕਾਂ ਨੇ ਮੰਮੀ ਨੂੰ ਠੀਕ ਹੀ ਰੱਖਣਾ। ਗੁੱਡ, ਠੀਕ ਹੈ। ਚਲੋ ਇਹ ਬੱਚੇ ਦੀ ਬੇਨਤੀ ਸੀ, ਔਰ ਜਦੋਂ ਬੱਚੇ ਵੀ ਲਿਖਦੇ ਆ ਕਿ ਮੇਰੀ ਫਰਿਆਦ ਵੀ ਸੰਗਤ ਨੂੰ ਦੱਸਿਓ, ਤਾਂ ਦੱਸਣਾ, ਕਿਉਂਕਿ ਚਾਹੇ ਬੱਚਾ ਹੋਵੇ ਚਾਹੇ ਬੜਾ ਹੋਵੇ, ਸਭ ਨੂੰ ਖੁਸ਼ੀਆਂ, ਰਹਿਮਤਾਂ, ਬਰਕਤਾਂ ਨਾਲ ਮਾਲਕਾਂ ਨੇ ਭਰਪੂਰ ਕਰਕੇ ਭੇਜਣਾ। ਕਿਉਂਕਿ ਉਮਰ ਜਿੰਨੀ ਮਰਜ਼ੀ ਹੋਵੇ, ਮਾਲਕ ਦੇ ਘਰ 'ਚ ਤਾਂ ਹੀ ਸਾਰੇ ਉਹਦੇ ਬੱਚੇ ਹੀ ਆ। ਚਲੋ ਹੈ ਜਾਂ ਨਹੀਂ? ਸੋ ਹੁਣ ਆਪਣੇ ਬਾਰੇ ਦੱਸੋ, ਕਿਸ ਤਰ੍ਹਾਂ ਸਾਰੇ ਠੀਕ ਹੋ, ਖੁਸ਼ ਹੋ? ਚਲੋ ਬਹੁਤ ਅੱਛੀ ਗੱਲ ਹੈ। ਆਓ ਹੁਣ ਇਹ ਖੁਸ਼ੀਆਂ ਦੇ ਲੈਵਲ ਨੂੰ ਹੋਰ ਅਪ ਕਰੀਏ, ਔਰ ਮਾਲਕ ਦੀਆਂ ਰਹਿਮਤਾਂ ਨੂੰ ਪ੍ਰਾਪਤ ਕਰਕੇ ਆਪਣਾ ਜੀਵਨ, ਆਪਣੀ ਜ਼ਿੰਦਗੀ ਖੁਸ਼ੀਆਂ, ਆਨੰਦ, ਪ੍ਰੇਮ, ਵਿਸ਼ਵਾਸ ਉਹਦੀਆਂ ਰਹਿਮਤਾਂ ਨਾਲ ਭਰਪੂਰ ਕਰੀਏ। ਸੋ ਤਿਆਰ ਹੋ? ਕਹਿ ਦਿਓ ਫਿਰ, ਮੈਂ ਮਾਲਕ ਦੀਆਂ ਰਹਿਮਤਾਂ ਨਾਲ ਭਰਪੂਰ ਹੋਣ ਨੂੰ, ਮੈਂ ਮਾਲਕ ਦੀਆਂ ਰਹਿਮਤਾਂ ਨਾਲ ਭਰਪੂਰ ਹੋਣ ਨੂੰ, ਮੈਂ ਖੁਸ਼ੀਆਂ ਨਾਲ ਭਰਪੂਰ ਹੋਣ ਨੂੰ, ਮੈਂ ਖੁਸ਼ੀਆਂ ਨਾਲ ਭਰਪੂਰ ਹੋਣ ਨੂੰ। ਬਸ ਤਿਆਰੀ ਕਰ ਲਈ, ਹੁਣ ਭਰਪੂਰ ਅਸੀਂ ਆਪ ਹੀ ਕਰ ਦੇਣਾ। ਜੈ ਮਾਲਕਾਂ ਦੀ।
ਸ਼ੁਰੂ ਕਰਦੇ ਹਾਂ ਉਸ ਦੋ ਜਹਾਨ ਦੇ ਪਾਲਣਹਾਰ ਦਾ ਨਾਮ ਲੈ ਕੇ, ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਤੁਸੀਂ ਸਾਰੇ ਜੀਵ ਚਲ ਕੇ ਆਏ ਹੋ, ਇਸ ਸਤਸੰਗ 'ਚ ਬੈਠੇ ਹੋ, ਤਾਂ ਜਦ ਵੀ ਸਾਨੂੰ ਜੀਵਨ 'ਚ ਸਤਸੰਗ 'ਚ ਬੈਠਣ ਦਾ ਮੌਕਾ ਮਿਲੇ ਤਾਂ ਫਿਰ ਸਤਸੰਗ 'ਚ ਬੈਠਣਾ ਕਿੱਦਾਂ ਚਾਹੀਦਾ ਹੈ, ਇਹਦੇ ਬਾਰੇ ਸੰਤ ਕਬੀਰ ਜੀ ਆਪਣੇ ਇੱਕ ਸ਼ਬਦ ਅੰਦਰ ਦੱਸਦੇ ਹੈ। ਜ਼ਰਾ ਹੁਣ ਗੌਰ ਕਰਨਾ, ਕਿਉਂਕਿ ਸਤਸੰਗ 'ਚ ਬੈਠਣ ਦਾ ਵੀ ਇੱਕ ਤਰੀਕਾ ਹੁੰਦਾ ਹੈ, ਔਰ ਜਦੋਂ ਉਸ ਤਰੀਕੇ ਨਾਲ ਅਸੀਂ ਬਹਿੰਦੇ ਹਾਂ ਨਾ, ਤਾਂ ਫੇਰ ਹੀ ਭਰਪੂਰ ਹੋ ਕੇ ਜਾਂਦੇ ਹਾਂ, ਫੇਰ ਹੀ ਉਹ ਹਾਸਿਲ ਕਰਕੇ ਜਾਂਦੇ ਹਾਂ ਜੋ ਅਸੀਂ ਹਾਸਿਲ ਕਰਨ ਵਾਸਤੇ ਮਾਲਕ ਦੇ ਘਰ 'ਚ ਜਾਂ ਸਤਸੰਗ 'ਚ ਚੱਲ ਕੇ ਆਉਂਦੇ ਹਾਂ। ਸੋ ਕਬੀਰ ਸਾਹਿਬ ਕਹਿੰਦੇ ਹੈ ਕਿ ਕਬੀਰ ਬੈਠੋ ਸਤਸੰਗ ਮੇਂ, ਇਸ਼ਾਰਾ ਕਰਦੇ ਕਿ ਬੈਠੋ, ਕਿੱਦਾਂ ਬੈਠਣਾ ਹੈ। ਕਬੀਰ ਬੈਠੋ ਸਤਸੰਗ ਮੇਂ ਡਰ ਚਿੰਤਾ ਕੋ ਤਿਆਗ। ਕਹਿੰਦੇ ਜਦੋਂ ਵੀ ਸਤਸੰਗ 'ਚ ਬੈਠਣ ਦਾ ਮੌਕਾ ਮਿਲੇ, ਸੰਤਾਂ ਦੇ ਕੋਲ ਜਾਣ ਦਾ ਮੌਕਾ ਮਿਲੇ, ਤਾਂ ਫਿਰ ਕਿਸ ਤਰ੍ਹਾਂ ਜਾਣਾ ਹੈ, ਕਿਸ ਤਰ੍ਹਾਂ ਬੈਠਣਾ ਹੈ, ਉਹ ਆਪਣੀ ਬਾਣੀ 'ਚ ਦੱਸਦੇ ਆ। ਕਬੀਰ ਬੈਠੋ ਸਤਸੰਗ ਮੇਂ डर चिंता को त्याग, बचन बचन सुनो तुम विश्वास से, जागे सोया भाग। जरा देखो बचन कितना सुनने हैं, कितना कह रहे हैं कबीर साहब, किहड़ी चीज नाल सुनने हैं। वो कहते सिर्फ कन्ना नाल नहीं सुनने। हुण जरा दस दो किहड़ी चीज कही कबीर साहब ने। बचन सुनो, आवाज नहीं आई, हाँ, बचन सुनो विश्वास से, जागे सोया भाग। भाग समझदे हो ना तुसीं। बंदा कहता मेरे भाग्य च की है, मेरी किस्मत च की है, किद्दां दी होएगी मेरी किस्मत, किद्दां दा होएगा मेरा भाग्य, किद्दां दा होएगा मेरा आने वाला भविष्य। बंदा इस चिंता च ही रहिंदा है। हुण इत्थे कबीर साहब ने बड़ी स्पष्ट गल कही कि जद भी तैनूं संतां गुरुआं रहबरां दे कोल जाण दा मौका मिले, तां जिहड़ा सच्चा सत्संगी हुंदा है ना, ਉਹਦਾ ਇਹ ਗੁਣ ਹੈ ਕਿ ਜਦੋਂ ਸਤਸੰਗ 'ਚ ਬਹਿ ਜਾਂਦਾ ਹੈ ਤਾਂ ਸਤਸੰਗ 'ਚ ਬੈਠਣ ਨਾਲ ਉਹਦੇ ਜੀਵਨ 'ਚ ਅਗਰ ਕੋਈ ਡਰ, ਕੋਈ ਚਿੰਤਾ, ਕੋਈ ਫਿਕਰ ਹੁੰਦੀ ਹੈ ਤਾਂ ਉਹ ਸਾਰੀਆਂ ਦਾ ਤਿਆਗ ਕਰ ਦਿੰਦਾ ਹੈ, ਕਿਉਂਕਿ ਕਮੀਆਂ ਸਾਰਿਆਂ ਦੇ ਅੰਦਰ ਹੁੰਦੀਆਂ ਹੈ। ਪਰ ਸਮਝਦਾਰ ਇਨਸਾਨ ਉਹ ਹੈ ਜਿਹੜਾ ਆਪਣੀਆਂ ਕਮੀਆਂ ਨੂੰ ਜਾਣ ਕੇ ਉਹਨਾਂ ਕਮੀਆਂ ਦਾ ਤਿਆਗ ਕਰ ਦਿੰਦਾ ਹੈ। ਤਿਆਗ ਦਾ ਮਤਲਬ ਤਾਂ ਸਮਝਦੇ ਹੋ ਨਾ ਤੁਸੀਂ, ਆਪਣੇ ਅੰਦਰੋਂ ਕਮੀਆਂ ਕੱਢ ਦਿੰਦਾ ਹੈ, ਕਿਉਂਕਿ ਕਮੀਆਂ ਨਿਕਲਦੀਆਂ ਹੈ ਤਾਂ ਫੇਰ ਹੀ ਅਸੀਂ ਬਿਹਤਰ ਬਣਦੇ ਹਾਂ, ਔਰ ਜਦੋਂ ਬਿਹਤਰ ਹੁੰਦੇ ਹਾਂ ਤਾਂ ਫੇਰ ਹੀ ਜੀਵਨ 'ਚ ਕਾਮਯਾਬ ਖੁਸ਼ੀਆਂ ਵੀ ਸਾਨੂੰ ਮਿਲਦੀਆਂ ਹੈ। ਕਾਮਯਾਬੀ ਵੀ ਮਿਲਦੀ ਹੈ, ਖੁਸ਼ੀਆਂ ਵੀ ਮਿਲਦੀਆਂ ਹੈ, ਸਫਲਤਾ ਵੀ ਮਿਲਦੀ ਹੈ, ਕਿਉਂਕਿ ਸਫਲਤਾ, ਕਾਮਯਾਬੀ, ਖੁਸ਼ੀ ਇਹ ਕਿਹਨਾਂ ਨੂੰ ਮਿਲਦੀ ਹੈ? ਜਿਹੜੇ ਹਰ ਦਿਨ ਆਪਣੇ ਆਪ ਨੂੰ ਬਿਹਤਰ 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 ਬਣਾਉਂਦੇ ਚਲੇ ਜਾਂਦੇ ਹੈ, ਕਰਦੇ ਚਲੇ ਜਾਂਦੇ ਹੈ। ਤਾਂ ਹੀ ਤਾਂ ਅਸੀਂ ਕਈ ਵਾਰ ਇਸ਼ਾਰਾ ਕੀਤਾ ਕਿ ਦੁਨੀਆ ਦੀ ਜੋ ਵੀ ਚੀਜ਼, ਚਾਹੇ ਕੋਈ ਸਾਇੰਟਿਸਟ ਬਣਾਵੇ, ਚਾਹੇ ਕੋਈ ਕੰਪਨੀ ਬਣਾਵੇ, ਉਹਦੀ ਇੱਕੋ ਹੀ ਕੋਸ਼ਿਸ਼ ਹੁੰਦੀ ਹੈ ਕਿ ਜੋ ਮੈਂ ਅੱਜ ਬਣਾਇਆ ਹੈ ਅਗਲੇ ਸਾਲ ਮੈਂ ਇਹਦਾ ਮਾਡਲ ਹੋਰ ਵੀ ਬਿਹਤਰ ਬਣਾਵਾਂ, ਤਾਂ ਕਿ ਹੋਰ ਵੀ ਅੱਛਾ ਬਣੇ। ਔਰ ਇਸ ਤਰ੍ਹਾਂ ਉਹ ਫਿਰ ਆਪਣੀਆਂ ਜੋ ਕਮੀਆਂ ਹੁੰਦੀਆਂ ਪੁਰਾਣੀਆਂ, ਉਹਨਾਂ ਨੂੰ ਖਤਮ ਕਰਦੇ ਚਲੇ ਜਾਂਦੇ ਹੈ, ਔਰ ਕੁਛ ਨਾ ਕੁਛ ਬਿਹਤਰੀਨ ਚੀਜ਼ ਉਹਦੇ ਅੰਦਰ ਐਡ ਕਰਦੇ ਚਲੇ ਜਾਂਦੇ। ਔਰ ਜਿਹਦੇ ਅੰਦਰ ਬਿਹਤਰੀਨ ਚੀਜ਼ ਐਡ ਹੁੰਦੀ ਚਲੀ ਜਾਂਦੀ ਹੈ, ਫਿਰ ਵੈਲਿਊ, ਕੀਮਤ ਵੀ ਉਹਦੀ ਵੱਧਦੀ ਹੈ। ਹੁਣ ਹਰ ਚੀਜ਼ ਆਪਣੇ ਅੰਦਰ ਕੁਛ ਨਾ ਕੁਛ ਬਿਹਤਰੀਨ ਐਡ ਕਰਦੀ ਹੈ, ਪਰ ਇੱਕ ਇਨਸਾਨ ਹੀ ਹੈ ਜਿਹੜਾ ਜਿੱਥੇ ਹੈ ਉੱਥੇ ਹੀ ਬੈਠਾ ਰਹਿੰਦਾ ਹੈ, ਕਿਉਂਕਿ ਇਨਸਾਨ ਕਦੀ ਕੋਸ਼ਿਸ਼ ਨਹੀਂ ਕਰਦਾ ਕਿ ਮੈਂ ਆਪਣੀਆਂ ਕਮੀਆਂ ਨੂੰ ਦੂਰ ਕਰਕੇ ਆਪਣੇ ਆਪ ਨੂੰ ਵੀ ਬਿਹਤਰੀਨ ਬਣਾਵਾਂ। ਔਰ ਅਗਰ ਇਨਸਾਨ ਵੀ ਇਹ ਸੋਚ, ਇਹ ਸਮਝ ਆਪਣੇ ਅੰਦਰ ਰੱਖ ਲਵੇ ਕਿ ਮੈਂ ਹਰ ਰੋਜ਼ ਆਪਣੀਆਂ ਕਮੀਆਂ ਨੂੰ ਖਤਮ ਕਰਨਾ ਹੈ, ਤਾਂ ਆਪਣੇ ਅੰਦਰ ਕੁਝ ਗੁਣ ਪੈਦਾ ਕਰਨੇ ਹੈ, ਕੁਝ ਬਿਹਤਰ ਕਰਨਾ ਹੈ, ਤਾਂ ਬਿਹਤਰ ਹੁੰਦਾ ਹੁੰਦਾ ਇੱਕ ਦਿਨ ਇਨਸਾਨ ਵੀ ਕਿੱਥੇ ਪਹੁੰਚੇਗਾ? ਫਿਰ ਜ਼ਰਾ ਸੋਚੋ, ਇਨਸਾਨ ਵੀ ਕਾਮਯਾਬੀ, ਸਫਲਤਾ ਦੀ ਉਸ ਉਚਾਈ ਤੱਕ ਪਹੁੰਚ ਸਕਦਾ ਹੈ ਕਿ ਸਾਰੀ ਦੁਨੀਆ ਫਿਰ ਉਹਨੂੰ ਦੇਖੇਗੀ ਕਿ ਵਾਕਿਆ ਹੀ ਕੱਲ ਤਾਂ ਇਹ ਸਾਡੇ ਲੈਵਲ ਤੇ ਸੀ, ਪਰ ਇਹਨਾਂ ਕੁਛ ਐਸਾ ਕੀਤਾ ਕਿ ਅੱਜ ਸਾਡੇ ਤੋਂ ਬਹੁਤ ਉੱਪਰ ਜਾ ਕੇ ਬਹਿ ਗਿਆ। ਜ਼ਰਾ ਸਮਝਣਾ, ਜਿਹਦਾ ਮਹਾਤਮਾ ਬੁੱਧ ਦੇ ਜੀਵਨ ਦੀ ਘਟਨਾ ਹੈ ਨਾ, ਕਿ ਬਚਪਨ 'ਚ ਮਹਾਤਮਾ ਬੁੱਧ ਜਿਨ੍ਹਾਂ ਮਿੱਤਰਾਂ ਨਾਲ, ਕਿਉਂਕਿ ਰਾਜਕੁਮਾਰ ਸੀ ਉਹ, ਉਹਨਾਂ ਦੇ ਕਈ ਮਿੱਤਰ ਸੀ, ਕਈ ਦੋਸਤ ਸੀ, ਕਈ ਮੰਤਰੀਆਂ ਦੇ, ਵਜ਼ੀਰਾਂ ਦੇ, ਯਾਨੀ ਜੋ ਰਾਜ ਕਰਮਚਾਰੀ ਸੀ ਉਹਨਾਂ ਦੇ ਬੱਚੇ ਵੀ ਸੀ, ਤਾਂ ਕਈ ਉੱਦਾਂ ਵੀ, ਕਿਉਂਕਿ ਮਹਾਤਮਾ ਬੁੱਧ ਦਾ ਸੁਭਾਅ ਬਚਪਨ ਤੋਂ ਹੀ ਬੜਾ ਅੱਛਾ ਸੀ, ਉਹ ਸਭ ਨਾਲ ਪਿਆਰ ਕਰਦੇ ਸੀ। ਇਸ ਲਈ ਜਿਸ ਆਸ਼ਰਮ ਵਿੱਚ, ਗੁਰੂਕੁਲ ਵਿੱਚ ਉਹ ਪੜ੍ਹਨ ਗਏ, ਉੱਥੇ ਵੀ ਉਹਨਾਂ ਦੇ ਬਹੁਤ ਮਿੱਤਰ ਬਣੇ। ਪਰ ਫਿਰ ਇੱਕ ਟਾਈਮ ਕੀ ਆਇਆ ਕਿ ਬਚਪਨ 'ਚ ਖੇਲੇ ਇਕੱਠੇ, ਬੈਠੇ ਇਕੱਠੇ, ਪੜ੍ਹੇ ਇਕੱਠੇ,
ਯਾਨੀ ਸਭ ਕੁਝ ਉਹਨਾਂ ਨੇ ਇਕੱਠਿਆਂ ਨੇ ਕੀਤਾ। ਪਰ ਫਿਰ ਇੱਕ ਟਾਈਮ ਆਇਆ ਜਦੋਂ ਮਹਾਤਮਾ ਬੁੱਧ ਨੇ ਰਾਜ ਛੱਡਿਆ, ਜੰਗਲ ਗਏ, ਭਗਤੀ ਕੀਤੀ, ਮੈਡੀਟੇਸ਼ਨ ਕੀਤਾ, ਧਿਆਨ ਕੀਤਾ ਔਰ ਉਸ ਮੰਜ਼ਿਲ ਨੂੰ ਪਾਇਆ। ਹੁਣ ਜਦੋਂ ਵਾਪਸ ਆਏ ਤਾਂ ਯਾਦ ਰੱਖਣਾ, ਜਦ ਤੱਕ ਰਾਜਕੁਮਾਰ ਸੀ ਇੱਕੋ ਹੀ ਸਫ਼ 'ਚ ਬਹਿੰਦੇ ਹੁੰਦੇ ਸੀ, ਕਿਉਂਕਿ ਜਦੋਂ ਮਿੱਤਰਾਂ ਨੇ ਆਣਾ ਇਕੱਠਿਆਂ ਨੇ ਬਹਿ ਜਾਣਾ। ਪਰ ਹੁਣ ਕੀ ਬਦਲਾਅ ਆਇਆ, ਜਦੋਂ ਬੋਧ ਤਬ ਨੂੰ ਪਾਇਆ, ਉਸ ਪਰਮਾਤਮਾ ਨੂੰ ਪਾਇਆ। ਹੁਣ ਵਕਤ ਕੀ ਆ ਗਿਆ, ਜਦੋਂ ਮਹਾਤਮਾ ਬੁੱਧ ਆਏ, ਉਹ ਮਿੱਤਰ ਮਿਲਣ ਆਏ, ਤਾਂ ਹੁਣ ਮਿੱਤਰਾਂ ਦਾ ਸਿਰ ਆਪਣੇ ਆਪ ਹੀ ਉਹਨਾਂ ਦੇ ਕਦਮਾਂ 'ਚ ਝੁਕ ਗਿਆ, ਕਿਉਂਕਿ ਉੱਚੀ ਜਗ੍ਹਾ ਬੈਠੇ ਸੀ ਔਰ ਉਹ ਜ਼ਮੀਨ ਤੇ, ਔਰ ਸਿਰ ਝੁਕਾਇਆ ਔਰ ਬੇਨਤੀ ਕੀਤੀ ਕਿ ਸਾਨੂੰ ਵੀ ਆਪਣਾ ਭਿਕਸ਼ੂ ਬਣਾ ਲਓ। ਭਿਕਸ਼ੂ ਦਾ ਮਤਲਬ ਹੈ ਕਿ ਸਾਨੂੰ ਵੀ ਮੈਡੀਟੇਸ਼ਨ, ਧਿਆਨ ਦੀ, ਸ਼ਬਦ ਦੀ ਦਾਤ ਬਖਸ਼ੋ। ਸੋ ਉਸ ਵੇਲੇ ਇਸ ਚੀਜ਼ ਤੋਂ ਕੀ ਪਤਾ ਲੱਗਦਾ ਹੈ, ਇਸ ਚੀਜ਼ ਤੋਂ ਇਹ ਸਮਝ ਆਉਂਦੀ ਹੈ ਕਿ ਮਹਾਤਮਾ ਬੁੱਧ ਨੇ 6 ਸਾਲ ਜੋ ਮੈਡੀਟੇਸ਼ਨ ਕੀਤਾ, ਆਪਣੀ ਆਤਮਾ ਨੂੰ ਆਪਣੇ ਮਾਲਿਕ ਪਰਮਾਤਮਾ ਦੇ ਨਾਲ ਜੋੜਿਆ, ਤਾਂ ਉਹ ਜੁੜਨ ਦੇ ਨਾਲ ਹੀ ਉਹ ਕਿੱਥੋਂ ਕਿੱਥੇ ਪਹੁੰਚ ਗਏ ਕਿ ਜਿਹੜੇ ਉਹਨਾਂ ਦੇ ਸਾਥੀ ਸੀ ਉਹਨਾਂ ਨੇ ਆਪ ਹੀ ਸਮਝ ਲਿਆ ਕਿ ਹੁਣ ਇਹਦੀ ਸੋਚ, ਇਹਨਾਂ ਦਾ ਕਰਮ ਸਾਡੇ ਤੋਂ ਬਹੁਤ ਉੱਚਾ ਹੋ ਗਿਆ ਹੈ। ਸੋ ਇਨਸਾਨ ਬਾਹਰੋਂ, ਫਿਰ ਕਹਾਂਗੇ ਕਿ ਬਾਹਰੋਂ ਜੇ ਆਪਾਂ ਜਿਸਮ ਨੂੰ ਦੇਖੀਏ ਤਾਂ ਸ਼ਾਇਦ ਸਾਡਾ ਜਿਸਮ ਨਾ ਬਦਲੇ, ਕਿਉਂਕਿ ਜਿਸਮ ਤਾਂ ਵੈਸਾ ਹੀ ਰਹਿੰਦਾ ਹੈ। ਜੇ ਕੱਦ ਕਿਸੇ ਦਾ 5 ਫੁੱਟ 10 ਇੰਚ ਤਾਂ 5 ਫੁੱਟ 10 ਇੰਚ ਹੀ ਰਹਿਣਾ, ਚਾਹੇ ਉਹਦੀ ਉਮਰ 25 ਸਾਲ ਹੈ, 30 ਸਾਲ ਹੈ, 35 ਸਾਲ ਹੈ ਜਾਂ 100 ਸਾਲ ਹੈ। ਹੁਣ ਹਾਈਟ 'ਚ ਨਹੀਂ ਇਨਸਾਨ ਘਟਦਾ ਵੱਧਦਾ, ਪਰ ਇਨਸਾਨ ਆਪਣੇ ਅੰਦਰ ਕੁਝ ਐਸਾ ਬਦਲਾਵ ਕਰ ਸਕਦਾ ਹੈ ਕਿ ਫਰਸ਼ ਤੋਂ ਅਰਸ਼ ਤੱਕ ਪਹੁੰਚ ਸਕਦਾ ਹੈ। ਆਪਣੇ ਅੰਦਰ ਕਰਨੀ ਨਾਲ ਇਨਸਾਨ ਉਸ ਉਚਾਈ ਤੱਕ ਪਹੁੰਚ ਸਕਦਾ ਹੈ ਕਿ ਜਿਸ ਤੋਂ ਬੜੀ ਉਚਾਈ ਹੋਰ ਕੋਈ ਹੈ ਹੀ ਨਹੀਂ। ਔਰ ਉਹ ਕਿਹੜੀ ਹੈ? ਉਹ ਪਰਮਾਤਮਾ, ਉਹ ਪ੍ਰਭੂ, ਉਹ ਪਰਮਾਨੰਦ ਰੂਪੀ ਉਚਾਈ। ਇਸ ਲਈ ਸਮਝਣਾ, ਇੱਥੇ ਦੱਸਣਾ ਕੀ ਚਾਹੁੰਦੇ ਹਾਂ ਅਸੀਂ ਕਿ ਜਦ ਵੀ ਇਨਸਾਨ ਦੇ ਅੰਦਰ ਬਦਲਾਵ ਆਉਂਦਾ ਹੈ ਤਾਂ ਕਿੱਥੇ ਆਉਂਦਾ ਹੈ? ਅੰਦਰ। ਬੋਲੋ, ਸਮਝਦੇ ਹੋ ਕਿ ਨਹੀਂ? ਅੰਦਰ ਜਦੋਂ ਇਨਸਾਨ ਦੇ ਅੰਦਰ ਬਦਲਾਵ ਆਉਂਦਾ ਹੈ, ਔਰ ਉਹ ਕਦੋਂ ਆਉਂਦਾ ਹੈ? ਇੱਥੇ ਇਹ ਵੀ ਗੱਲ ਅਸੀਂ ਕਲੀਅਰ ਕਰਨੀ ਚਾਹਾਂਗੇ, ਬਦਲਾਵ ਵੀ ਦੋ ਤਰ੍ਹਾਂ ਦੇ ਹੁੰਦੇ, ਇੱਕ ਹੁੰਦਾ ਅੱਛਾ ਬਦਲਾਵ ਔਰ ਇੱਕ ਹੁੰਦਾ ਹੈ ਬੁਰਾ ਬਦਲਾਵ। ਸਮਝ ਲਓ, ਇੱਕ ਇਨਸਾਨ ਨਾਰਮਲ ਹੈ, ਹੁਣ ਉਹਨੂੰ ਕਿਤੇ ਬੁਰੀ ਸੰਗਤ ਮਿਲ ਗਈ ਤਾਂ ਬੁਰੀ ਸੰਗਤ 'ਚ ਜਾ ਕੇ ਉਹ ਬੁਰੇ ਪਾਸੇ ਤੁਰ ਪਿਆ, ਤਾਂ ਉਹਦੇ ਅੰਦਰ ਬਦਲਾਵ ਕੀ ਆਉਂਦਾ ਹੈ ਕਿ ਭਾਈ ਪਹਿਲਾਂ ਤੂੰ ਨਸ਼ਾ ਨਹੀਂ ਕਰਦਾ ਸੀ, ਹੁਣ ਨਸ਼ੇ ਕਰਨ ਲੱਗ ਪਿਆ। ਪਹਿਲਾਂ ਤੂੰ ਝੂਠ ਨਹੀਂ ਬੋਲਦਾ ਸੀ, ਝੂਠ ਬੋਲਣ ਲੱਗ ਪਿਆ। ਪਹਿਲਾਂ ਤੂੰ ਮਾੜਾ ਨਹੀਂ ਕਰਦਾ ਸੀ, ਮਾੜਾ ਕਰਨ ਲੱਗ ਗਿਆ। ਕਿਉਂਕਿ ਮਾੜੀ ਸੋਬਤ ਨੇ ਉਹਦੇ ਅੰਦਰ ਮਾੜਾ ਬਦਲਾਵ ਲਿਆਂਦਾ ਜੋ ਉਹਦੇ ਜੀਵਨ ਨੂੰ ਬਰਬਾਦ ਕਰਨ ਵਾਲਾ ਹੈ। ਔਰ ਚੰਗਿਆਂ ਦੀ ਸੋਬਤ ਇਨਸਾਨ ਅੰਦਰ ਕੀ ਬਦਲਾਵ ਲਿਆਂਦੀ ਹੈ? ਅੱਛਾ ਬਦਲਾਵ ਲਿਆਂਦੀ ਹੈ ਕਿ ਪਹਿਲਾਂ ਤੂੰ ਨਸ਼ਾ ਕਰਦਾ ਸੀ, ਉਹ ਭਾਈ ਤੂੰ ਤਾਂ ਨਸ਼ੇ ਛੱਡ ਗਿਆ। ਪਹਿਲਾਂ ਤੂੰ ਬੁਰਾ ਕਰਦਾ ਸੀ, ਹੁਣ ਤਾਂ ਤੂੰ ਬੁਰਾਈ ਤੋਂ ਉੱਪਰ ਉੱਠ ਗਿਆ। ਪਹਿਲਾਂ ਤੂੰ ਮਾੜੀ ਮਾੜੀ ਗੱਲ ਤੇ ਡਰ ਜਾਂਦਾ ਸੀ, ਚਿੰਤਾ ਕਰਦਾ ਸੀ, ਫਿਕਰ ਕਰਦਾ ਸੀ, ਪਰ ਹੁਣ ਤਾਂ ਦੇਖਿਆ ਤੇਰੇ ਜੀਵਨ 'ਚ ਹਾਲਾਤ ਜਿੱਦਾਂ ਦੇ ਮਰਜ਼ੀ, ਹੁਣ ਤੂੰ ਡਰਦਾ ਹੀ ਨਹੀਂ ਹੈ, ਚਿੰਤਾ ਹੀ ਨਹੀਂ ਕਰਦਾ। ਤੇਰੇ ਅੰਦਰ ਤਾਂ ਗੁੱਡ ਅੱਛਾ ਬਦਲਾਵ ਆ ਗਿਆ ਕਿ ਪਹਿਲਾਂ ਤੈਨੂੰ ਮਾੜੀ ਮਾੜੀ ਗੱਲਾਂ ਦਾ ਫਰਕ ਪੈਂਦਾ ਸੀ, ਔਰ ਹੁਣ ਬੜੀ ਤੋਂ ਬੜੀ ਗੱਲ ਵੀ ਹੋ ਜਾਵੇ ਤੈਨੂੰ ਫਰਕ ਪੈਂਦਾ ਹੀ ਕੋਈ ਨਹੀਂ। ਆਖਰੇ ਬਦਲਾਵ ਕਿੱਥੋਂ ਆਇਆ? ਤਾਂ ਫਿਰ ਉਹ ਕਹਿੰਦਾ ਹੈ ਕਿ ਮੇਰੇ ਅੰਦਰ ਬਦਲਾਵ ਆਇਆ ਤੇ ਮੇਰੇ ਮੁਰਸ਼ਿਦ ਦੀ, ਸਤਿਗੁਰ ਦੀ ਸੋਬਤ ਨਾਲ। ਮੇਰੇ ਅੰਦਰ ਬਦਲਾਵ ਆਇਆ ਫਕੀਰਾਂ ਦੀ ਸੰਗਤ ਵਿੱਚ ਬਹਿ ਕੇ। ਅੱਛੀ ਸੋਚ ਜਦੋਂ ਇਨਸਾਨ ਦੇ ਕੰਨਾਂ ਦੇ ਜ਼ਰੀਏ ਇਨਸਾਨ ਦੇ ਦਿਮਾਗ 'ਚ ਜਾਂਦੀ ਹੈ ਨਾ, ਤਾਂ ਫਿਰ ਇਨਸਾਨ ਦੇ ਜੀਵਨ 'ਚ ਬਦਲਾਵ ਵੀ ਜ਼ਰੂਰ ਆਉਂਦਾ ਹੈ। ਇਸ ਲਈ ਕਬੀਰ ਸਾਹਿਬ ਵੀ ਆਪਣੀ ਬਾਣੀ 'ਚ ਇਹੀ ਇਸ਼ਾਰਾ ਕਰ ਰਹੇ ਹੈ ਕਿ ਅਗਰ ਅਸੀਂ ਆਪਣੇ ਜੀਵਨ ਦੀਆਂ ਚਿੰਤਾਵਾਂ ਤੋਂ ਮੁਕਤ ਹੋਣਾ ਚਾਹੁੰਦੇ ਹਾਂ, ਅਗਰ ਅਸੀਂ ਆਪਣੇ ਜੀਵਨ ਦੀਆਂ ਸ਼ੰਕਾਵਾਂ ਤੋਂ, ਡਰਾਂ ਤੋਂ ਮੁਕਤ ਹੋਣਾ ਚਾਹੁੰਦੇ ਹਾਂ, ਤਾਂ ਫਿਰ ਕਹਿੰਦੇ ਉਹਦੇ ਵਾਸਤੇ ਸਤਸੰਗ 'ਚ ਬੈਠਣਾ ਪੈਣਾ ਹੈ, ਸਤਸੰਗ ਸੁਣਨਾ ਪੈਣਾ ਹੈ, ਸੰਤਾਂ ਫਕੀਰਾਂ ਦੀ ਸੋਬਤ ਕਰਨੀ ਪੈਣੀ ਹੈ। ਕਿਉਂਕਿ ਕਬੀਰ बैठो सत्संग में डर चिंता को त्याग। इसलिए आज तुसी बैठे हो, कोई डर है अंदर? जे है तो त्याग दो इसनू। कोई चिंता है अंदर किसी चीज नू लैके, किसी चीज नू लैके कोई फिक्र है तो फिर इसनू कढ़ दईए, क्योंकि हुण तुसी सत्संग च आ गए हो। और सत्संग फिर कहांगे कि सत्संग ही वो जगह है जिथे सानू रब दे नाल, परमात्मा दी रहमतां दे नाल जोड़िया जांदा है। जिदा कई बार असीं दस्सिया कि बैठदा इंसान सत्संग च है, बैठदा इंसान सत्संग च है, पर हाज़री रब दे घर च लगदी है ओदी, क्योंकि रब दीयां रहमतां दे नाल कनैक्शन इत्थे बैठ के ही जुड़दा है। इसलिए अगर कोई चिंता, कोई डर, कोई फिक्र है तो फिक्र नूं असीं अज तो खत्म करना है। और की करना अपने अंदर? जिदा इत्थे सानू महाभारत दी घटना याद आ रही है कि जदों अर्जुन दे अंदर डर पैदा होया, फिक्र पैदा होई,
ਕਿ ਮੇਰੇ ਸੱਜਣ ਮਿੱਤਰ ਅੱਗੇ ਰਿਸ਼ਤੇਦਾਰ ਹੈ, ਸਗੇ ਸੰਬੰਧੀ ਅੱਗੇ ਹੈ, ਔਰ ਐਡੀ ਵੱਡੀ ਸੈਨਾ ਹੈ। ਤਾਂ ਉਸ ਵੇਲੇ ਜਦੋਂ ਅਰਜੁਨ ਅੰਦਰ ਇੱਕ ਡਰ ਵੀ ਪੈਦਾ ਹੋਇਆ, ਚਿੰਤਾ ਵੀ ਪੈਦਾ ਹੋਈ, ਔਰ ਸੋਗ ਵੀ ਹੋਇਆ ਕਿ ਅਗਰ ਮੈਂ ਇਹਨਾਂ ਨੂੰ ਮਾਰੂੰਗਾ ਤਾਂ ਪੀੜਾ ਤਾਂ ਮੈਨੂੰ ਹੀ ਹੋਣੀ ਹੈ। ਤਾਂ ਉਸ ਵੇਲੇ ਜਦੋਂ ਅਰਜੁਨ ਇਸ ਪਰੇਸ਼ਾਨੀ 'ਚ, ਦੁਬਿਧਾ ਵਿੱਚ ਘਿਰਿਆ ਹੋਇਆ ਸੀ, ਧਨੁਸ਼ਬਾਣ ਛੱਡ ਦਿੱਤਾ, ਤਾਂ ਉਸ ਲਈ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਕੀ ਕਿਹਾ ਸੀ? ਜਰਾ ਹੁਣ ਯਾਦ ਰੱਖਣਾ, ਇੱਥੇ ਦੱਸਣਾ ਚਾਹਾਂਗੇ ਕਿ ਸ਼੍ਰੀ ਕ੍ਰਿਸ਼ਨ ਕਹਿੰਦੇ, हे प्रिय अर्जुन, हे प्रिय अर्जुन, प्रेम, विश्वास और साहस के बाणों द्वारा अपने अंदर के डर, चिंता, सोग रूपी, डर, चिंता, शोक और शंका रूपी शत्रुओं को खत्म कर दो, नहीं तो ये तुम्हें हराकर तुम्हें खत्म कर देंगे। जरा समझने वाली गल है, क्योंकि श्री कृष्ण ने ये जो गल कही ना, ये अज तो कई तो हजारा साल पहले है, पर असी कहांगे रहनी लखां जब तक दुनिया रहनी है ना, ये गल सच रहनी है कि अगर असी जितना चाहते हैं, अगर जीवन च कामयाब होना चाहते हैं, तो सानू अर्जुन वाला काम जो श्री कृष्ण अर्जुन नू कह रहे हैं, वो अज सानू भी करना पैना है। क्योंकि इंसान नू बाहरले शत्रुआं तो उन्ना डर, उन्ना खतरा नहीं हुंदा जिन्ना खतरा ਉਹਦੇ ਅੰਦਰ ਬੈਠੇ ਸ਼ਤਰੂਆਂ ਤੋਂ ਹੈ। ਕਿਉਂਕਿ ਬਾਹਰਲਾ ਸ਼ਤਰੂ ਉਨਾ ਨੁਕਸਾਨ ਨਹੀਂ ਪਹੁੰਚਾਉਂਦਾ। ਕਾਰਨ ਕੀ ਹੈ? ਫਰਜ਼ ਕਰੋ ਤੁਸੀਂ ਆਪਣੇ ਪਿੰਡ, ਆਪਣੇ ਘਰ, ਆਪਣੇ ਸ਼ਹਿਰ 'ਚ ਰਹਿੰਦੇ ਹੋ, ਔਰ ਸ਼ਤਰੂ ਕਿਤੇ ਹੋਰ ਰਹਿੰਦਾ ਹੈ। ਉਹ ਸ਼ਤਰੂ ਤਾਂ ਉਦੋਂ ਹੀ ਨੁਕਸਾਨ ਪਹੁੰਚਾਏਗਾ ਜਦੋਂ ਤੁਹਾਡੇ ਸਾਹਮਣੇ ਆ ਕੇ ਕਦੀ ਉਹਨੂੰ ਇਕੱਲੇ ਨੂੰ ਮੌਕਾ ਮਿਲੇਗਾ। ਬੋਲੋ, ਸਮਝਦੇ ਹੋ ਕਿ ਨਹੀਂ? ਕਿਉਂਕਿ ਸ਼ਤਰੂ ਉਦਾਂ ਸਾਹਮਣੇ ਆ ਜਾਵੇ ਤਾਂ ਬਿਨਾਂ ਮੌਕੇ ਤੋਂ ਉਹ ਵੀ ਕੁਝ ਕਰ ਸਕਦਾ। ਕੁਝ ਉਹਨਾਂ ਵੀ ਪਹਿਲਾਂ ਮੌਕਾ ਲੱਭਣਾ ਹੈ, और पता नहीं उन्होंने मौका 6 महीने बाद मिलना है, साल बाद मिलना है, या मिलना या नहीं मिलना, ये तो हालातों ते निर्भर करता है। पर जेडे अंदरले शत्रु है ना, ये तो 24 घंटे कह दियो नाल ही रहंदे है। रात नूं सुते, सवेरे जागदे, दोपहरे खांदे पींदे, नहांदे धोंदे, जानी हर कर्म करदे ते शत्रु अंदर है। इसलिए सब तो बड़ा डर कहंदे बाहरले शत्रु दा नहीं, अंदरले शत्रु दा हुंदा है। इसलिए अगर जीवन च विजय हासिल करनी है, अगर जीवन च कामयाबी हासिल करनी है, तो बाहरले शत्रु दी, बाहरले दुश्मन की चिंता घट कर, तो अपने अंदर बैठे ये शत्रु की चिंता ज्यादा कर। हुण किहड़े-किहड़े शत्रु अंदर बैठे जिहदे बारे श्री कृष्ण अर्जुन नूं कह रहे हैं, जरा विचार करना। और फिर कहांगे कि ये जिहड़े शत्रु जिहदी गल श्री कृष्ण कर रहे हैं, ये सिर्फ अर्जुन दे अंदर ही नहीं बैठे सी, इस साडे सारे अंदर ही बैठे हुए हैं। बोलो, है या नहीं? क्योंकि किहड़ा-किहड़ा शत्रु किया? डर। बोलो, डर सारे अंदर है कि नहीं? क्योंकि कोई भी ऐसा नहीं बंदा जिन्ना मर्जी कहते मैं नहीं डरदा, पर किते ना किते डर बंदे अंदर मौजूद है। हुण जरा समझना, डर सब दे अंदर है, डर सब दे अंदर है, पर कई उस डर नूं अपने ते हावी होण दिंदे है, तो कई ऐसे बहादुर हुंदे, साहसी हुंदे कि डर नूं देख के ਉਹ ਡਰ ਨੂੰ ਆਪਣੇ ਉੱਤੇ ਹਾਵੀ ਹੋਣ ਦੀ ਬਜਾਏ ਡਰ ਦੇ ਉੱਪਰ ਆਪ ਹਾਵੀ ਹੋ ਜਾਂਦੇ ਹੈ ਕਿ ਇਹ ਡਰ ਨੂੰ ਮੈਂ ਹਾਵੀ ਨਹੀਂ ਹੋਣ ਦੇਣਾ ਆਪਣੇ ਤੇ, ਬਲਕਿ ਮੈਂ ਆਪਣੇ ਸਾਹਸ ਨਾਲ, ਇਸ ਤੋਂ ਪਹਿਲਾਂ ਕਿ ਡਰ ਮੈਨੂੰ ਹਰਾ ਦੇਵੇ, ਮੈਂ ਆਪਣੇ ਸਾਹਸ ਨਾਲ ਇਸ ਤੇ ਵਾਰ ਕਰਕੇ ਇਹਨੂੰ ਧਾਰਾਸ਼ਾਹੀ ਕਰਨਾ ਹੈ, ਇਹਨੂੰ ਹਰਾਣਾ ਹੈ। ਔਰ ਐਸੀ ਸੋਚ ਰੱਖਣ ਵਾਲਿਆਂ ਨੂੰ ਜਿੱਤ ਵੀ ਜ਼ਰੂਰ ਮਿਲਦੀ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਇਹ ਗੱਲ ਯਾਦ ਰੱਖਣਾ। ਸੋ ਕਿਹੜੇ ਕਿਹੜੇ ਸ਼ਤਰੂ ਹੈ, ਜਰਾ ਉਹਨਾਂ ਬਾਰੇ ਸਮਝ ਲਈਏ ਕਿ ਸ਼੍ਰੀ ਕਹਿੰਦੇ ਡਰ ਇਹ ਵੀ ਤੇਰੇ ਅੰਦਰ ਇੱਕ ਸ਼ਤਰੂ ਹੈ, ਜਿਹੜਾ ਤੇਰੇ ਜੀਵਨ ਦੀਆਂ ਖੁਸ਼ੀਆਂ ਨੂੰ, ਤੇਰੇ ਜੀਵਨ ਦੀ ਕਾਮਯਾਬੀ ਨੂੰ, ਤੇਰੇ ਜੀਵਨ ਦੀ ਸਫਲਤਾ ਨੂੰ, ਜਾਂ ਕਹਿ ਲਓ ਤੇਰੇ ਜੀਵਨ ਨੂੰ ਹੀ ਖਤਮ ਕਰਕੇ ਰੱਖ ਦਿੰਦਾ ਹੈ। ਇਸ ਕਰਕੇ ਇਹ ਡਰ ਨੂੰ ਜਿੱਤਣਾ ਹੈ, ਇਹ ਡਰ ਨੂੰ ਜਿੱਤਣਾ ਹੈ। ਔਰ ਕਿਸ ਤਰ੍ਹਾਂ ਜਿੱਤਣਾ ਹੈ ਉਹ ਵੀ ਉਹ ਦੱਸ ਰਹੇ ਹੈ। ਇਸ ਲਈ ਪਹਿਲਾਂ ਦੁਸ਼ਮਣਾਂ ਬਾਰੇ ਸਮਝ ਲਈਏ ਕਿ ਡਰ, ਚਿੰਤਾ, ਕਹਿੰਦੇ ਚਿੰਤਾ ਵੀ ਤੇਰਾ ਸ਼ਤਰੂ ਹੈ, ਕਿਉਂਕਿ ਡਰ ਵੀ ਬੰਦੇ ਨੂੰ ਅੰਦਰੋਂ ਅੰਦਰ ਨਸ਼ਟ ਕਰਦਾ ਹੈ, ਤਾਂ ਚਿੰਤਾ ਵੀ ਬੰਦੇ ਨੂੰ ਅੰਦਰੋਂ ਅੰਦਰ ਕਹਿ ਦਿਓ ਨਸ਼ਟ ਕਰਦੀ ਹੈ। ਨਸ਼ਟ ਦਾ ਮਤਲਬ ਤੁਸੀਂ ਸਮਝੋ ਖਤਮ ਕਰਦੀ ਹੈ। ਫਿਰ ਉਹਨਾਂ ਨੇ ਕਿਹਾ ਸ਼ੋਗ, ਸ਼ੋਗ ਯਾਨੀ ਅਫਸੋਸ ਕਰਨਾ, ਹਾਏ ਆ ਕਿਉਂ ਹੋ ਗਿਆ, ਆ ਕਿੱਦਾਂ ਹੋ ਗਿਆ, ਕੋਈ ਨੁਕਸਾਨ ਹੋ ਗਿਆ, ਕੋਈ ਚੀਜ਼ ਹੋ ਗਈ, ਤਾਂ ਬੰਦਾ ਉਹਦੇ ਅਫਸੋਸ 'ਚ ਹੀ ਸਾਰੀ ਜ਼ਿੰਦਗੀ ਗੁਜ਼ਾਰ ਦਿੰਦਾ ਕਿ ਨਹੀਂ? ਹੁਣ ਫਰਜ਼ ਕਰੋ ਕਿ ਇੱਕ ਇਨਸਾਨ ਅਗਰ ਉਹਦਾ ਪਿੱਛੇ ਕੁਝ ਨੁਕਸਾਨ ਹੋ ਗਿਆ, ਬੱਚੇ ਦੀ ਡੈਥ ਹੋ ਗਈ, ਜਾਂ ਕਿਸੇ ਪਿਆਰੇ ਦੀ ਡੈਥ ਹੋ ਗਈ, ਜਾਂ ਕੋਈ ਉੱਦਾਂ ਕਾਰੋਬਾਰ 'ਚ ਨੁਕਸਾਨ ਹੋ ਗਿਆ, ਜਾਂ ਕਿਤੇ ਪੈਸਾ ਚਲਾ ਗਿਆ। ਹੁਣ ਬੰਦਾ ਅੱਜ ਤੱਕ ਬੰਦਾ 5 ਸਾਲ ਪਹਿਲਾਂ ਹੋਇਆ ਸੀ, ਪਰ ਹਾਲੇ ਤੱਕ ਮੈਂ ਅਫਸੋਸ ਹੀ ਕਰ ਰਿਹਾ।
ਤਾਂ ਕਹਿੰਦੇ ਇਹ ਸ਼ੋਗ ਵੀ ਇਨਸਾਨ ਨੂੰ ਹੌਲੀ ਹੌਲੀ ਘੁਣ ਦੀ ਤਰ੍ਹਾਂ ਅੰਦਰੋਂ ਖਾ ਜਾਂਦਾ ਹੈ। ਉੱਥੇ ਇਨਸਾਨ ਨੂੰ ਕੀ ਕਰਨਾ ਚਾਹੀਦਾ? ਜੋ ਹੋ ਗਿਆ ਉਹਦਾ ਭਾਣਾ ਮੰਨ ਕੇ, ਜਿੱਦਾਂ ਗੁਰੂ ਕਹਿੰਦੇ ਨਾ ਤੇਰਾ ਭਾਣਾ ਮੀਠਾ, ਉਹ ਐਕਸੈਪਟ ਕਰੀਏ ਕਿ ਜੋ ਹੋ ਗਿਆ ਹੁਣ ਉਹਨੂੰ ਬਦਲਿਆ ਨਹੀਂ ਜਾ ਸਕਦਾ, ਕਿਉਂਕਿ ਜਿਹੜਾ ਸਮਾਂ ਨਿਕਲ ਗਿਆ, ਜਿੱਦਾਂ ਅਸੀਂ ਕਈ ਵਾਰ ਦੱਸਦੇ ਕਿ ਜ਼ਿੰਦਗੀ ਹਮੇਸ਼ਾ ਅੱਗੇ ਹੈ। ਹੁਣ ਜ਼ਿੰਦਗੀ ਅੱਗੇ ਹੈ, ਜਾਣਾ ਅਸੀਂ ਅੱਗੇ ਹੈ, ਪਰ ਸੋਚੀ ਅਸੀਂ ਪਿਛਲਾ ਜਾਂਦੇ ਹਾਂ ਤਾਂ ਅੱਗੇ ਸਾਨੂੰ ਸਫਲਤਾ ਕਿੱਦਾਂ ਮਿਲੇਗੀ? ਜਰਾ ਸੋਚ ਕੇ ਦੇਖੋ, ਜ਼ਿੰਦਗੀ ਕਿੱਥੇ ਹੈ, ਪਿੱਛੇ ਹੈ ਜਾਂ ਅੱਗੇ? ਆਪ ਹੀ ਜਵਾਬ ਦਿਓ ਸਾਨੂੰ। ਹੁਣ ਆਪਾਂ ਅੱਗੇ ਜਾਣਾ। ਹੁਣ ਫਰਜ਼ ਕਰੋ ਅੱਜ ਕਿੰਨੀ ਤਰੀਕ ਹੈ? ਅੱਜ ਕਿੰਨੀ ਤਰੀਕ ਹੈ? ਵੀਰਵਾਰ। ਅੱਜ 22 ਤਰੀਕ ਹੈ। ਹੁਣ ਜ਼ਿੰਦਗੀ 23 ਵਿੱਚ ਹੈ, 24 ਵਿੱਚ ਹੈ, 25 ਵਿੱਚ ਹੈ, ਜਾਂ ਜ਼ਿੰਦਗੀ 21 20 ਕਿ ਮੈਂ ਪਿੱਛੇ 20 ਦਸੰਬਰ 2022 ਜਾ ਸਕਦੇ ਹਾਂ? ਅਸੀਂ ਕਹੀਏ 12 ਦਸੰਬਰ 2022 ਜਾ ਸਕਦੇ ਹਾਂ, ਪਰ ਹਾਂ ਬੰਦਾ ਇਹ ਕਹਿ ਸਕਦਾ ਮੈਂ 1 ਜਨਵਰੀ ਨੂੰ ਜਾ ਸਕਦਾ ਹਾਂ, ਕਿਉਂਕਿ ਅੱਗੇ ਹੈ ਔਰ ਇੱਕ ਇੱਕ ਦਿਨ ਕਰਕੇ ਉੱਥੇ ਤੱਕ ਮੈਂ ਪਹੁੰਚ। ਇਸ ਲਈ ਜਦ ਵੀ ਪਲੈਨਿੰਗ ਹੁੰਦੀ ਹੈ ਅੱਗੇ ਦੀ ਹੁੰਦੀ ਹੈ, ਪਿਛਲੀ ਪਲੈਨਿੰਗ ਨਹੀਂ ਕਦੀ ਹੁੰਦੀ। ਬੋਲੋ ਸਮਝ ਆ ਰਹੀ ਕਿ ਨਹੀਂ? ਹੁਣ ਬੰਦੇ ਨੇ ਸ਼ਾਦੀ ਰੱਖਣੀ ਹੋਵੇ ਤਾਂ ਬੰਦਾ ਕਦੀ ਨਹੀਂ ਕਹਿੰਦਾ ਹਾਂਜੀ ਲੜਕੀ ਦੀ ਸ਼ਾਦੀ ਰੱਖਣੀ, ਕਦੋਂ ਰੱਖਣੀ ਹੈ ਜੀ? ਅਸੀਂ 12 ਦਸੰਬਰ 2021 ਚ ਰੱਖਣੀ ਹੈ। ਉਹ ਭਾਈ 2021 ਕਿੱਥੋਂ ਲਿਆਉਂਗਾ ਤੂੰ? ਹੁਣ ਇਹ ਤਾਂ ਮਤਲਬ ਹੈ ਤੂੰ ਕਦੀ ਰੱਖਣੀ ਨਹੀਂ ਹੈ। ਸਮਝਦੇ ਹੋ ਕਿ ਨਹੀਂ? ਹੁਣ ਕੋਈ ਤੁਹਾਨੂੰ ਪੁੱਛੇ ਮੈਂ ਬਾਹਰ ਜਾਣਾ ਹੈ, ਹਾਂਜੀ ਮੇਰੀ ਫਲਾਈਟ ਕਰਾ ਦਿਓ, ਵੀਜ਼ਾ ਲੱਗ ਗਿਆ, ਹਾਂਜੀ ਕਦੋਂ ਦੀ ਫਲਾਈਟ ਚਾਹੀਦੀ ਹੈ? ਮੇਰੀ ਜੀ 12 ਦਸੰਬਰ ਜਾਂ 12 ਸਤੰਬਰ 2022 ਦੀ ਕਰ ਦਿਓ। ਉਹਨਾਂ ਕਹਿੰਦਾ ਭਾਈ ਘਰ ਹੀ ਬੈਠਾ ਰਹਿ, ਕਿਉਂਕਿ 2022 ਹੁਣ ਦੁਬਾਰਾ ਕਦੀ ਆਣੀ ਨਹੀਂ। ਹਾਂ ਤੂੰ 12 ਜਨਵਰੀ ਕਹਿ 2023 ਆ ਸਕਦੀ ਹੈ, ਕਿਉਂਕਿ ਹਰ 에ਅਰਲਾਈਨ ਹਰ ਜਗ੍ਹਾ ਪਲੈਨਿੰਗ ਹਮੇਸ਼ਾ ਅੱਗੇ ਦੀ ਚੱਲਦੀ ਹੈ, ਕਿਉਂਕਿ ਜ਼ਿੰਦਗੀ ਅੱਗੇ ਹੈ। ਪਰ ਇਨਸਾਨ ਦੇ ਦੁੱਖ ਦਾ ਕਾਰਨ ਇਹ ਵੀ ਹੈ ਕਿ ਇਨਸਾਨ ਅਗਲੀ ਪਲੈਨਿੰਗ ਕਰਨ ਦੀ ਬਜਾਏ, ਅਗਲੀ ਤਿਆਰੀ ਕਰਨ ਦੀ ਬਜਾਏ ਪਿਛਲਾ ਰੋਣਾ ਹੀ ਰੋਂਦਾ ਰਹਿੰਦਾ ਹੈ। ਹੁਣ ਜਿਹੜਾ ਪਿਛਲਾ ਰੋਣਾ ਹੀ ਰੋਂਦਾ ਰਹੇਗਾ, ਹੁਣ ਪਿਛਲਾ ਬਦਲਾਵ ਹੋਣਾ ਨਹੀਂ ਹੈ, ਉਹਨੂੰ ਬਦਲਿਆ ਕਿਉਂਕਿ ਉਹ ਹੋ ਗਿਆ ਸੋ ਹੋ ਗਿਆ। ਹੁਣ ਇਹੀ ਮੰਨੋ ਜੋ ਹੋਇਆ ਅੱਛਾ ਹੋਇਆ, ਜੋ ਹੋਇਆ ਅੱਛਾ ਹੋਇਆ, ਔਰ ਅਗਲੇ ਅੱਛੇ ਦੀ ਮੈਂ ਤਿਆਰੀ ਕਰਨੀ ਹੈ, ਕਿਉਂਕਿ ਮੈਨੂੰ ਖੁਸ਼ੀਆਂ, ਕਾਮਯਾਬੀ, ਸਫਲਤਾ ਦੇਣ ਵਾਲਾ ਮੇਰਾ ਮਾਲਿਕ ਮੇਰੇ। ਹੁਣ ਐਸਾ ਇਨਸਾਨ ਜੋ ਇਦਾਂ ਆਪਣੇ ਬ੍ਰੇਨ ਨੂੰ, ਆਪਣੇ ਮਾਈਂਡ ਨੂੰ ਸੈੱਟ ਕਰਦਾ ਹੈ, ਫਿਰ ਉਹਦੇ ਜੀਵਨ 'ਚ ਖੁਸ਼ੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਹੈ। ਸਮਝਦੇ ਹੋ ਕਿ ਨਹੀਂ? ਹੁਣ ਇੱਥੇ ਨਾ ਇਹਨੂੰ ਇਦਾਂ ਵੀ ਸਮਝ ਲਓ ਕਿ ਇੱਕ ਆਦਮੀ ਥੋੜਾ ਜਿਹਾ ਉਹਨਾਂ ਕੰਮ ਸ਼ੁਰੂ ਕੀਤਾ। ਜਦੋਂ ਕੰਮ ਸ਼ੁਰੂ ਕੀਤਾ ਤਾਂ ਉਹਦੇ ਪੈਸੇ ਫਸ ਗਏ, 10 ਲੱਖ ਰੁਪਇਆ ਫਸ ਗਿਆ। ਉਦਾਹਰਨ ਦੇ ਰਹੇ ਹਾਂ ਅਸੀਂ। ਹੁਣ ਪੈਸਾ ਫਸ ਗਿਆ ਔਰ ਪੈਸਾ ਮਿਲ ਨਹੀਂ ਰਿਹਾ ਤਾਂ ਉਹ ਕੰਮ ਛੱਡ ਕੇ ਬਹਿ ਗਿਆ। ਦਿਨ ਗੁਜ਼ਰ ਲਗੇ, ਮਹੀਨਾ, 2 ਮਹੀਨੇ, 4 ਮਹੀਨੇ, ਪਰੇਸ਼ਾਨ ਹੋ ਰਿਹਾ। ਪਰੇਸ਼ਾਨੀ ਨੂੰ ਕੰਮ ਛੱਡ ਕੇ ਬਹਿ ਗਿਆ ਤਾਂ ਟੈਨਸ਼ਨ ਵਧਣੀ ਹੈ, ਪਰੇਸ਼ਾਨੀ ਵਧਣੀ ਹੈ। ਹੁਣ ਕਿਸੇ ਨੇ, ਮਿੱਤਰ ਨੇ ਪੁੱਛਿਆ ਭਾਈ ਤੂੰ ਪਰੇਸ਼ਾਨ ਕਿਉਂ? ਕਹਿੰਦਾ 10 ਮਹੀਨੇ ਹੋ ਗਏ ਮੇਰਾ 10 ਲੱਖ ਫਸਿਆ ਹੈ, ਹੁਣ ਜਦ ਤੱਕ ਉਹ ਨਹੀਂ ਮਿਲਦਾ ਮੈਂ ਨਹੀਂ ਕੰਮ ਕਰਨਾ। ਉਹ ਕਹਿੰਦੇ ਪਿੱਛੇ ਜੋ ਚਲਾ ਗਿਆ ਨਾ ਉਹਦੀ ਕੋਸ਼ਿਸ਼ ਕਰ, ਪਰ ਅਗਲੀ ਹੁਣ ਉਹਦੀ ਆਸ 'ਚ ਬੈਠਣ ਨਾਲੋਂ ਚੰਗਾ ਕਿ ਅੱਗੇ ਹੋਰ ਮਿਹਨਤ ਕਰੀਏ, ਕਿ ਉਹ 10 ਲੱਖ ਤਾਂ ਚਲੋ 10 ਮਹੀਨੇ ਬਾਅਦ, 10 ਮਹੀਨੇ ਪਹਿਲਾਂ ਫਸਿਆ ਹੈ, ਪਰ ਜੇ ਉਹਦੀ ਉਮੀਦ ਵਿੱਚ ਹੀ ਬੈਠਾ ਰਿਹਾ ਤਾਂ ਕੀ ਪਤਾ 10 ਸਾਲ ਨਾ ਮਿਲੇ ਤਾਂ 10 ਸਾਲ ਤਾਂ ਤੇਰੀ ਗਰੀਬੀ, ਤੇਰੀ ਤੰਗੀ, ਤੇਰੀ ਪਰੇਸ਼ਾਨੀ ਹੋਰ। ਇਸ ਲਈ ਪਲੈਨਿੰਗ ਕੀ ਕਰਨੀ ਹੈ ਕਿ ਉਹਦੀ ਮਿਲਣ ਦੀ ਆਸ ਰੱਖਣੀ ਹੈ, ਕੋਸ਼ਿਸ਼ ਕਰਨੀ ਹੈ, ਪਰ ਤਿਆਰੀ ਮੈਂ ਅੱਗੇ ਕਰਨੀ ਹੈ। ਪਰ ਜੇ ਉਹਨੂੰ ਹੀ ਲੈ ਕੇ ਬੈਠਾ ਰਵਾਂ, ਅਗਲੀ ਤਿਆਰੀ ਨਾ ਕਰਾਂ, ਤਾਂ ਫਿਰ ਜ਼ਿੰਦਗੀ 'ਚ ਖੁਸ਼ੀਆਂ ਕਦੀ ਸਾਡੇ ਕਹਿ ਦਿਓ ਆਣੀਆਂ ਹੀ ਨਹੀਂ ਹੈ। ਸੋ ਇਹੀ ਚੀਜ਼ ਇੱਕ ਅੱਛੀ ਤਰ੍ਹਾਂ ਸਮਝ ਲੈਣਾ ਕਿ ਪਿੱਛੇ ਜੋ ਦੁੱਖ ਦਾ ਵਕਤ ਗੁਜ਼ਰ ਗਿਆ ਨਾ, ਉਹਨੂੰ ਯਾਦ ਕਰਨ ਦੀ ਅਸੀਂ ਫਿਰ ਕਹਾਂਗੇ। ਇਹ ਪੁਆਇੰਟ ਹਮੇਸ਼ਾ ਯਾਦ ਰੱਖਣਾ। ਕਈ ਵਾਰ ਕਈ ਇਨਸਾਨ ਪਤਾ ਕੀ ਕਹਿੰਦੇ ਐ, ਤੁਹਾਨੂੰ ਪਤਾ ਪਹਿਲਾਂ ਮੈਂ ਬਹੁਤ ਸ਼ਰਾਬ ਪੀਂਦਾ ਹੁੰਦਾ ਸੀ, ਹੁਣ ਮੈਂ ਛੱਡ ਦਿੱਤੀ। ਪਹਿਲਾਂ ਮੈਂ ਬਹੁਤ ਸ਼ਰਾਬ ਪੀਂਦਾ ਸੀ, ਹੁਣ ਛੱਡਤੀ। ਜਿਹੜਾ ਬਾਰ-ਬਾਰ ਇਹ ਚੀਜ਼ ਦਾ ਜ਼ਿਕਰ ਕਰਦਾ ਰਹਿੰਦਾ ਨਾ, ਇਹਦਾ ਮਤਲਬ ਹਾਲੇ ਵੀ ਕਿਤੇ ਨਾ ਕਿਤੇ ਸ਼ਰਾਬ ਇਹਦੇ ਅੰਦਰ ਹੈ, ਔਰ ਚਾਂਸ ਹੈ ਅੱਗੇ ਫੇਰ ਸ਼ੁਰੂ ਕਰ ਸਕਦਾ ਹੈ, ਕਿਉਂਕਿ ਬਾਰ-ਬਾਰ ਗੱਲ ਹੀ ਸ਼ਰਾਬ ਦੀ ਕਰ ਰਿਹਾ। ਮੈਂ ਛੱਡ ਦਿੱਤੀ, ਉਹ ਛੱਡ ਦਿੱਤੀ ਤੇ ਛੱਡ ਦਿੱਤੀ, ਹੁਣ ਉਹਨੂੰ ਬਾਰ-ਬਾਰ ਕੀ ਯਾਦ ਕਰਨਾ। ਹੁਣ ਅਗਲੀ ਪਲੈਨਿੰਗ ਕਰੀਏ ਕਿ ਅੱਗੇ ਮੈਂ ਜੀਵਨ ਵਾਸਤੇ ਅੱਛਾ ਕੀ ਕਰ ਸਕਦਾ, ਅੱਗੇ ਮੈਂ ਮਿਹਨਤ ਕੀ ਕਰ ਸਕਦਾ ਹਾਂ। ਹੁਣ ਇੱਕ ਇਨਸਾਨ ਕਵੇ ਮੈਨੂੰ ਪਹਿਲਾਂ ਪ੍ਰੋਬਲਮ ਸੀ ਫਲਾਨੀ, ਮੈਨੂੰ ਕਿਡਨੀਆਂ ਦੀ ਪ੍ਰੋਬਲਮ ਸੀ, ਮੈਨੂੰ ਦਰਦ ਦੀ ਪ੍ਰੋਬਲਮ ਸੀ, ਪਰ ਹੁਣ ਮੈਂ ਠੀਕ ਹਾਂ। ਫਿਰ ਕਹਾਂਗੇ ਹੁਣ ਉਹ ਦੁੱਖ ਨੂੰ ਭੁੱਲ ਜਾਓ, ਕਿਉਂਕਿ ਜਿੰਨੀ ਜਲਦੀ ਉਹ ਚੀਜ਼ ਨੂੰ ਆਪਣੇ ਅੰਦਰੋਂ ਡਿਲੀਟ ਕਰ ਦੇਵਾਂਗੇ, ਦੁਬਾਰਾ ਉਹਦੇ ਆਉਣ ਦਾ ਰਸਤਾ ਵੀ ਅਸੀਂ ਬੰਦ ਕਰ ਦਿੰਦੇ ਹਾਂ। ਪਰ ਜੇ ਅਸੀਂ ਉਹਨੂੰ ਰਿਪੀਟ ਕਰਦੇ ਜਾਈਏ, 5 ਸਾਲ ਪਹਿਲਾਂ ਮੈਨੂੰ ਅਟੈਕ ਹੋਇਆ ਸੀ, 5 ਸਾਲ ਪਹਿਲਾਂ ਮੈਨੂੰ ਕਿਡਨੀਆਂ ਦੀ ਪ੍ਰੋਬਲਮ ਸੀ,
ਮੈਨੂੰ ਇਦਾਂ ਸੀ ਇਦਾਂ ਸੀ, ਉਹ ਬਾਰ-ਬਾਰ ਰਿਪੀਟ ਕਰਾਂਗੇ ਤੇ ਇਹਦਾ ਮਤਲਬ ਛੋਟਾ ਜਿਹਾ ਕੰਡਾ ਕਿਤੇ ਨਾ ਕਿਤੇ ਆਪਣੇ ਅੰਦਰ ਰੱਖਿਆ ਹੈ। ਔਰ ਜੇ ਛੋਟਾ ਜਿਹਾ ਬੀਜ ਅੰਦਰ ਰੱਖਿਆ ਤਾਂ ਫਿਰ ਚਾਂਸ ਹੁੰਦੇ ਦੁਬਾਰਾ ਬੀਜ ਹਰਾ ਹੋਣ ਦੇ। ਇਸ ਲਈ ਇਹ ਮੈਡੀਟੇਸ਼ਨ ਦੇ ਨਜ਼ਰੀਏ ਨਾਲ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਜੋ ਚਾਹੁੰਦੇ ਹੋ ਆਪਣਾ ਧਿਆਨ, ਆਪਣੀ ਸੁਰਤੀ ਉੱਧਰ ਰੱਖੋ। ਖੁਸ਼ੀ ਚਾਹੁੰਦੇ ਹੋ ਤਾਂ ਫਿਰ ਇੰਨੀ ਗੱਲ ਦਾ ਹੀ ਆਪਣੇ ਅੰਦਰ ਧਿਆਨ ਰੱਖਣਾ, ਯਾਦ ਰੱਖਣਾ ਹੈ ਕਿ ਦੁੱਖ ਗਏ, ਹੁਣ ਮੇਰੇ ਜੀਵਨ 'ਚ ਖੁਸ਼ੀ ਹੈ, ਤਾਂ ਅੱਗੇ ਖੁਸ਼ੀਆਂ ਹੀ ਖੁਸ਼ੀਆਂ ਆਣੀਆਂ ਹੈ। ਹੁਣ ਖੁਸ਼ੀਆਂ ਵਧਣੀਆਂ ਹੈ, ਕਾਮਯਾਬੀ ਵਧਣੀ ਹੈ। ਜੇ ਕੋਈ ਪੁੱਛੇ ਭਾਈ ਦੁੱਖ, ਉਹ ਦੁੱਖਾਂ ਦਾ ਤਾਂ ਹੁਣ ਮੈਂ ਵਰਗਾ ਹੀ ਪਾੜ ਦਿੱਤਾ, ਹੈ ਹੀ ਨਹੀਂ ਮੇਰੀ ਡਾਈ 'ਚ। ਗੱਲ ਹੀ ਕੀ ਕਰਨੀ ਦੁੱਖਾਂ ਦੀ, ਗੱਲ ਹੀ ਕੀ ਕਰਨੀ ਹੈ ਸਫਲਤਾ ਦੀ, ਕਿਉਂਕਿ ਜੋ ਪਿੱਛੇ ਹੈ ਉਹਨੂੰ ਯਾਦ ਕਰਕੇ ਹੁਣ ਦੁਖੀ ਨਹੀਂ ਹੋਣਾ, ਬਲਕਿ ਆਉਣ ਵਾਲੇ ਕੱਲ ਦੀ ਅਸੀਂ ਤਿਆਰੀ ਕਹਿ ਦਿਓ ਕਰਨੀ ਹੈ। ਆਉਣ ਵਾਲੇ ਕੱਲ ਨੂੰ ਖੁਸ਼ੀਆਂ ਨਾਲ ਭਰਨਾ, ਕਿਉਂਕਿ ਜ਼ਿੰਦਗੀ ਕਿੱਥੇ ਹੈ, ਹਮੇਸ਼ਾ ਅੱਗੇ ਹੈ। ਉਮੀਦ ਹੈ ਕਿ ਤੁਸੀਂ ਇਹ ਗੱਲ ਸਮਝ ਰਹੇ ਹੋ ਕਿ ਜ਼ਿੰਦਗੀ ਅੱਗੇ ਹੈ, ਤਾਂ ਅੱਗੇ ਜ਼ਿੰਦਗੀ 'ਚ ਕਿਸੇ ਨੂੰ ਕੁਝ ਨਹੀਂ ਪਤਾ ਕੀ ਹੋ ਸਕਦਾ ਹੈ। ਅੱਜ ਦੁੱਖ ਹੈ ਤਾਂ ਕਿਸੇ ਨੂੰ ਪਤਾ ਕਿ ਆਉਣ ਵਾਲੇ ਕਿਹੜੇ ਪਲ 'ਚ ਉਹਦੇ ਦੁੱਖਾਂ ਨੇ ਦੂਰ ਹੋ ਜਾਣਾ ਹੈ। ਇਸੇ ਲਈ ਤਾਂ ਇੱਕ ਫਕੀਰ ਦਾ ਇੱਥੇ ਬਚਨ ਯਾਦ ਆ ਗਿਆ ਕਿ ਕਿਸੇ ਨੇ ਪੁੱਛਿਆ ਸੀ ਫਕੀਰ ਨੂੰ ਕਿ ਮਹਾਰਾਜ ਜ਼ਿੰਦਗੀ ਕਿੱਦਾਂ ਬਦਲਦੀ ਹੈ, ਕਿ ਅੱਜ ਅਗਰ ਮੁਸੀਬਤ ਹੈ, ਤਕਲੀਫ ਹੈ, ਦੁੱਖ ਹੈ ਤਾਂ ਜ਼ਿੰਦਗੀ ਕਿੱਦਾਂ ਬਦਲਦੀ ਹੈ। ਤਾਂ ਫਕੀਰ ਨੇ ਬੜੀ ਪਿਆਰੀ ਗੱਲ ਕਹੀ, ਕਹਿੰਦੇ तुम्हारे यकीन और तुम्हारी दुआओं से ही जिंदगी बदलती है। की क्या उन्होंने, तुम्हारे यकीन और तुम्हारी दुआओं से ही तुम्हारी जिंदगी बदलती है। कि ਅੱਜ अगर तेरे जीवन 'ਚ दुख है, ਅੱਜ अगर तेरे जीवन 'ਚ मुसीबत है, ਅੱਜ अगर ਤੈਨੂੰ ਲੱਗਦਾ ਕਿ ਮੇਰੇ ਜੀਵਨ 'ਚ ਕੁਝ ਠੀਕ ਨਹੀਂ ਹੈ, ਕੁਝ ਸੈੱਟ ਨਹੀਂ ਹੈ, ਮੇਰੇ ਜੀਵਨ 'ਚ ਬੜੀਆਂ ਪ੍ਰੋਬਲਮਾਂ ਹੈ, ਤਾਂ ਕਹਿੰਦੇ ਡਰਨ ਦੀ ਲੋੜ ਨਹੀਂ। ਯਕੀਨ ਰੱਖ ਕਿ ਜੇ ਮੇਰੇ ਜੀਵਨ 'ਚ ਪ੍ਰੋਬਲਮ ਹੈ, ਮੇਰੇ ਜੀਵਨ ਦੇ ਵਿੱਚ ਪਰੇਸ਼ਾਨੀ ਹੈ, ਤਾਂ ਇਹਨਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਲਾ, ਇਹਨਾਂ ਪ੍ਰੋਬਲਮਾਂ ਨੂੰ ਖਤਮ ਕਰਨ ਵਾਲਾ ਮੇਰਾ ਮਾਲਿਕ ਵੀ ਤਾਂ ਹੈ ਨਾ। ਮੈਨੂੰ ਇਸ ਮੁਸ਼ਕਿਲ 'ਚੋਂ ਕੱਢਣ ਵਾਲੀ ਤਾਕਤ ਵੀ ਤਾਂ ਹੈ ਨਾ। ਔਰ ਉਹ ਤਾਕਤ ਹੈ ਮੇਰਾ ਮਾਲਿਕ, ਮੇਰਾ ਪ੍ਰਮਾਤਮਾ, ਮੇਰਾ ਪ੍ਰਭੂ, ਮੇਰਾ ਭਗਵਾਨ। ਕਿ ਅੱਜ ਜੇ ਮੈਨੂੰ ਸਫਲਤਾ ਨਹੀਂ ਮਿਲੀ ਤਾਂ ਹੁਣ ਮੈਨੂੰ ਯਕੀਨ ਹੈ मैं दुआ करनी है, क्योंकि यकीन और दुआ ये समझ लेना जरा, क्योंकि सिर्फ यकीन ना भी गल नहीं बनती, कहते दुआ भी करनी है, पर दुआ भी करनी है यकीन दे नाल, विश्वास दे नाल। बोलो समझते हो कि नहीं। हुण कई बार देखते हो ना तुसी, माता पिता को सब कुछ हुंदा है, माता पिता को सब कुछ हुंदा है, पर फिर भी वो बच्चे नूं चीज कदों लैके दिंदे, जदों बच्चा मंगदा है उदों ही दिंदे ना। हुण फर्ज करो बच्चा घर ਦੇ ਵਿੱਚ ਖੇਡ ਰਿਹਾ ਹੈ, ਤੁਸੀਂ ਪੁੱਛਦੇ ਹੋ ਬੇਟਾ ਕੀ ਚਾਹੀਦਾ ਹੈ, ਤਾਂ ਜੇ ਬੱਚਾ ਮੰਗੇ ਡੈਡੀ ਮੈਨੂੰ ਸਾਈਕਲ ਚਾਹੀਦਾ ਹੈ, ਜਾਂ ਮੰਮੀ ਮੈਨੂੰ ਸਾਈਕਲ ਹੀ ਚਾਹੀਦੀ ਹੈ, ਮੈਨੂੰ ਖਿਡੌਣਾ ਚਾਹੀਦਾ, ਫਿਰ ਤੁਸੀਂ ਲੈ ਕੇ ਵੀ ਦਿੰਦੇ ਹੋ। ਬੋਲੋ ਸਮਝਦੇ ਹੋ ਕਿ ਨਹੀਂ। ਹੁਣ ਕੋਈ ਕਹੇ ਭਾਈ ਤੇਰੇ ਕੋਲ ਤਾਂ ਸਭ ਕੁਝ ਹੈ, ਬੱਚੇ ਨੂੰ ਮੰਗਣ ਦੀ ਕੀ ਲੋੜ, ਤੂੰ ਆਪੇ ਲੈ ਕੇ ਦੇ ਦੇ। ਤੁਸੀਂ ਕਹਿਣਾ ਜਦ ਤੱਕ ਮੈਨੂੰ ਪਤਾ ਨਾ ਲੱਗੇ ਉਹਨੂੰ ਚਾਹੀਦਾ ਕੀ, ਮੈਂ ਦੇਵਾਂ ਕਿੱਦਾਂ, ਕਿਉਂਕਿ ਮੈਂ ਉਹੀ ਉਹਨੂੰ ਦੇਣਾ ਚਾਹੁੰਦਾ ਜਿਹੜੀ ਚੀਜ਼ ਦੀ ਉਹਨੂੰ ਜ਼ਰੂਰਤ ਹੈ, ਜੋ ਮੰਗ ਹੈ। ਸਮਝ ਆ ਰਹੀ ਕਿ ਨਹੀਂ ਸਾਡੀ ਗੱਲ। ਹੁਣ ਇਸੇ ਤਰ੍ਹਾਂ ਰੱਬ ਵੀ, ਉਹ ਵੀ ਇਹ ਚਾਹੁੰਦਾ ਹੈ ਕਿ ਮੈਂ ਸਭ ਕੁਝ ਦੇ ਸਕਦਾ ਹਾਂ, ਪਰ ਐ ਇਨਸਾਨ ਮੈਂ ਤੇਰਾ ਪਿਆਰ, ਤੇਰਾ ਵਿਸ਼ਵਾਸ ਦੇਖਣਾ ਚਾਹੁੰਦਾ ਹੈ ਕਿ ਤੂੰ ਪਿਆਰ ਨਾਲ ਮੰਗਦਾ ਕੀ ਹੈ, ਵਿਸ਼ਵਾਸ ਨਾਲ ਬੇਨਤੀ ਕੀ ਕਰਦਾ ਹੈ। ਪਰ ਉਹਦੇ ਵਾਸਤੇ ਅੰਦਰ ਯਕੀਨ ਦਾ ਹੋਣਾ ਵੀ, ਕੀ ਯਕੀਨ ਕਿ ਮੈਂ ਆਪਣੇ ਮਾਲਿਕ ਤੇ ਪੂਰਾ ਵਿਸ਼ਵਾਸ ਕਰਨਾ ਹੈ। ਮੈਨੂੰ ਯਕੀਨ ਹੈ ਕਿ ਮੇਰੀ ਝੋਲੀ ਖੁਸ਼ੀਆਂ ਨਾਲ ਜ਼ਰੂਰ, ਰਹਿਮਤਾਂ ਨਾਲ ਜ਼ਰੂਰ, ਉਹਦੇ ਦਰ ਤੋਂ ਕੋਈ ਖਾਲੀ ਨਹੀਂ ਗਿਆ, ਤਾਂ ਮੇਰੀ ਝੋਲੀ ਵੀ ਉਹ ਭਰਪੂਰ ਕਰੇਗਾ। ਇਹ ਯਕੀਨ ਹੁੰਦਾ ਹੈ, ਕਿਉਂਕਿ ਜੋ ਮੰਗ ਕੇ ਬਾਰ-ਬਾਰ ਪੂਰਾ ਨਹੀਂ ਹੋਇਆ, ਪਤਾ ਨਹੀਂ ਪੂਰਾ ਹੋਣਾ ਜਾਂ ਨਹੀਂ, ਸੁਣੀ ਨਹੀਂ, ਪਤਾ ਨਹੀਂ ਸੁਣਨੀ ਹੈ ਜਾਂ ਨਹੀਂ, ਇਹਦਾ ਮਤਲਬ ਇਹਦੇ ਅੰਦਰ ਯਕੀਨ ਕਹਿ ਦਿਓ ਨਹੀਂ ਹੈ, ਜਾਂ ਇਹਦੇ ਯਕੀਨ ਦਾ ਘੜਾ ਕੱਚਾ ਹੀ ਹੈ। ਔਰ ਜੇ ਘੜਾ ਹੀ ਕੱਚਾ ਹੋਵੇ ਤਾਂ ਫਿਰ ਰੱਬ ਦੀ ਰਹਿਮਤ ਨਾਲ ਭਰੇਗਾ ਕਿੱਥੋਂ। ਇਸ ਲਈ ਉੱਥੇ ਯਕੀਨ ਪੂਰਾ ਚਾਹੀਦਾ ਹੈ, ਵਿਸ਼ਵਾਸ ਪੂਰਾ ਚਾਹੀਦਾ ਹੈ ਕਿ ਮੈਂ ਬੇਨਤੀ ਕਰ ਦਿੱਤੀ, ਹੁਣ ਮੈਨੂੰ ਵਿਸ਼ਵਾਸ ਹੈ ਕਿ ਵਕਤ ਆਉਣ ਤੇ, ਸਮਾਂ ਆਉਣ ਤੇ ਇਹ ਬੇਨਤੀ ਪੂਰੀ ਜ਼ਰੂਰ ਹੋਣੀ ਹੈ। ਜਿੱਦਾਂ ਅਸੀਂ ਦੱਸੀਦਾ ਨਾ ਕਿ ਮਾਲੀ ਫਲ ਵਾਸਤੇ ਕੀ ਕਰਦਾ ਹੈ, ਕਿਉਂਕਿ ਉਹਨੂੰ ਪਤਾ ਫਲ ਮੇਰੇ ਹੱਥ 'ਚ ਨਹੀਂ ਹੈ, ਪਰ ਇਹ ਯਕੀਨ ਹੈ ਕਿ ਜੇ ਮੈਂ ਬੀਜ ਸਹੀ ਢੰਗ ਨਾਲ ਬੀਜੂੰਗਾ, ਸਹੀ ਜ਼ਮੀਨ 'ਚ ਬੀਜੂੰਗਾ, ਤਾਂ ਫਿਰ ਵਿਸ਼ਵਾਸ ਹੁੰਦਾ ਕਿ ਟਾਈਮ ਆਉਣ ਤੇ ਫਲ ਵੀ ਜ਼ਰੂਰ ਲੱਗਣੇ ਆ। ਬਸ ਇਸੇ ਤਰ੍ਹਾਂ
ਹੁਣ ਤੁਸੀਂ ਵੀ ਸੋਚੋ, ਅਸੀਂ ਮਾਲਕ ਦੇ ਘਰ ਦੀ ਉਹ ਰਹਿਮਤਾਂ ਦੀ ਜ਼ਮੀਨ 'ਚ ਬੈਠੇ ਆ ਕਿ ਸਾਡੀ ਬੇਨਤੀ ਦਾ, ਸਾਡੀ ਫਰਿਆਦ ਦਾ, ਸਾਡੀ ਪ੍ਰਾਰਥਨਾ ਦਾ ਜਿਹੜਾ ਬੀਜ ਵੀ ਇਸ ਜ਼ਮੀਨ 'ਚ ਜਾਣਾ ਹੈ, ਉਹਨਾਂ ਫਲ ਸਾਨੂੰ ਜ਼ਰੂਰ ਦੇਣਾ ਹੈ। ਕਿਉਂਕਿ ਮਾਲਕ ਦੇ ਘਰ ਦੇ ਵਿੱਚ ਕੀਤੀ ਹੋਈ ਪ੍ਰਾਰਥਨਾ, ਬੇਨਤੀ, ਫਰਿਆਦ ਕਦੀ ਵਿਅਰਥ ਨਹੀਂ ਜਾਂਦੀ। ਬੋਲੋ ਸਮਝਦੇ ਹੋ ਕਿ ਨਹੀਂ? ਇਸੇ ਲਈ ਜਦੋਂ ਅਸੀਂ ਕਹੀਦਾ ਨਾ, ਕਹਿ ਦੋ ਰਹਿਮਤ ਹੋ ਗਈ, ਤਾਂ ਫਿਰ ਇਹਦਾ ਕਾਰਨ ਕੀ? ਇੱਕ ਹੋਰ ਦੱਸ ਦਈਏ। ਕਿਉਂਕਿ ਜੀਸਸ ਕ੍ਰਾਈਸਟ ਯਾਨੀ ਯਿਸੂ ਮਸੀਹ, ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਮਹਾਰਾਜ ਕਿਹੜੀ ਪ੍ਰਾਰਥਨਾ ਈਸ਼ਵਰ ਪੂਰੀ ਕਰਦਾ ਹੈ? ਉਹ ਕਹਿੰਦੇ ਜਦੋਂ ਦੋ ਲੋਕ ਮਿਲ ਕੇ ਵਿਸ਼ਵਾਸ ਦੇ ਨਾਲ, ਦੋ ਲੋਕ ਮਿਲ ਕੇ ਵਿਸ਼ਵਾਸ ਦੇ ਨਾਲ ਇੱਕ ਚੀਜ਼ ਹੀ ਮੰਗਦੇ ਹੈ, ਤਾਂ ਫਿਰ ਉਹ ਸਵਰਗ 'ਚ ਬੈਠਾ ਮੇਰਾ ਪਰਮਾਤਮਾ ਉਹਨਾਂ ਨੂੰ ਜ਼ਰੂਰ ਦਿੰਦਾ ਹੈ। ਹੁਣ ਜਰਾ ਗੌਰ ਕਰਨਾ, ਉਹਨਾਂ ਦੇ ਦੋ ਲੋਕ, ਹੁਣ ਇੱਥੇ ਤਾਂ ਹਜ਼ਾਰਾਂ ਹੀ ਬੈਠੇ ਆ ਅਸੀਂ, ਤਾਂ ਜੇ ਵਿਸ਼ਵਾਸ ਨਾਲ ਮੰਗਾਂਗੇ ਤਾਂ ਫਿਰ ਉਹ ਰੱਬ ਕਿਉਂ ਨਹੀਂ ਦੇਗਾ? ਉਹ ਕਹਿੰਦੇ ਦੋਵਾਂ ਦਾ ਰਾਜ਼ੀ ਹੋਣਾ ਜ਼ਰੂਰੀ ਹੁੰਦਾ ਹੈ। ਸਮਝਦੇ ਹੋ ਕਿ ਨਹੀਂ? ਕਿਉਂਕਿ ਇੱਕ ਮੰਗੀ ਜਾਵੇ ਔਰ ਦੂਜਾ ਮੰਗੇ ਨਾ। ਇਸ ਲਈ ਦੋ ਇਨਸਾਨ ਰਲ ਕੇ ਅਗਰ ਇੱਕ ਚੀਜ਼ ਮੰਗਦੇ ਹੈ, ਹੁਣ ਫਰਜ਼ ਕਰੋ ਅਸੀਂ ਮੰਗਦੇ ਹਾਂ ਕਿ ਇਹ ਮਾਲਿਕ ਸਭ ਨੂੰ ਖੁਸ਼ੀਆਂ ਦੇ, ਔਰ ਅਸੀਂ ਸਾਰੇ ਮੰਗਦੇ ਹਾਂ ਤਾਂ ਸਭ ਨੂੰ ਖੁਸ਼ੀਆਂ ਜ਼ਰੂਰ, ਕਿਉਂਕਿ ਸਾਡਾ ਸਾਰਿਆਂ ਦਾ ਮੰਗ ਵੀ ਇੱਕ ਹੈ, ਫੈਸਲਾ ਵੀ ਇੱਕ ਹੈ, ਤਾਂ ਮੰਗ ਵੀ ਅਸੀਂ ਸਾਰਿਆਂ ਵਾਸਤੇ ਰਹੇ। ਪਰ ਜੇ ਇੱਕ ਇਨਸਾਨ ਮੰਗਦਾ ਹੈ ਪਰਮਾਤਮਾ ਮੈਨੂੰ ਦੇ, ਤਾਂ ਰੱਬ ਕਹਿੰਦਾ ਤੂੰ ਇਕੱਲਾ ਹੀ ਮੰਗ ਰਿਹਾ ਹੈ, ਕੋਈ ਹੋਰ ਵੀ ਹੈ ਜਿਹੜਾ ਤੇਰੇ ਵਾਸਤੇ ਮੰਗੇ? ਜਰਾ ਸਮਝਣਾ ਸਾਰਿਆਂ ਨੇ। ਔਰ ਦੂਸਰਾ ਕਦੋਂ ਸਾਡੇ ਵਾਸਤੇ ਮੰਗੇਗਾ, ਉਹਦਾ ਕਾਰਨ ਕੀ ਹੈ? ਕਿਉਂਕਿ ਦੂਜੇ ਨੇ ਸਾਡੇ ਵਾਸਤੇ ਐਵੇਂ ਨਹੀਂ ਮੰਗੀ ਜਾਣਾ। ਦੂਜਾ ਸਾਡੇ ਵਾਸਤੇ ਉਦੋਂ ਮੰਗੇਗਾ ਜਦੋਂ ਅਸੀਂ ਉਹਦਾ ਕੁਝ ਭਲਾ ਕਰਾਂਗੇ, ਉਹਦੇ ਨਾਲ ਕੁਝ ਅੱਛਾਈ ਕਰਾਂਗੇ, ਉਹਦੇ ਨਾਲ ਕੁਝ ਨੇਕੀ ਕਰਾਂਗੇ, ਉਦੋਂ ਉਹਦੇ ਦਿਲ ਚੋਂ ਸਾਡੇ ਵਾਸਤੇ ਦੁਆ ਨਿਕਲੇਗੀ। ਇਸ ਲਈ ਜੀਸਸ ਨੇ ਕਿਹਾ ਕਿ ਇਸੇ ਲਈ ਮੇਰੇ ਪਿਤਾ ਨੇ ਇਹ ਨਿਯਮ ਰੱਖਿਆ ਹੈ ਕਿ ਤੂੰ ਆਪ ਵੀ ਮੰਗ ਤਾਂ ਦੂਜੇ ਦਾ ਭਲਾ ਕਰ, ਤਾਂ ਕਿ ਦੂਜਾ ਵੀ ਤੇਰੇ ਵਾਸਤੇ ਮੰਗੇ, ਫਿਰ ਤੈਨੂੰ ਮਿਲਣਾ ਹੈ। ਇਹਦਾ ਕੱਲਾ ਬੰਦਾ ਤਾਂ ਬਹੁਤ ਕੁਝ ਉਲਟਾ ਸਿੱਧਾ ਵੀ ਮੰਗ ਲੈਂਦਾ ਹੈ। ਸਮਝਦੇ ਹੋ ਕਿ ਨਹੀਂ? ਹੁਣ ਫਰਜ਼ ਕਰੋ ਬੰਦਾ ਕਹਿੰਦਾ ਚਲੋ ਜੀ ਮੈਂ ਪ੍ਰਾਰਥਨਾ ਕਰਦਾ ਹਾਂ ਉਹ ਬੰਦੇ ਨਾਲ ਮੇਰਾ ਵਿਆਹ ਹੋ ਜਾਵੇ। ਹੁਣ ਭਾਈ ਤੂੰ ਕੱਲਾ ਮੰਗੀ ਜਾਂ ਨਹੀਂ ਹੋਣਾ, ਉਹ ਵੀ ਮੰਗੇ ਕਿ ਮੇਰਾ ਇਹਦੇ ਨਾਲ ਹੋਵੇ, ਫਿਰ ਰੱਬ ਨੇ ਕਰਨਾ ਹੈ। ਉਦਾਹਰਨ ਦੇ ਰਹੇ ਹਾਂ ਅਸੀਂ। ਸਮਝਦੇ ਹੋ ਕਿ ਨਹੀਂ? ਹੁਣ ਇਹ ਬੰਦਾ ਕਵੇ ਕਿ ਉਹ ਚੀਜ਼, ਉਹ ਆਦਮੀ ਮੇਰੇ ਕਹਿਣੇ 'ਚ ਹੋ ਜਾਵੇ, ਜਾਂ ਉਹ ਆਦਮੀ ਨਾਲ ਮੇਰਾ ਪਿਆਰ ਹੋ ਜਾਵੇ। ਉਹ ਕਹਿੰਦੇ ਤੇਰਾ ਕੀ ਪਤਾ, ਤੂੰ ਗਲਤ ਮੰਗ ਰਿਹਾ, ਸਹੀ ਮੰਗ ਰਿਹਾ ਹੈ। ਜਦੋਂ ਉਹ ਵੀ ਮੰਗੇਗਾ ਕਿ ਮੇਰਾ ਵੀ ਉਹਦੇ ਨਾਲ ਪਿਆਰ ਹੋਵੇ, ਤਾਂ ਫਿਰ ਮੇਰਾ ਪਿਤਾ ਸਵਰਗ 'ਚ ਬੈਠਾ ਤੇਰੀ ਫਰਿਆਦ ਨੂੰ ਪੂਰਾ ਕਰੇਗਾ। ਹੁਣ ਇਹਦਾ ਮਤਲਬ ਕਿ ਜੇ ਤੁਸੀਂ ਕਾਮਯਾਬੀ ਚਾਹੁੰਦੇ ਹੋ ਤਾਂ ਆਪ ਜੇ ਆਪਣੇ ਵਾਸਤੇ ਕਾਮਯਾਬੀ ਮੰਗਦੇ ਹੋ ਤਾਂ ਉਹਦੇ ਨਾਲ ਨਾਲ ਕੁਝ ਐਸਾ ਕਰੋ ਕਿ ਦੂਜੇ ਵੀ ਤੁਹਾਡੇ ਵਾਸਤੇ ਕਾਮਯਾਬੀ ਦੀ ਦੁਆ ਕਰਨ, ਫਿਰ ਉਹ ਪੂਰੀ ਹੋਏਗੀ। ਔਰ ਸਤਸੰਗ 'ਚ ਆਉਣ ਦਾ ਮਤਲਬ ਪਤਾ ਕੀ ਹੁੰਦਾ ਹੈ? ਦਰਬਾਰ ਤੇ ਆਉਣ ਦਾ ਮਤਲਬ ਕੀ ਹੁੰਦਾ ਹੈ? ਨਿਆਜ਼ ਦੇਣ ਦਾ ਮਤਲਬ ਕੀ ਹੁੰਦਾ ਹੈ? ਇਹਦਾ ਮਤਲਬ ਹੀ ਇਹ ਹੁੰਦਾ ਹੈ, ਉਧਰੋਂ ਤੁਸੀਂ ਮੰਗਦੇ ਹੋ ਔਰ ਇਧਰੋਂ ਅਸੀਂ ਤੁਹਾਡੇ ਵਾਸਤੇ ਫਰਿਆਦ ਕਰਦੇ ਹਾਂ, ਦੋਵਾਂ ਦੀ ਹੋ ਗਈ ਤਾਂ ਹੁਣ ਪੂਰੀ ਹੋਣੀ ਜ਼ਰੂਰੀ ਹੈ। ਕਿਉਂਕਿ ਦੋ ਮੰਗ ਰਹੇ ਹੈ। ਕਿਉਂਕਿ ਦੁਨੀਆ ਮੰਗੇ ਨਾ ਮੰਗੇ, ਮੁਰਸ਼ਦ ਤਾਂ ਜ਼ਰੂਰ ਮੰਗਦਾ ਹੈ। ਸਮਝ ਆ ਰਹੀ ਕਿ ਨਹੀਂ ਸਾਡੀ ਗੱਲ? ਇਸ ਲਈ ਇਹ ਬਾਈਬਲ ਦਾ ਬੜਾ ਪਿਆਰਾ ਵਚਨ ਹੈ ਔਰ ਇਹ ਗੱਲ 'ਚ ਬੜਾ ਗਿਆਨ ਵੀ ਛੁਪਿਆ ਹੈ ਕਿ ਅਗਰ ਇਨਸਾਨ ਚਾਹੁੰਦਾ ਮੇਰੀ ਹਰ ਪ੍ਰਾਰਥਨਾ ਪੂਰੀ ਹੋਵੇ, ਤਾਂ ਕਹਿੰਦੇ ਫਿਰ ਆਪਣਾ ਕਰਮ ਇਦਾਂ ਦਾ ਰੱਖ ਕਿ ਸਿਰਫ ਤੂੰ ਹੀ ਨਾ ਮੰਗੇ, ਇਦਾਂ ਦੀ ਕਰਨੀ ਕਰਕੇ ਦੂਸਰੇ ਵੀ ਤੇਰੇ ਵਾਸਤੇ ਦੁਆਵਾਂ ਕਰਦੇ ਰਹਿਣ। ਤਾਂ ਜੇ ਤੂੰ ਇਦਾਂ ਦੀ ਗੱਲ ਕਰੇਗਾ, ਹੁਣ ਫਰਜ਼ ਕਰੋ ਤੂੰ ਗੱਲ ਕਿੱਦਾਂ ਦੀ ਕਰੇਗਾ? ਹੁਣ ਉਦਾਹਰਨ ਲੈ ਲਓ, ਤੁਸੀਂ ਦਰਬਾਰ 'ਚ ਆਏ ਔਰ ਆ ਕੇ ਤੁਸੀਂ ਰੱਬਾ ਮੈਨੂੰ ਦੇ ਦੇ, ਮੇਰੀ ਝੋਲੀ ਭਰ ਦੇ, ਤਾਂ ਨਾਲ ਕੋਈ ਬੰਦਾ ਖੜਾ, ਹੋਏ ਕੀ ਦੇਖੀ ਜਾਂਦਾ, ਮੂੰਹ ਪਰੇ ਕਰ, ਉਹਨੂੰ ਧੱਕੇ ਮਾਰੀ ਜਾਣੇ। ਹੁਣ ਉਹਨੇ ਫੇਰ ਕੀ ਕਹਿਣਾ? ਇਹਦੀ ਤਾਂ ਪੂਰੀ ਨਾ ਹੋਵੇ, ਇਹ ਬੰਦਾ ਹੀ ਚੰਗਾ ਹੈ, ਰੱਬਾ ਇਹਦੀ ਨਾ ਸੁਣੀ, ਗਲਤ ਬੰਦਾ ਹੈ। ਤਾਂ ਇਦਾਂ ਦੇ ਬੰਦੇ ਨੂੰ ਮਿਲਣਾ, ਹੁਣ ਉਹ ਬੰਦਾ ਕਹੇ ਰੱਬਾ ਮੈਨੂੰ 10 ਸਾਲ ਹੋ ਗਏ ਮੰਗਦੇ ਨੂੰ, ਤਾਂ ਰੱਬ ਨੇ ਕਹਿਣਾ ਤੇਰੇ ਮੰਗਣ ਨੂੰ ਨਹੀਂ ਦੇਖਣਾ, ਇਹ ਵੀ ਮੈਂ ਦੇਖਣਾ ਤੇਰਾ ਲੋਕਾਂ ਨਾਲ ਬਿਹੇਵ ਕਿੱਦਾਂ ਦਾ ਹੈ, ਤੇਰਾ ਸੁਭਾਅ ਕਿੱਦਾਂ ਦਾ ਹੈ। ਤੂੰ ਦੂਜੇ ਦਾ ਦਿਲ ਦੁਖਾ ਰਿਹਾ, ਇੱਧਰ ਦੁਆ ਕਰ ਰਿਹਾ, ਉੱਧਰ 5 ਮਿੰਟ ਬਾਅਦ ਦੂਜਿਆਂ ਨੂੰ ਗਾਲੀ ਦੇ ਰਿਹਾ ਹੈ। ਇਹਦਾ ਮਤਲਬ ਤੂੰ ਇਕੱਲਾ ਹੀ ਮੰਗ ਰਿਹਾ ਆਪਣੇ ਵਾਸਤੇ। ਇਸ ਲਈ ਜੇ ਤੂੰ ਚਾਹੁੰਦਾ ਮੈਂ ਤੇਰੀ ਪੂਰੀ ਕਰਾਂ ਤਾਂ ਮੇਰੇ ਅੱਗੇ ਦੁਆ ਕਰ, ਤਾਂ ਕਰਮ ਇਦਾਂ ਦੇ ਕਰ ਕਿ ਦੂਜੇ ਦੇ ਅੰਦਰੋਂ ਵੀ ਦੁਆ ਨਿਕਲੇ ਕਿ ਪਰਮਾਤਮਾ ਇਹਨੂੰ ਖੁਸ਼ੀਆਂ ਤੇ ਬੰਦਾ ਬਹੁਤ ਨੇਕ ਹੈ। ਬੋਲੇ ਇਦਾਂ ਹੁੰਦਾ ਕਿ ਨਹੀਂ? ਦੁਆ ਕਦੋਂ ਨਿਕਲਦੀ ਹੈ ਤੁਹਾਡੇ ਦਿਲ ਚੋਂ? ਜਦੋਂ ਕੋਈ ਇਦਾਂ ਦਾ ਕੰਮ ਕਰੇ ਜਿਹਨਾਂ ਤੁਹਾਡਾ ਦਿਲ, ਕਹਿ ਦਿਓ, ਖੁਸ਼ ਹੁੰਦਾ ਹੈ। ਸਮਝਦੇ ਹੋ? ਤਾਂ ਉਦਾਂ ਹੀ ਕਹੀ ਜਾਵੋ ਕਿ ਭਾਈ ਮੇਰੀ ਦੁਆ ਕਰ। ਕਿਉਂ ਕਰਾਂ, ਵਿਹਲਾ ਬੈਠਾ,
ਸੋ ਮੰਗਣ ਨਾਲ ਨਹੀਂ ਦੁਆਵਾਂ ਮਿਲਦੀਆਂ, ਅੱਛੀ ਕਰਨੀ ਨਾਲ। ਸੋ ਇਹ ਗੱਲ ਹਮੇਸ਼ਾ ਯਾਦ ਰੱਖਣੀ। ਕਈ ਵਾਰ ਬਹੁਤ ਪਹਿਲਾਂ ਅਸੀਂ ਸੋਚੀਦਾ ਹੁੰਦਾ ਸੀ ਕਿ ਰੱਬ ਸਾਰਿਆਂ ਨੂੰ ਕਿਉਂ ਨਹੀਂ ਦਿੰਦਾ। ਸ਼ੁਰੂ 'ਚ ਰੱਬ ਸਾਰਿਆਂ ਨੂੰ ਕਿਉਂ ਨਹੀਂ ਦਿੰਦਾ। ਪਰ ਫਿਰ ਜਿੱਦਾਂ ਜਿੱਦਾਂ ਧਿਆਨ ਦੇ ਜ਼ਰੀਏ ਆਪਣੇ ਰੱਬ ਨੂੰ ਸਮਝਦੇ ਗਏ, ਆਪਣੇ ਮਾਲਿਕ ਨੂੰ ਸਮਝਦੇ ਗਏ, ਉਦਾਂ ਪਤਾ ਲੱਗਾ ਕਿ ਹਰ ਇਨਸਾਨ ਸਿਰਫ ਆਪਣੇ ਵਾਸਤੇ ਹੀ ਮੰਗਦਾ ਹੈ। ਹਰ ਇਨਸਾਨ ਮੰਗਦਾ ਜ਼ਰੂਰ ਹੈ, ਪਰ ਕਰਮ ਇਦਾਂ ਦੇ ਨਹੀਂ ਕਰਦਾ ਕਿ ਦੂਜਿਆਂ ਦੀ ਦੁਆ ਵੀ ਉਹਦੀ ਦੁਆ ਨਾਲ शामिल होवे। और रब दे घर दा नियम है कि जब भी कोई दो इंसान एक साथ एक ही चीज मांगेंगे तो मेरा पिता उन्हें जरूर देगा। हुण जरूर देगा दा मतलब है कोई शंका रही नहीं गई। इसलिए सोचो, जरा सोचो की चाहिए है। कामयाबी चाहिए है, तंदुरुस्ती चाहिए है, खुशी चाहिए। हुण फर्ज करो तुहानूं तंदुरुस्ती चाहिए है, उदाहरण दे रहे हैं, तंदुरुस्ती चाहिए है, ਨਾਲ ਨਾਲ ਕਰਮ ਵੀ ਇਦਾਂ ਦੇ ਕਰੋ ਕਿ ਦੂਜੇ ਵੀ ਤੁਹਾਡੀ ਤੰਦਰੁਸਤੀ ਦੀ ਦੁਆ ਕਰਨ। ਕਰਮ ਇਦਾਂ ਦੇ ਨਾ ਕਰੋ ਕਿ ਦੂਜੇ ਕਹਿਣ ਰੱਬਾ ਬੰਦਾ ਹੀ ਬੜਾ ਮਾੜਾ, ਚੱਕ ਲੈ ਜਲਦੀ ਇਹਨੂੰ, ਇਹ ਬੰਦਾ ਹੀ ਬੜਾ ਮਾੜਾ, ਇਹਦੀ ਜਲਦੀ ਖਤਮ ਕਰ ਦੇ, ਕਿਉਂਕਿ ਇਦਾਂ ਦੇ ਬੰਦੇ ਦੀ ਲੋੜ ਧਰਤੀ ਤੇ ਹੈ ਹੀ ਨਹੀਂ। ਔਰ ਤੁਸੀਂ ਮੰਗੋ ਰੱਬਾ ਮੈਨੂੰ ਲੰਬੀ ਉਮਰ ਦੇ, ਤਾਂ ਰੱਬ ਨੇ ਕਿਹਦੀ ਸੁਣਨੀ ਹੈ। ਤੁਸੀਂ 10 ਬੰਦਿਆਂ ਦਾ ਦਿਲ ਦੁਖਾਇਆ, 10 ਬੰਦੇ ਤੁਹਾਡੇ ਮਰਨ ਦੀ ਦੁਆ ਕਰ ਰਹੇ ਹੈ ਰਲ ਕੇ, ਔਰ ਤੁਸੀਂ ਇੱਕ ਆਪਣੀ ਤੰਦਰੁਸਤੀ ਦੀ ਦੁਆ ਕਰ ਰਹੇ, ਤਾਂ ਰੱਬ ਨੇ ਸੁਣਨੀ ਕਿਹਦੀ ਹੈ। ਜਵਾਬ ਦੇ ਦਿਓ। ਮਜ਼ਾ ਤਾਂ ਇਹ ਹੈ ਕਿ ਕਰਨੀ ਇਦਾਂ ਦੀ ਕਰੋ ਕਿ ਤੁਹਾਨੂੰ ਆਪਣੇ ਵਾਸਤੇ ਦੁਆ ਨਾ ਕਰਨੀ ਪਵੇ, ਬਲਕਿ ਉਹ 10 100 50 150 ਜਿੰਨਿਆਂ ਨਾਲ ਵੀ ਤੁਸੀਂ ਅੱਛਾਈ ਕਰਦੇ ਹੋ ਸਾਰੇ ਰਲ ਕੇ ਤੁਹਾਡੇ ਵਾਸਤੇ ਦੁਆ ਕਰਨ। ਤਾਂ ਲੈ ਤਾਂ ਤੁਹਾਡੀ ਉਮਰ ਤਾਂ ਫਿਰ ਦੇਖੋ ਕਿੱਦਾਂ ਬੱਲੇ ਬੱਲੇ ਹੋਏਗੀ ਤੁਹਾਡੀ, ਕੋਈ ਕਮੀ ਰਹਿ ਹੀ ਨਹੀਂ ਜਾਏਗੀ। ਜਿੱਦਾਂ ਇੱਥੇ ਸਮਝ ਲੈਣਾ, ਇੱਥੇ ਸਾਨੂੰ ਨਾ ਬੜਾ ਪਿਆਰਾ ਇੱਕ ਕਿੱਸਾ ਯਾਦ ਆ ਰਿਹਾ ਹੈ। ਇਹ ਕਿੱਸਾ ਹੈ ਇੱਕ ਭੋਲੇ ਭਾਲੇ ਬੱਚੇ ਦਾ। ਕਿਹਦਾ ਕਿੱਸਾ? ਇੱਕ ਭੋਲੇ ਭਾਲੇ ਬੱਚੇ ਦਾ। ਬੱਚਾ ਬੜਾ ਭੋਲਾ ਸੀ। ਕਹਿੰਦੇ ਉਹ ਬੱਚਾ ਬੜਾ ਭੋਲਾ ਸੀ, ਆਪਣੇ ਗਾਉਂ 'ਚ ਰਹਿੰਦਾ ਸੀ, ਉਹਦੇ ਮਾਤਾ ਪਿਤਾ ਹੈ ਨਹੀਂ ਸੀ, ਤਾਂ ਪਿੰਡ ਵਾਲਿਆਂ ਰਲ ਕੇ ਉਹਨੂੰ ਪਾਲਿਆ ਸੀ। ਬੜਾ ਸਿੱਧੇ ਸੁਭਾਅ ਦਾ, ਸਿੱਧਾ ਸਾਦਾ ਭੋਲਾ। ਇੱਕ ਦਿਨ ਉਹਨਾਂ ਕੀ ਦੇਖਿਆ ਕਿ ਉਹਨਾਂ ਦੇ ਪਿੰਡ 'ਚ ਇੱਕ ਨੋਟੰਕੀ ਆਈ। ਨੋਟੰਕੀ ਸਮਝਦੇ ਹੋ ਜਿੱਥੇ ਨਾਟਕ ਕੀਤਾ ਜਾਂਦਾ ਹੈ, ਨਾਟਕ ਕਰਨ ਵਾਲੇ ਕਲਾਕਾਰ ਆਏ। ਤਾਂ ਉਹ ਕਲਾਕਾਰਾਂ ਨੇ ਸਟੇਜ ਦੇ ਉੱਪਰ ਨਾ ਰਾਜੇ ਦਾ ਨਾਟਕ ਪੇਸ਼ ਕੀਤਾ। ਜਦੋਂ ਉਹਨਾਂ ਨਾਟਕ ਵਿੱਚ ਰਾਜੇ ਨੂੰ ਦੇਖਿਆ ਤਾਂ ਉਹ ਤੋਂ ਬੜਾ ਇਨਸਪਾਇਰ ਹੋਇਆ, ਯਾਨੀ ਬੜਾ ਅੱਛਾ ਲੱਗਾ। ਔਰ ਉਹਨੇ ਨਾਲ ਦੇ ਸਾਥੀ ਨੂੰ ਪੁੱਛਿਆ, ਇਹ ਭੋਲੇ ਦੀ ਉਮਰ 18-19 ਸਾਲ ਦੀ, ਨਾਲ ਦੇ ਸਾਥੀ ਨੂੰ ਪੁੱਛਿਆ ਉਹ ਸੱਚੀ ਰਾਜਾ ਹੁੰਦਾ ਹੈ ਜਿੱਦਾਂ ਆਹ ਨਾਟਕ ਵਿੱਚ ਦਿਖਾਇਆ ਕਿ ਸੱਚੀ ਰਾਜਾ ਹੁੰਦਾ ਹੈ? ਉਹ ਕਹਿੰਦੇ ਹਾਂ ਸੱਚੀ ਰਾਜਾ ਹੁੰਦਾ ਹੈ। ਰਾਜਾ ਸੱਚੀ ਹੁੰਦਾ ਹੈ? ਕਹਿੰਦਾ ਫਿਰ ਸਾਡਾ ਰਾਜਾ ਕਿੱਥੇ ਹੈ? ਕਿਉਂਕਿ ਜੇ ਨਾਟਕ ਵਿੱਚ ਰਾਜਾ ਇੰਨਾ ਵਧੀਆ ਹੈ, ਹਾਲਾਂਕਿ ਨਕਲੀ ਹੈ, ਤਾਂ ਜੇ ਅਸਲੀ ਰਾਜਾ ਹੋਏਗਾ ਉਹ ਕਿੱਦਾਂ ਦਾ ਹੋਏਗਾ? ਮੈਂ ਅਸਲੀ ਰਾਜੇ ਨੂੰ ਦੇਖਣਾ ਚਾਹੁੰਦਾ ਹਾਂ, ਮੈਂ ਅਸਲੀ ਰਾਜੇ ਨੂੰ ਦੇਖਣਾ ਚਾਹੁੰਦਾ ਹਾਂ। ਤਵੇ ਕਿਸੇ ਨੇ ਦੱਸਿਆ ਸਾਡਾ ਰਾਜਾ ਤਾਂ ਭਾਈ ਉਹ ਜਿੱਦਾਂ ਹੁਣ ਬੰਦਾ ਪੁੱਛੇ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਕਿੱਥੇ ਰਹਿੰਦਾ, ਬੰਦਾ ਕਹਿੰਦਾ ਦਿੱਲੀ। ਬੋਲੋ ਸਮਝਦੇ ਹੋ ਕਿ ਨਹੀਂ? ਇੱਦਾਂ ਪੁੱਛਿਆ ਕਿ ਸਾਡੇ ਦੇਸ਼ ਦਾ ਰਾਜਾ ਕਿੱਥੇ, ਉਹ ਕਹਿੰਦਾ ਫਲਾਨੀ ਬੜੇ ਸ਼ਹਿਰ 'ਚ ਰਹਿੰਦਾ ਉਹ। ਤਾਂ ਹੁਣ ਕਹਿੰਦੇ ਐ ਭੋਲੇ ਨੇ ਨਾ ਸਾਰਾ ਕੁਝ ਜਾਣਕਾਰੀ ਲੈ ਲਈ ਔਰ ਮਨ 'ਚ ਫੈਸਲਾ ਕਰ ਲਿਆ ਕਿ ਮੈਂ ਤਾਂ ਰਾਜੇ ਨੂੰ ਮਿਲਣਾ ਹੀ ਮਿਲਣਾ, ਦੇਖਣਾ ਹੀ ਦੇਖਣਾ ਹੈ। ਜੇ ਨਾਟਕ ਦਾ ਰਾਜਾ ਇਦਾਂ ਦਾ ਤਾਂ ਅਸਲੀ ਰਾਜਾ ਕਿੱਦਾਂ ਦਾ ਹੋਏਗਾ? ਇਸ ਲਈ ਮੈਂ ਮਿਲਣਾ ਹੀ, ਉਹਨੂੰ ਦੇਖਣਾ ਹੀ ਆ ਮੈਂ। ਕਹਿੰਦੇ ਗਾਉਂ ਵਾਲੇ ਤੋਂ ਵਿਦਾ ਲੈ ਕੇ ਕਹਿੰਦਾ ਮੈਂ ਸ਼ਹਿਰ ਚੱਲਾਂ। ਤਾਂ ਗਾਉਂ ਵਾਲੇ ਰਲ ਮਿਲ ਕੇ ਕਿਰਾਇਆ ਦਿੱਤਾ, ਖਰਚਾ ਦਿੱਤਾ ਕਿ ਰਸਤੇ 'ਚ ਤੈਨੂੰ ਕਿਤੇ ਲੋੜ ਪਵੇ ਤਾਂ ਸਾਰਿਆਂ ਨੇ ਥੋੜਾ ਥੋੜਾ ਪੈਸਾ ਇਕੱਠਾ ਕਰਕੇ ਖਾਣ ਪੀਣ ਨੂੰ ਪੋਟਲੀ 'ਚ ਖਾਣਾ ਵੀ ਬੰਦ ਦਿੱਤਾ ਕਿ ਜਾ ਭੋਲੇ ਚਲਾ ਜਾ, ਜੇ ਤੇਰੀ ਇੱਛਾ ਹੈ ਤਾਂ ਕਰ ਪੂਰੀ। ਹੁਣ ਭੋਲਾ ਚਲਾ ਗਿਆ। ਯਾਤਰਾ ਕਰਦੇ 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 ਉਹ ਪਹੁੰਚ ਗਿਆ ਰਾਜੇ ਦੇ ਸ਼ਹਿਰ 'ਚ। ਫਿਰ ਪੁੱਛਿਆ ਕਿ ਇੱਥੇ ਰਾਜਾ ਕਿੱਥੇ ਰਹਿੰਦਾ ਹੈ? ਤਾਂ ਪੁੱਛਦੇ ਪੁੱਛਦੇ ਰਾਜੇ ਦੇ ਮਹਿਲ ਦੇ ਦਰਵਾਜ਼ੇ ਦੇ ਵੀ ਬਾਹਰ ਖੜ ਗਿਆ। ਹੁਣ ਬਾਹਰ ਤਾਂ ਖੜ ਗਿਆ, ਅੰਦਰ ਜਾਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਸੈਨਿਕਾਂ ਨੇ ਅੰਦਰ ਨਹੀਂ ਜਾਣ ਦਿੱਤਾ। ਕਿ ਕੌਣ ਹੈ? ਇੱਕ ਪੇਂਡੂ ਇਨਸਾਨ, ਇਹਨੂੰ ਕਿੱਦਾਂ ਅੰਦਰ ਜਾਣ ਦਈਏ ਬਿਨਾਂ ਰਾਜੇ ਦੀ ਆਗਿਆ ਤੋਂ? ਇਸ ਲਈ ਮਨਾ ਕਰ ਦਿੱਤਾ। ਭੋਲੇ ਨੇ 1-2 ਵਾਰ ਕੋਸ਼ਿਸ਼ ਕੀਤੀ, ਸੈਨਿਕ ਕਹਿੰਦੇ ਇਦਾਂ ਕੋਈ ਅੰਦਰ ਨਹੀਂ ਜਾ ਸਕਦਾ। ਹੁਣ ਭੋਲਾ ਇੱਕ ਸੋਚ ਲੈ ਕੇ ਆਇਆ ਸੀ, ਇੱਕ ਲਕਸ਼ ਲੈ ਕੇ ਆਇਆ ਸੀ ਕਿ ਮੈਂ ਰਾਜੇ ਨੂੰ ਮਿਲਣਾ ਹੈ, ਉਹਨੂੰ ਮਿਲੇ ਤੋਂ ਬਿਨਾਂ ਮੈਂ ਜਾਣਾ ਹੀ ਨਹੀਂ ਹੈ। ਇਸ ਲਈ ਭੋਲੇ ਨੇ ਕੀ ਕੀਤਾ, ਗੇਟ ਦੇ ਸਾਹਮਣੇ ਪੇੜ ਸੀ, ਪੇੜ ਥੱਲੇ ਬਹਿ ਗਿਆ। ਪੇੜ ਥੱਲੇ ਬਹਿ ਗਿਆ ਕਿ ਕੋਈ ਗੱਲ ਨਹੀਂ, ਮੈਨੂੰ ਅੰਦਰ ਨਹੀਂ ਜਾਣ ਦਿੰਦੇ, ਕਦੀ ਨਾ ਕਦੀ ਰਾਜਾ ਬਾਹਰ ਤਾਂ ਆਏਗਾ, ਔਰ ਜਦੋਂ ਬਾਹਰ ਆਏਗਾ ਉਦੋਂ ਦੇਖ ਲਵਾਂਗੇ। ਰਾਜੇ ਨੂੰ ਦੇਖਣਾ ਤਾਂ ਜ਼ਰੂਰ ਹੈ। ਇੱਕ ਦਿਨ ਬੀਤ ਗਿਆ ਪਰ ਭੋਲਾ ਤਸ ਤੋਂ ਮਸ ਨਾ ਹੋਇਆ, ਕਿਉਂਕਿ ਮਕਸਦ ਹੀ ਸੀ ਕਿ ਰਾਜੇ ਨੂੰ ਦੇਖਣਾ ਹੀ ਹੈ। ਹੁਣ ਜਿੰਨਾ ਕੁ ਖਾਣਾ ਲਿਆਂਦਾ ਸੀ ਉਹ ਵੀ ਖਾਣਾ
ਰਸਤੇ 'ਚ ਕੁਝ ਸਫ਼ਰ 'ਚ ਖਾ ਲਿਆ, ਕੁਝ ਉੱਥੇ। ਪੂਰਾ ਦਿਨ ਬੀਤ ਗਿਆ, ਰਾਤ ਬੀਤ ਗਈ, ਭੋਲਾ ਉੱਥੇ ਹੀ ਬੈਠਾ ਹੈ। ਤਾਂ ਸੈਨਿਕ ਵੀ ਦੇਖੀ ਜਾਂਦੇ, ਚੰਗਾ ਨੌਜਵਾਨ ਹੈ ਇਹ, ਇਹਨੂੰ ਕੋਈ ਹੁਕਮ ਹੀ ਹੈ ਨਹੀਂ, ਇੱਥੇ ਹੀ ਬੈਠਾ ਕੱਲ ਦਾ, ਇਹਨੂੰ ਰੋਕਿਆ ਅੰਦਰ ਨਹੀਂ ਜਾਣਾ, ਤਾਂ ਬਹਿ ਗਿਆ ਡੇਰਾ ਲਾ ਕੇ। ਇੱਕ ਸੈਨਿਕ ਗਿਆ, ਉਹ ਕੀ ਕਰਦਾ ਇੱਥੇ ਬੈਠਾ? ਕਹਿੰਦਾ ਜੀ ਜਦ ਤੱਕ ਮੈਂ ਰਾਜੇ ਦਾ ਦਰਸ਼ਨ ਨਹੀਂ ਕਰ ਲੈਣਾ ਨਾ, ਬੜੀ ਦੂਰੋਂ ਆਇਆ ਇੱਕ ਆਸ ਲੈ ਕੇ ਕਿ ਰਾਜੇ ਨੂੰ ਮਿਲ ਕੇ ਹੀ ਜਾਣਾ ਹੈ, ਇਹਲੇ ਜਦ ਤੱਕ ਮੈਂ ਉਹਦਾ ਦਰਸ਼ਨ ਨਹੀਂ ਕਰ ਲੈਂਦਾ, ਰਾਜੇ ਨੂੰ ਮਿਲ ਨਹੀਂ ਲੈਂਦਾ, ਮੈਂ ਨਹੀਂ ਇੱਥੋਂ ਜਾਣਾ, ਚਾਹੇ ਤੁਸੀਂ ਮੇਰੀ ਜਾਨ ਲੈ ਲਓ। ਕਿਉਂਕਿ ਜਿਹੜਾ ਸਿੱਧਾ ਸਾਦਾ ਇਨਸਾਨ ਹੁੰਦਾ ਨਾ, ਉਹ ਜਾਨਾਂ ਦੀ ਪਰਵਾਹ ਨਹੀਂ ਕਰਦਾ, ਕਹਿੰਦਾ ਲੈ ਲਓ, ਪਰ ਜੋ ਮੈਂ ਸੋਚਿਆ ਪੂਰਾ। ਕਦੀ ਇਦਾਂ ਦਾ ਪਿਆਰ, ਇਦਾਂ ਦਾ ਵਿਸ਼ਵਾਸ ਅਸੀਂ ਵੀ ਆਪਣੇ ਮਾਲਕ ਨਾਲ ਕਰੀਏ ਨਾ, ਤਾਂ ਗੱਲ ਤਾਂ ਫਿਰ ਬਣ ਜਾਵੇ। ਬੋਲੋ ਸਮਝਦੇ ਹੋ ਕਿ ਨਹੀਂ? ਗੱਲ ਕਿੱਦਾਂ ਬਣੇ? ਧੰਨੇ ਨੇ ਕੀਤੀ ਸੀ ਨਾ ਕਿ ਇਹ ਭਗਵਾਨ ਜਦ ਤੱਕ ਦਰਸ਼ਨ ਨਹੀਂ ਦੇਣੇ, ਮੈਂ ਵੀ ਰੋਟੀ ਨਹੀਂ ਖਾਣੀ, ਤਾਂ ਭਗਵਾਨ ਨੂੰ ਵੀ ਪ੍ਰਗਟ ਹੋਣਾ ਪੈ ਗਿਆ ਸੀ। ਕਿਉਂਕਿ ਪਿਆਰ ਹੈ ਅੰਦਰ, ਪਿਆਰ ਹੋਵੇ ਤਾਂ ਪ੍ਰਮਾਤਮਾ ਮਿਲਦਾ ਹੈ, ਉਹ ਆਨੰਦ ਮਿਲਦਾ ਹੈ, ਉਹ ਖੁਸ਼ੀ ਮਿਲਦੀ ਹੈ। ਹੁਣ ਕਹਿੰਦੇ ਭੋਲਾ ਇਨਸਾਨ ਬੈਠਾ, ਹੁਣ ਇੱਕ ਦਿਨ ਤੋਂ ਦੂਜਾ ਦਿਨ ਆ ਗਿਆ, ਦੂਜੇ ਤੋਂ ਤੀਜਾ ਆ ਗਿਆ, ਤਾਂ ਸੈਨਿਕ ਵੀ ਦੇਖ ਰਹੇ ਆ ਕਿ ਵਾਕਿਆ ਭਾਈ, ਕਿਉਂਕਿ ਇਹ ਤੇ ਸ਼ੱਕ ਤਾਂ ਕੀਤਾ ਜਾ ਨਹੀਂ ਸਕਦਾ, ਕਿਉਂਕਿ ਜਸੂਸ ਹੈ, ਕਿਉਂਕਿ ਦੇਖਣ ਤੋਂ ਹੀ ਪਤਾ ਲੱਗਦਾ ਸਿੱਧਾ ਸਾਦਾ ਬੰਦਾ ਹੈ। ਇਸ ਲਈ ਉਹਨਾਂ ਨੂੰ ਵੀ ਹੁਣ ਆਉਣ ਲੱਗਾ, ਪਰ ਰਾਜੇ ਨੂੰ ਕਹਿ ਤਾਂ ਸਕਦੇ ਨਹੀਂ ਸੀ ਜਾ ਕੇ, ਕਿਉਂਕਿ ਨਿੱਕੇ ਸੈਨਿਕ ਨੇ ਬੜੇ, ਰਾਜੇ ਨੂੰ ਕੀ ਕਹਿਣਾ। ਆਖਰ ਇੱਕ ਟਾਈਮ ਆ ਗਿਆ ਜਦੋਂ ਐਲਾਨ ਹੋਇਆ ਕਿ ਰਾਜਾ ਸ਼ਹਿਰ ਦੇਖਣ ਵਾਸਤੇ, ਯਾਨੀ ਨਗਰ ਭ੍ਰਮਣ ਵਾਸਤੇ, ਭ੍ਰਮਣ ਦਾ ਮਤਲਬ ਨਗਰ 'ਚ ਘੁੰਮਣ ਵਾਸਤੇ ਆ ਰਿਹਾ ਹੈ, ਸੈਰ ਵਾਸਤੇ ਆ ਰਿਹਾ ਹੈ। ਹੁਣ ਜਦੋਂ ਸੈਨਿਕਾਂ ਨੂੰ ਕਿਹਾ, ਪਤਾ ਲੱਗਾ ਕਿ ਦਰਵਾਜ਼ਾ ਖੋਲੋ, ਤਾਂ ਇੱਕ ਸੈਨਿਕ ਦੌੜ ਕੇ ਗਿਆ, ਭੋਲਿਆ ਤਿਆਰ ਹੋ ਜਾ, 3 ਦਿਨ ਤੋਂ ਬੈਠਾ ਜਿਸ ਰਾਜੇ ਨੂੰ ਦੇਖਣ, ਉਹ ਰਾਜੇ ਦੀ ਸਵਾਰੀ ਆ ਰਹੀ ਹੈ, ਤੈਨੂੰ ਤਾਂ ਦੱਸ ਦਿੱਤਾ ਕਿਉਂਕਿ ਹੁਣ ਅਸੀਂ ਵੀ ਚਾਹੁੰਦੇ ਹਾਂ, 3 ਦਿਨ ਤੋਂ ਭੁੱਖਾ ਪਿਆਸਾ ਇੱਥੇ ਬੈਠਾ ਹੈ, ਤੈਨੂੰ ਵੀ ਦਰਸ਼ਨ ਹੋ ਜਾਵੇ। ਭੋਲੇ ਨੂੰ ਤਾਂ ਚਾਹ ਚੜ ਗਿਆ, ਭੁੱਖ ਪਿਆਸ ਭੁੱਲ ਗਈ, ਔਰ ਉੱਠ ਕੇ ਖੜ ਗਿਆ, ਔਰ ਪੂਰਾ ਧਿਆਨ ਗੇਟ ਵੱਲ ਹੈ, ਦਰਵਾਜ਼ੇ ਵੱਲ ਹੈ। ਆਖਿਰ ਜਦੋਂ ਰਾਜਾ ਰੱਥ 'ਚ ਸਵਾਰ ਹੋ ਕੇ ਆਇਆ, ਤਾਂ ਭੋਲੇ ਨੇ ਦੇਖਿਆ, ਭੋਲੇ ਨੇ ਦੇਖਿਆ ਰਾਜਾ ਕੋਲ ਦੀ ਲੰਘਾ। ਭੋਲਾ ਕਹਿੰਦਾ ਵਾਹ, ਨਜ਼ਾਰਾ ਆ ਗਿਆ, ਆਨੰਦ ਆ ਗਿਆ ਰਾਜੇ ਨੂੰ ਦੇਖ ਕੇ, ਪਰ ਐਡੀ ਦੂਰੋਂ ਆਇਆ ਸੀ, 3 ਦਿਨ ਦਾ, ਅੱਖਾਂ ਪਿਆਸੀਆਂ ਸੀ ਦਰਸ਼ਨਾਂ ਦੀਆਂ, ਇਸ ਲਈ ਇੱਕ ਵਾਰ ਦੇਖ ਕੇ ਰੱਜ ਨਹੀਂ ਆਇਆ। ਹੁਣ ਕੀ ਕੀਤਾ ਉਸਨੇ? ਰਾਜੇ ਦਾ ਰੱਥ ਦੌੜ ਰਿਹਾ, ਤਾਂ ਭੋਲਾ ਵੀ ਨਾਲ ਨਾਲ ਰਾਜੇ ਨੂੰ ਦੇਖਦਾ ਦੇਖਦਾ ਦੌੜ ਰਿਹਾ ਹੈ। ਉਹ ਰਾਜਾ ਦੇਖ ਰਿਹਾ, ਕਮਾਲ ਦੀ ਗੱਲ ਆ, ਬਾਕੀ ਖੜੇ ਲੋਕ ਨਮਸਕਾਰ ਕਰ ਰਹੇ ਆ, ਇਹ ਕੌਣ ਹੈ ਜਿਹੜਾ ਨਾਲ ਨਾਲ ਹੀ ਦੌੜਾਂ ਲਾਈਆਂ ਹੋਈਆਂ ਹੈ? ਕਿਉਂਕਿ ਜਦੋਂ ਹੁਣ ਇਦਾਂ ਕੋਈ ਨਾਲ ਨਾਲ ਦੌੜੇ ਤਾਂ ਧਿਆਨ ਤਾਂ ਜਾਂਦਾ ਕਿ ਨਹੀਂ, ਕਿਉਂਕਿ ਕੁਝ ਸਪੈਸ਼ਲ ਕਰ ਰਿਹਾ ਉਹ। ਜੇ ਖੜ ਕੇ ਹੀ ਦਰਸ਼ਨ ਕਰਦਾ ਤੇ ਇਹ ਤਾਂ ਸਾਰੀ ਦੁਨੀਆ ਕਰ ਰਹੀ ਹੈ। ਇਸ ਲਈ ਰੱਬ ਦੀਆਂ ਨਜ਼ਰਾਂ ਜਾਣ ਵਾਸਤੇ ਵੀ ਸਾਨੂੰ ਕੁਝ ਸਪੈਸ਼ਲ ਕਹਿ ਦਿਓ ਕਰਨਾ ਪੈਣਾ ਹੈ, ਫੇਰ ਹੀ ਉਹਦੀਆਂ ਨਜ਼ਰਾਂ ਚਾਵਾਂਗੇ। ਹੁਣ ਜੇ ਰੱਬਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਆ, ਤੇ ਤਾਂ ਸਾਰੀ ਦੁਨੀਆ ਹੀ ਕਹਿੰਦੀ ਹੈ, ਉਹ ਜੇ ਵਾਕਿਆ ਹੀ ਤੂੰ ਚਾਹੁੰਦਾ ਰੱਬ ਮੈਨੂੰ ਪਿਆਰ ਕਰੇ, ਤਾਂ ਫਿਰ ਤੈਨੂੰ ਕੁਝ ਸਪੈਸ਼ਲ ਦੁਨੀਆ ਤੋਂ ਹਟ ਕੇ ਕਰਨਾ ਪੈਣਾ, ਤਾਂ ਕਿ ਰੱਬ ਨੂੰ ਲੱਗੇ ਕਿ ਜੋ ਸਾਰੀ ਦੁਨੀਆ ਕਰ ਰਹੀ ਹੈ, ਉਹ ਇਹ ਤਾਂ ਉਹ ਤੋਂ ਡਿਫਰੈਂਟ ਕਰ ਰਿਹਾ, ਇਹ ਤਾਂ ਹੈ ਹੀ ਦੁਨੀਆ ਤੋਂ ਅਲੱਗ। ਫਿਰ ਆਪਣੇ ਆਪ ਉਹਦੀ ਨਜ਼ਰ ਸਾਡੇ ਤੇ, ਕਿਉਂਕਿ ਸਪੈਸ਼ਲ ਤੇ ਨਜ਼ਰ ਜਾਣੀ ਹੈ ਕਿ ਨਹੀਂ। ਹੁਣ ਭੋਲਿਆ ਵੀ ਕੀ ਕਰ ਰਿਹਾ ਹੈ? ਰਾਜਾ ਰੱਥ ਤੇ ਹੈ, ਉਹ ਲੋਕ ਤਾਂ ਖੜ ਕੇ ਦਰਸ਼ਨ ਕਰ ਰਹੇ ਹੈ, ਰਾਜੇ ਨੂੰ ਖੜੇ ਖੜੇ ਨਮਸਕਾਰ ਕਰ ਰਹੇ ਹੈ, ਪਰ ਭੋਲੇ ਨੂੰ ਐਡੀ ਦੂਰੋਂ ਆਇਆ ਹਾਂ, ਫੇਰ ਪਤਾ ਨਹੀਂ ਕਦੋਂ ਦਰਸ਼ਨ ਹੋਵੇ। ਇਸ ਲਈ ਹੁਣ ਮੌਕਾ ਹੈ ਕਿ ਜਿੰਨਾ ਚਿਰ ਰਾਜੇ ਦਾ ਰੱਥ ਘੁੰਮਣਾ, ਮੈਂ ਵੀ ਦਿਲ ਭਰ ਕੇ ਰਾਜੇ ਦਾ ਦਰਸ਼ਨ ਕਰਨਾ ਹੈ। ਹੁਣ ਕਹਿੰਦੇ ਭੋਲਾ ਨਾਲ ਨਾਲ ਦੌੜ ਰਿਹਾ ਹੈ। ਜਦੋਂ ਇਦਾਂ ਹੀ ਦੌੜਦੇ ਦੌੜਦੇ ਨੂੰ ਸਮਝ ਲਓ 1.5 ਕਿਲੋਮੀਟਰ ਹੋ ਗਿਆ, ਤਾਂ ਰਾਜੇ ਨੇ ਸਾਰਥੀ ਨੂੰ ਕਿਹਾ ਰੱਥ ਰੋਕ। ਆਹ ਨੌਜਵਾਨ ਬੜਾ ਨਾਲ ਨਾਲ ਦੌੜਿਆ, ਇਹਨੂੰ ਕੋਈ ਚੀਜ਼ ਦੀ ਲੋੜ ਹੈ, ਕਿਉਂਕਿ ਆਈ ਜਾਂਦਾ ਵੀ ਸ਼ਾਇਦ ਇਹਨੂੰ ਕੋਈ ਚੀਜ਼ ਚਾਹੀਦੀ ਹੋਵੇ, ਇਹਨੂੰ ਕੋਈ ਪੈਸਾ ਚਾਹੀਦਾ ਹੋਵੇ, ਕੋਈ ਕੱਪੜਾ ਚਾਹੀਦਾ ਹੋਵੇ, ਜਿਹੜਾ ਨਾਲ ਨਾਲ ਦੌੜ ਰਿਹਾ ਕੁਝ ਮੰਗਣਾ ਹੋਵੇ ਨਾ। ਤਾਂ ਸਪੈਸ਼ਲ ਰਾਜੇ ਨੇ ਰੱਥ ਰੁਕਾਇਆ। ਹੁਣ ਫਿਰ ਕਵਾਂਗੇ ਕਿ ਜਦੋਂ ਤੁਸੀਂ ਵੀ ਕੋਈ ਸਪੈਸ਼ਲ ਕਰੋਗੇ ਨਾ, ਤਾਂ ਰੱਬ ਵੀ ਕਹੇਗਾ ਰੋਕੋ ਰੱਥ, ਪੁੱਛੋ ਮੇਰੇ ਪਿਆਰੇ ਨੂੰ ਚਾਹੀਦਾ ਕੀ ਹੈ, ਨਾਲ ਨਾਲ ਦੌੜ ਕਿਉਂ ਰਿਹਾ ਇਹ ਪਿਆਰ ਹੈ, ਕਿਉਂਕਿ ਸਪੈਸ਼ਲ ਕਰ ਰਿਹਾ ਕੁਛ। ਹੁਣ ਰੱਥ ਰੋਕਿਆ, ਸੈਨਿਕ ਗਿਆ, ਭੋਲਾ ਜਦੋਂ ਰੱਥ ਨੂੰ ਰੋਕਿਆ ਦੇਖਿਆ ਭੋਲਾ ਵੀ ਰੁਕ ਗਿਆ, ਕਿਉਂਕਿ ਰਾਜੇ ਦੇ ਦਰਸ਼ਨਾਂ ਨੂੰ ਤਾਂ ਦੌੜ ਰਿਹਾ ਸੀ, ਇਹ ਲਈ ਰੁਕ ਗਿਆ, ਰਾਜੇ ਨੂੰ ਦੇਖ ਰਿਹਾ ਹੈ। ਸੈਨਿਕ ਆਏ, ਕਹਿੰਦੇ ਹਾਂ ਵੀ ਨੌਜਵਾਨ ਕੀ ਨਾਮ ਹੈ ਤੇਰਾ? ਕਹਿੰਦਾ ਜੀ ਲੋਕ ਮੈਨੂੰ ਭੋਲਾ ਕਹਿੰਦੇ, ਮੇਰਾ ਨਾਮ ਭੋਲਾ ਹੈ। ਕਹਿੰਦੇ ਤੂੰ ਰਾਜੇ ਦੇ ਰੱਥ ਦੇ ਨਾਲ ਨਾਲ ਦੌੜ ਰਿਹਾ ਹੈ, ਕੋਈ ਚਾਹੀਦਾ ਹੈ ਤੈਨੂੰ, ਕਿਸੇ ਚੀਜ਼ ਦੀ ਲੋੜ ਹੈ? ਕਿਉਂਕਿ ਮਹਾਰਾਜ ਪੁੱਛ ਰਹੇ ਤੈਨੂੰ ਪੈਸਾ ਚਾਹੀਦਾ, ਕੱਪੜਾ ਚਾਹੀਦਾ, ਕੀ ਚਾਹੀਦਾ ਹੈ, ਦੱਸ ਤੈਨੂੰ ਕੀ ਚਾਹੀਦਾ ਹੈ। ਉਸ ਲਈ ਉਹਨਾਂ ਭੋਲੇ ਨੇ ਬੜੇ ਮੁਸਕਰਾ ਕੇ ਕਿਹਾ, ਕਹਿੰਦਾ ਮੈਨੂੰ ਨਾ ਕੱਪੜਾ ਚਾਹੀਦਾ ਨਾ ਪੈਸਾ ਚਾਹੀਦਾ ਹੈ, ਬਸ ਮੈਨੂੰ ਆ ਰਾਜਾ ਚਾਹੀਦਾ ਤੇ ਦਰਸ਼ਨ ਚਾਹੀਦੇ ਆ, ਇਹ ਲਈ ਦਰਸ਼ਨ ਕਰਨ ਦਿਓ, ਮੇਰੇ ਮੂਹਰੇ ਨਾ ਆਓ। ਉਹ ਕਹਿੰਦੇ ਦੌੜ ਕਿਉਂ ਰਿਹਾ?
ਕਹਿੰਦਾ ਰਾਜੇ ਨੂੰ ਦੇਖਣ ਵਾਸਤੇ ਦੌੜ ਰਿਹਾ ਭਾਈ, ਮੈਂ ਐਡੀ ਦੂਰੋਂ ਆਇਆ, 3 ਦਿਨ ਤੋਂ ਭੁੱਖਾ ਪਿਆਸਾ ਬੈਠਾ ਸੀ, ਔਰ ਅੱਜ ਰਾਜਾ ਸਾਹਮਣੇ ਆਇਆ ਤਾਂ ਮੈਂ ਦਿਲ ਭਰ ਕੇ ਦਰਸ਼ਨ ਕਰਨਾ ਆ। ਇਸ ਕਰਕੇ ਮੇਰੀ ਕੋਈ ਇੱਛਾ ਨਹੀਂ ਹੈ ਕਿ ਰਾਜੇ ਤੋਂ ਮੈਨੂੰ ਕੋਈ ਪੈਸਾ ਮਿਲੇ, ਕੋਈ ਕੱਪੜਾ ਮਿਲੇ, ਕੋਈ ਚੀਜ਼ ਮਿਲੇ, ਮੈਂ ਤਾਂ ਬਸ ਦਰਸ਼ਨ ਕਰਨੇ ਆ। ਸੈਨਿਕ ਗਏ ਕਿਉਂਕਿ ਰਾਜਾ ਦੇਖ ਰਿਹਾ ਸੀ। ਜਦੋਂ ਉਹਨਾਂ ਸਾਰੀ ਗੱਲ ਕਹੀ ਤਾਂ ਰਾਜੇ ਨੇ ਕਿਹਾ, ਕੀ ਕਹਿੰਦਾ ਇਹ ਨੌਜਵਾਨ, ਕੀ ਨਾਮ ਹੈ ਇਸਦਾ? ਕਹਿੰਦੇ ਜੀ ਭੋਲਾ। ਕਹਿੰਦੇ ਕਹਿੰਦਾ ਕੀ ਹੈ? ਸਾਰੀ ਗੱਲ ਦੱਸੀ ਕਿ ਮੈਂ ਪੈਸੇ ਵਾਸਤੇ ਨਹੀਂ ਦੌੜ ਰਿਹਾ, ਕਿਸੇ ਚੀਜ਼ ਵਾਸਤੇ ਨਹੀਂ ਦੌੜ ਰਿਹਾ, ਕੱਪੜੇ ਵਾਸਤੇ ਨਹੀਂ ਦੌੜ ਰਿਹਾ, ਉਹ ਮੈਂ ਤਾਂ ਰਾਜੇ ਦੇ ਦਰਸ਼ਨਾਂ ਵਾਸਤੇ ਦੌੜ ਰਿਹਾ, ਕਿਉਂਕਿ 3 ਦਿਨ ਤੋਂ ਭੁੱਖਾ ਪਿਆਸਾ ਦਰਵਾਜ਼ੇ ਦੇ ਬਾਹਰ ਬੈਠਾ ਸੀ, ਸੈਨਿਕ ਅੰਦਰ ਨਹੀਂ ਜਾਣ ਦਿੰਦੇ ਸੀ, ਅੱਜ ਦਰਸ਼ਨ ਹੋਇਆ ਹੈ। ਇਸ ਕਰਕੇ ਹੁਣ ਜਦ ਤੱਕ ਮੇਰੀਆਂ ਅੱਖਾਂ ਨਹੀਂ ਰੱਜ ਜਾਂਦੀਆਂ ਮੈਂ ਤਾਂ ਦਰਸ਼ਨ ਹੀ ਕਰਨੇ, ਮੈਨੂੰ ਕੁਝ ਨਹੀਂ ਚਾਹੀਦਾ, ਮੈਂ ਦੇਖਣ ਆਇਆ ਸੀ, ਦੇਖਣਾ ਹੀ ਹੈ ਬਸ। ਕਹਿੰਦੇ ਜਦੋਂ ਇੰਨੀ ਗੱਲ ਕਹੀ, ਰਾਜਾ ਕਹਿੰਦਾ ਕਮਾਲ ਦੀ ਗੱਲ ਹੈ, ਇੰਨਾ ਪਿਆਰ, ਮੇਰੇ ਦਰਸ਼ਨਾਂ ਦੀ ਖਾਤਰ ਦੌੜ ਰਿਹਾ, ਨਹੀਂ ਤਾਂ ਦੁਨੀਆ ਤਾਂ ਮੰਗਦੀ ਹੈ। ਹੁਣ ਸੱਚ ਦੱਸਿਓ, ਰੱਬ ਮਿਲ ਜਾਵੇ, ਰੱਬ ਕਹੇ 10 ਬੱਚਾ ਕੀ ਚਾਹੀਦਾ ਹੈ, ਤਾਂ ਬੰਦੇ ਨੇ ਕਹਿਣਾ ਇੱਕ ਲੋਟਰੀ ਕੱਢ ਦਿਓ 100 ਕਰੋੜ ਦੀ, ਜਾਂ ਮੈਨੂੰ ਆਹ ਦੇ ਦਿਓ, ਮੈਨੂੰ ਉਹ ਦੇ ਦਿਓ। ਕਮਾਲ ਦੀ ਗੱਲ ਹੈ, ਦੁਨੀਆ ਹੀ ਮੰਗੀ ਜਾਣੀ। ਜਿਹੜਾ ਸਮਝਦਾਰ ਉਹਨਾਂ ਕਹਿਣਾ ਬਸ ਮੈਨੂੰ ਤਾਂ ਤੂੰ ਚਾਹੀਦਾ ਹੈ। ਇਹ ਉਦਾਹਰਨ ਆਪਣੇ ਜੀਵਨ ਇਹਨੂੰ ਦੇਖੋ, ਸਮਝ ਕੇ ਦੇਖੀਏ ਚੀਜ਼ ਨੂੰ ਕਿ ਰਾਜਾ ਕਹਿੰਦਾ ਕਮਾਲ ਦੀ ਇੰਨਾ ਪਿਆਰ, ਕਿਉਂਕਿ ਪਿਆਰ ਦਾ ਪਤਾ ਪਿਆਰ ਤੋਂ ਹੀ ਲੱਗਦਾ ਹੈ। ਹਾਂ ਫਿਰ ਉਹਦੀ ਮੌਜ ਹੈ, ਜੋ ਮਰਜ਼ੀ ਦੇਈ ਜਾਵੇ ਉਹਦੀ ਮੌਜ ਹੈ, ਕਿਉਂਕਿ ਮੈਂ ਤਾਂ ਉਹਨੂੰ ਮੰਗਣਾ ਹੈ, ਬਾਕੀ ਉਹਦੀ ਮੌਜ ਪੂਰੀ ਦੁਨੀਆ ਮੇਰੇ ਕਦਮਾਂ 'ਚ ਰੱਖ ਦੇਵੇ ਤਾਂ ਉਹਦੀ ਮੌਜ ਹੈ, ਕਿਉਂਕਿ ਮੇਰੇ ਅੰਦਰੋਂ ਤਾਂ ਇੱਕੋ ਹੀ ਹੈ, ਮੈਨੂੰ ਤੂੰ ਚਾਹੀਦਾ, ਤੇਰੇ ਦਰਸ਼ਨ ਚਾਹੀਦੇ। ਦਰਸ਼ਨ ਦੇਖ ਜੀਵਾਂ ਗੁਰੂ, ਕੀ ਕਹਿੰਦੀ ਹੈ ਗੁਰਬਾਣੀ? ਦਰਸ਼ਨ ਦੇਖ ਜੀਵਾਂ ਗੁਰੂ ਤੇਰਾ, ਪੂਰਨ ਕਰਮ ਹੋਵੇ ਪ੍ਰਭੂ, ਕਿ ਮੈਂ ਤਾਂ ਤੇਰੇ ਦਰਸ਼ਨ ਕਰਨੇ, ਕਿਉਂਕਿ ਤੇਰੇ ਦਰਸ਼ਨ ਦੇ ਨਾਲ ਹੀ ਮੇਰੇ ਸਾਰੇ ਕਰਮ ਪੂਰਨ, ਜੋ ਵੀ ਮੇਰੀਆਂ ਕਮੀਆਂ ਹੈ ਸਾਰੀਆਂ ਸੰਪੂਰਨ ਹੋ ਜਾਣੀਆਂ ਤੇਰੇ ਦਰਸ਼ਨਾਂ ਦੇ ਨਾਲ ਹੀ, ਕਿਉਂਕਿ ਮੈਨੂੰ ਤੇ ਕੋਈ ਤਾਂਗ ਹੈ ਤੇਰੀ, ਤਾਂ ਬਾਕੀ ਅੱਗੇ ਜੋ ਮਰਜ਼ੀ ਤੇਰੀ, ਜੋ ਮਰਜ਼ੀ ਕਰ, ਕਿਉਂਕਿ ਮੈਂ ਤਾਂ ਤੈਨੂੰ ਮੰਗਦਾ ਹਾਂ, ਔਰ ਜਿਹੜਾ ਉਹਨੂੰ ਮੰਗ ਲੈਂਦਾ ਹੈ। ਫਰੀਦਾ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਉਹ ਜੇ ਤੂੰ ਮੇਰਾ ਹੋ ਲਵੇਂ ਸਭ ਜਗ ਤੇਰਾ। ਦੇਖੋ ਬਾਬਾ ਫਰੀਦ ਵੀ ਇਹੀ ਗੱਲ ਕਹਿੰਦੇ, ਤੂੰ ਉਹਦਾ ਹੋ ਜਾ, ਉਹ ਕੱਲੀ ਕੱਲੀ ਦੁਨੀਆ ਦੀ ਸ਼ੈ ਨਾ ਮੰਗ, ਦੁਨੀਆ ਨਾ ਮੰਗ, ਓਏ ਉਹਨੂੰ ਮੰਗ ਲੈ, ਉਹਦਾ ਹੋ ਜਾ, ਦੁਨੀਆ ਦਾ ਤੇਰੇ ਕਦਮਾਂ 'ਚ ਹੋਏਗੀ, ਕਿਉਂਕਿ ਜੇ ਤੂੰ ਮੇਰਾ ਹੋ ਲਵੇਂ ਤਾਂ ਰੱਬ ਕਹਿੰਦਾ ਸਭ ਜਗ ਤੇਰਾ, ਇਹ ਸਾਰਾ ਕੁਝ ਤੇਰਾ। ਪਰ ਇਹੀ ਗੱਲ ਹੈ, ਬੰਦਾ ਉਹਨੂੰ ਪਿਆਰ ਕਰਨ ਦੀ ਬਜਾਏ, ਉਹਨੂੰ ਮੰਗਣ ਦੀ ਬਜਾਏ ਦੁਨੀਆ ਦੇ ਪਿੱਛੇ ਦੌੜਦਾ ਰਹਿੰਦਾ, ਆਹ ਮਿਲ ਜਾਵੇ ਉਹ ਮਿਲ ਜਾਵੇ। ਤਾਂ ਹੀ ਤਾਂ ਜਿੱਦਾਂ ਕਹਿੰਦੇ ਆ ਨਾ ਕਿ ਦੁਬਿਧਾ ਮੇ ਦੋਨੋਂ ਗਏ, ਮਾਇਆ ਮਿਲੀ ਨਾ ਰਾਮ। ਬੋਲੋ ਸਮਝਦੇ ਹੋ ਕਿ ਨਹੀਂ? ਕਿ ਜਦੋਂ ਦੁਨੀਆ ਨੂੰ ਮੰਗਦੇ ਚਲੇ ਜਾਂਦੇ ਆ ਤਾਂ ਟਾਈਮ ਆਂਦਾ ਹੈ ਕਿ ਦੁਨੀਆ ਲੱਗਦਾ ਤਾਂ ਹੈ ਮਿਲ ਗਈ, ਪਰ ਇੱਕ ਟਾਈਮ ਆਂਦਾ ਜਦੋਂ ਪਤਾ ਲੱਗਦਾ ਹੱਥ ਤਾਂ ਮੇਰੇ ਖਾਲੀ ਦੇ ਖਾਲੀ ਹੈ, ਮਿਲਿਆ ਤਾਂ ਕੁਝ ਵੀ ਨਹੀਂ, ਮੈਂ ਤਾਂ ਸਭ ਕੁਝ ਗਵਾ ਕੇ ਜਾ ਰਿਹਾ। ਕਹਿਤ ਕਬੀਰ ਅੰਤ ਕੀ ਬਾਰੀ, ਹਾਥ ਝਾੜ ਜੂ ਚਲਾ ਜੁਆਰੀ। ਕਹਿੰਦੇ ਜੁਆਰੀ ਘਰੋਂ ਬਹੁਤ ਕੁਝ ਲੈ ਕੇ ਆਂਦਾ ਹੈ, ਪਰ ਦਾਓ ਗਲਤ ਲਾ ਦਿੰਦਾ ਹੈ ਤਾਂ ਸਭ ਕੁਝ ਗਵਾ ਕੇ ਹੱਥ ਝਾੜ ਦੋ, ਲੈ ਵੀ ਗਿਆ ਸਭ ਕੁਝ, ਔਰ ਖਾਲੀ ਤੁਰ ਪੈਂਦਾ। ਇਹੀ ਹਾਲ ਬੰਦੇ ਦਾ ਹੁੰਦਾ ਹੈ। ਬੰਦਾ ਜਨਮ ਲੈਂਦਾ ਤਾਂ ਬਹੁਤ ਕੁਝ ਲੈ ਕੇ ਆਂਦਾ ਹੈ, ਸਵਾਸਾਂ ਦਾ ਧਨ, ਉਹ ਰੱਬ ਦੀਆਂ ਰਹਿਮਤਾਂ ਦਾ ਧਨ, ਪਰ ਜੇ ਦਾਓ ਹੀ ਜੀਵਨ ਦਾ ਗਲਤ ਲੱਗ ਜਾਵੇ, ਗਲਤ ਦਿਸ਼ਾ ਨੂੰ ਫੜ ਲਵੇ, ਤਾਂ ਫਿਰ ਸਭ ਕੁਝ ਗਵਾ ਕੇ ਚਲਾ ਜਾਂਦਾ ਹੈ। ਇਸ ਲਈ ਕਈ ਗਵਾ ਕੇ ਜਾਂਦੇ ਐ ਤਾਂ ਕਈ ਵਧਾ ਕੇ ਜਾਂਦੇ ਐ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਗੁਰੂਆਂ ਰਹਿਬਰਾਂ ਨੇ ਵਧਾਇਆ। ਆਏ ਬੀਜ ਸੀ ਬਣੇ ਬ੍ਰਿਕਸ਼, ਆਏ ਪੱਥਰ ਦੀ ਤਰ੍ਹਾਂ ਸੀ ਔਰ ਭਗਵਾਨ ਦੀ ਮੂਰਤ ਪ੍ਰਗਟ ਕਰਕੇ ਗਏ। ਔਰ ਇੱਕ ਪਾਸੇ ਇਨਸਾਨ ਹੈ, ਆਂਦਾ ਕੁਛ ਹੈ ਤਾਂ ਜਾਂਦਾ ਕੁਛ ਹੋ ਕੇ ਹੈ। ਸਮਝਦੇ ਹੋ ਕਿ ਨਹੀਂ? ਇਸ ਕਰਕੇ ਦਾਓ ਸਹੀ ਲਾਣਾ ਹੈ, ਸਹੀ ਦਿਸ਼ਾ ਨੂੰ ਪਕੜਨਾ ਹੈ, ਫੇਰ ਹੀ ਸਾਡੇ ਜੀਵਨ 'ਚ ਖੁਸ਼ੀਆਂ ਆਣਗੀਆਂ, ਕਾਮਯਾਬੀ ਆਏਗੀ। ਇਸ ਲਈ ਭੋਲੇ ਇਨਸਾਨ ਨੇ ਦਾਓ ਸਹੀ ਲਾਇਆ। ਦੇਖੋ ਸੀਗਾ ਭੋਲਾ ਪਰ ਸਭ ਤੋਂ ਬੜਾ ਕੰਮ ਕਰ ਲਿਆ। ਦੁਨੀਆ ਨਹੀਂ ਚਾਹੀਦੀ, ਪੈਸਾ ਨਹੀਂ ਚਾਹੀਦਾ, ਕੁਝ ਨਹੀਂ ਚਾਹੀਦਾ, ਮੈਂ ਤਾਂ ਦਰਸ਼ਨ ਕਰਨੇ ਆ, ਦਰਸ਼ਨ ਕਰਨ ਦਿਓ, ਕਿਉਂਕਿ ਬਹੁਤ ਦੂਰੋਂ ਆਇਆ ਹਾਂ। ਰਾਜ ਨੇ ਕਿਹਾ ਇੰਨਾ ਪਿਆਰ, ਥੋੜਾ ਹੋਰ ਦੇਖ ਲਈਏ। ਫਿਰ ਰਾਜ ਨੇ ਸਾਰਥੀ ਰੱਥ ਤੋਰ, ਰੱਥ ਤੁਰਿਆ, ਭੋਲਾ ਫੇਰ ਦੌੜ ਪਿਆ, ਦੌੜਦਾ ਗਿਆ, ਦੌੜਦਾ ਗਿਆ, ਦੌੜਦਾ ਗਿਆ। ਹੁਣ ਆਖਰ 3 ਦਿਨਾਂ ਦਾ ਭੁੱਖਾ ਪਿਆਸਾ ਸੀ। ਆਖਰ ਦੌੜਦਾ ਦੌੜਦਾ ਇੱਕ ਜਗ੍ਹਾ ਆਇਆ ਕਿ ਜਿੱਥੇ ਠੋਕਰ ਲੱਗੀ ਗਿਰਿਆ। ਜਿੱਦਾਂ ਹੀ ਗਿਰਿਆ ਰਾਜੇ ਨੇ ਸਾਥੀਓ ਰੋਕ ਰੱਥ, ਸੈਨਿਕ ਪੁੱਛੋ। ਦੇਖਿਆ ਭੋਲਾ ਥੋੜਾ ਜਿਹਾ, ਕਿਉਂਕਿ ਦੇਖ ਤਾਂ ਰਿਹਾ ਸੀ ਪਰ ਭੁੱਖ ਪਿਆਸ ਕਰਕੇ ਗਿਰ ਗਿਆ। ਸੈਨਿਕਾਂ ਨੇ ਜਦੋਂ ਦੇਖਿਆ ਭੋਲੇ ਦੇ ਬੁੱਲ ਸੁੱਕੇ ਹੋਏ ਐ, ਪਾਣੀ ਪਿਲਾਇਆ। ਪੁੱਛਿਆ ਭੋਲਿਆ ਕੀ ਗੱਲ ਹੋ ਗਈ? ਉਹ ਕਹਿੰਦਾ ਕੁਛ ਨਹੀਂ,
ਬਸ ਮੈਨੂੰ ਦਰਸ਼ਨ ਕਰਨ ਦਿਓ, ਦਰਅਸਲ ਮੈਂ 3 ਦਿਨ ਤੋਂ ਭੁੱਖਾ ਹਾਂ, ਚੱਕਰ ਆ ਕੇ ਗਿਰ ਗਿਆ, ਪਰ ਮੈਂ ਰੁਕਣਾ ਨਹੀਂ ਹੈ, ਜਾਨ ਬੇਸ਼ੱਕ ਚਲੀ ਜਾਵੇ, ਰਾਜੇ ਦੇ ਦਰਸ਼ਨ ਜ਼ਰੂਰ ਕਰਨੇ ਆ। ਜਦੋਂ ਸੈਨਿਕਾਂ ਨੇ ਗੱਲ ਰਾਜੇ ਨੂੰ ਕਹੀ ਤਾਂ ਰਾਜਾ ਕਹਿੰਦਾ ਹਟੋ ਪਿੱਛੇ, ਉਹ ਮੰਗਾਓ ਘੋੜਾ, ਘੋੜਾ ਮੰਗਾਓ। ਉਹ ਜੇ ਮੇਰੀ ਖਾਤਰ ਜਾਨ ਦੇਣ ਨੂੰ ਤਿਆਰ ਹੈ ਤਾਂ ਹੁਣ ਇਹ ਪੈਦਲ ਨਹੀਂ ਚਲੇਗਾ, ਅੱਜ ਤੋਂ ਘੋੜੇ ਤੇ ਸਵਾਰ ਹੋ ਕੇ ਮੇਰੇ ਨਾਲ ਚਲੇਗਾ ਇਹ, ਕਿਉਂਕਿ ਰੁਤਬਾ ਇਹਨਾਂ ਨੂੰ ਮਿਲਦਾ ਹੈ। ਜਿੱਥੇ ਤੱਕ ਸ਼ਾਇਦ ਕੋਈ ਸੈਨਿਕ, ਕੋਈ ਕਰਮਚਾਰੀ ਨਹੀਂ ਪਹੁੰਚਿਆ, ਭੋਲਾ ਆਪਣੇ ਪ੍ਰੇਮ ਨਾਲ ਦੇਖੋ ਜ਼ਮੀਨ ਤੋਂ ਘੋੜੇ ਤੇ ਬਹਿ ਗਿਆ, ਘੋੜਾ ਮੰਗਾਇਆ ਗਿਆ, ਘੋੜੇ ਤੇ ਸਵਾਰ ਕੀਤਾ। ਰਾਜੇ ਨੇ ਕਿਹਾ ਪਹਿਲਾਂ ਖਾਣਾ ਖਿਲਾਓ ਇਹਨੂੰ, ਜੇ ਮੈਨੂੰ ਇੰਨਾ ਪਿਆਰ ਕਰਦਾ ਹੈ, ਮੇਰੀ ਖਾਤਰ ਜਾਨ ਦੇ ਸਕਦਾ ਹੈ, ਤਾਂ ਹੁਣ ਮੈਂ ਵੀ ਦੱਸਦਾ ਕਿ ਮੈਂ ਇਹਦੀ ਖਾਤਰ ਕੀ ਕਰ ਸਕਦਾ ਹਾਂ। ਔਰ ਜਦੋਂ ਰੱਬ ਕਰਨੇ ਤੇ ਆ ਜਾਵੇ ਤਾਂ ਫਿਰ ਕੀ ਨਹੀਂ ਹੋ ਸਕਦਾ, ਜਰਾ ਆਪ ਸੋਚ ਕੇ ਦੇਖੋ। ਕਹਿੰਦੇ ਹੁਣ ਭੋਲੇ ਨੂੰ ਪਹਿਲਾਂ ਤਾਂ ਪਾਣੀ ਪਿਲਾਇਆ ਗਿਆ, ਸ਼ਰਬਤ ਪਿਲਾਇਆ ਗਿਆ ਘੋੜੇ ਤੇ ਬੈਠੇ ਨੂੰ, ਔਰ ਘੋੜੇ ਤੇ ਬੈਠੇ ਨੂੰ ਹੀ ਖਾਣਾ ਖਿਲਾਇਆ ਗਿਆ। ਥਾਲੀ ਫੜ ਕੇ ਸੈਨਿਕ ਖੜਾ ਤਾਂ ਭੋਲਾ ਬੈਠਾ ਖਾ ਰਿਹਾ ਹੈ, ਨਾਲੇ ਰਾਜੇ ਨੂੰ ਦੇਖ ਰਿਹਾ ਹੈ। ਧਿਆਨ ਫਿਰ ਵੀ ਰਾਜੇ ਵੱਲ ਹੀ ਹੈ, ਰਾਜਾ ਦੇਖ ਦੇਖ ਕੇ ਹੱਸ ਰਿਹਾ, ਭੋਲਾ ਰਾਜੇ ਨੂੰ ਦੇਖ ਕੇ ਹੱਸ ਰਿਹਾ ਹੈ। ਔਰ ਹੁਣ ਰੱਥ ਤੁਰਿਆ ਤਾਂ ਭੋਲਾ ਵੀ ਖਾਣਾ ਖਾਣ ਤੋਂ ਨਾ ਘੋੜਾ ਨਾਲ ਨਾਲ, ਔਰ ਭੋਲੇ ਦਾ ਧਿਆਨ ਰਾਜੇ ਵੱਲ। ਹੁਣ ਚੱਕਰ ਲਾ ਕੇ ਜਦੋਂ ਮਹਿਲ ਦੇ ਦਰਵਾਜ਼ੇ ਤੇ ਪਹੁੰਚੇ, ਭੋਲੇ ਨੇ ਕਿਹਾ ਮਹਾਰਾਜ ਹੁਣ ਜਾਵਾਂ? ਉਹ ਰਾਜਾ ਕਹਿੰਦਾ ਤੂੰ ਆਇਆ ਕਿੱਥੋਂ ਹੈ ਕੌਣ ਤੇਰਾ? ਤਾਂ ਭੋਲਾ ਇੱਕ ਤਾਂ ਸੀਗਾ ਕਿ ਹੁਣ ਰਾਜੇ ਤੋਂ ਵਿਛੜ ਜਾਣਾ, ਉਹ ਗਮ, ਅੱਖਾਂ 'ਚ ਪਾਣੀ ਆ ਗਿਆ। ਕਹਿੰਦੇ ਮਹਾਰਾਜ ਮੇਰੇ ਮਾਤਾ ਪਿਤਾ ਤਾਂ ਬਚਪਨ 'ਚ ਹੀ ਚਲੇ ਗਏ, ਨਗਰ ਨੇ ਮੈਨੂੰ ਮਿਲ ਕੇ ਪਾਲਿਆ। ਰਾਜਾ ਕਹਿੰਦਾ ਮੈਂ ਰੋ ਕਿਉਂ ਰਿਹਾ ਹਾਂ? ਕਹਿੰਦਾ ਮਹਾਰਾਜ ਇਹ ਰੋ ਮੈਂ ਇਸ ਲਈ ਰਿਹਾ ਹਾਂ ਕਿ ਤੁਸੀਂ ਕਹਿੰਦੇ ਤੇਰਾ ਹੈ ਕੌਣ, ਮਾਤਾ ਪਿਤਾ ਤਾਂ ਨਹੀਂ ਹੈ, ਪਰ ਜਦੋਂ ਤੁਸੀਂ ਘੋੜੇ ਤੇ ਬਿਠਾ ਕੇ ਖਾਣਾ ਖਿਲਾਇਆ ਤਾਂ ਇਦਾਂ ਲੱਗਾ ਮੈਨੂੰ ਮੇਰੇ ਮਾਤਾ ਪਿਤਾ ਮਿਲ ਗਏ, ਤੁਸੀਂ ਮਿਲ ਗਏ, ਮੈਨੂੰ ਲੱਗਾ ਮਾਂ-ਬਾਪ ਦਾ ਪਿਆਰ ਮਿਲ ਗਿਆ, ਕਿਉਂਕਿ ਮਾਂ-ਬਾਪ ਹੀ ਤਾਂ ਬੱਚੇ ਦੀ ਫਿਕਰ ਵੀ ਕਰਦੇ ਤਾਂ ਭੋਜਨ ਵੀ ਕਰਾਉਂਦੇ ਹੈ। ਇਦਾਂ ਲੱਗਾ ਮੈਨੂੰ ਮੇਰੇ ਮਾਂ-ਬਾਪ ਦਾ ਪਿਆਰ ਮਿਲ ਗਿਆ, ਇਸ ਲਈ ਹੁਣ ਮੈਂ ਰੋ ਇਸ ਲਈ ਰਿਹਾ ਕਿ ਹੁਣ ਤੁਹਾਨੂੰ ਛੱਡ ਕੇ ਜਾਣਾ ਪੈਣਾ ਹੈ, ਔਰ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ, ਜਾਣਾ ਨਹੀਂ ਚਾਹੁੰਦਾ ਪਰ ਜਾਣਾ ਪੈਣਾ, ਕਿਉਂਕਿ ਸੈਨਿਕਾਂ ਨੇ ਮੈਨੂੰ ਹੁਣ ਗੇਟ ਦੇ ਅੰਦਰ ਨਹੀਂ ਜਾਣ ਦੇਣਾ। ਜਦੋਂ ਰਾਜੇ ਨੇ ਇੰਨੀ ਗੱਲ ਸੁਣੀ, ਰਾਜਾ ਹੱਸਿਆ। ਉਹ ਕਹਿੰਦੇ ਭੋਲਿਆ ਜੇ ਤੂੰ ਮੈਨੂੰ ਪਿਆਰ ਕਰਦਾ, ਮੈਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ, ਉਹ ਮੇਰੀ ਖਾਤਰ ਤੂੰ ਜਾਨ ਦੇ ਸਕਦਾ ਆ, ਤਾਂ ਅੱਜ ਤੋਂ ਮੇਰਾ ਵਚਨ ਹੈ ਤੂੰ ਮੇਰੇ ਨਾਲ ਹੀ ਰਹੇਗਾ, ਚੱਲ ਅੰਦਰ, ਦੇਖਦੇ ਕਿਹੜਾ ਸੈਨਿਕ ਤੈਨੂੰ ਰੋਕਦਾ ਹੈ, ਕਿਉਂਕਿ ਜੇ ਰੱਬ ਹੀ ਦਰਵਾਜ਼ਾ ਖੋਲ ਦੇਵੇ ਤਾਂ ਦੁਨੀਆ ਰੋਕ ਸਕਦੀ ਹੈ। ਫਿਰ ਹੁਣ ਜਿਹੜੇ ਸੈਨਿਕ ਉਹਨੂੰ ਰੋਕਦੇ ਸੀ ਨਾ, ਜਦੋਂ ਰਾਜੇ ਦੇ ਰੱਥ ਦੇ ਨਾਲ ਭੋਲੇ ਦਾ ਘੋੜਾ ਗਿਆ ਤਾਂ ਸੈਨਿਕਾਂ ਨੇ ਵੀ ਸਲੂਟ ਮਾਰਿਆ। ਜਰਾ ਗੌਰ ਕਰਨਾ, ਕਿਉਂਕਿ ਹੁਣ ਰਾਜੇ ਦੇ ਨਾਲ ਚੱਲ ਰਿਹਾ ਹੈ। ਜਿਹੜੀ ਦੁਨੀਆ ਠੋਕਰ ਮਾਰਨ ਵਾਲੀ ਹੈ, ਬੇਕਦਰੀ ਕਰਨ ਵਾਲੀ ਹੈ, ਬੇਇੱਜ਼ਤ ਕਰਨ ਵਾਲੀ ਹੈ, ਉਹ ਜ਼ਰਾ ਦੁਨੀਆ ਦੇ ਮਾਲਿਕ ਪਰਮਾਤਮਾ ਨਾਲ ਜੁੜ ਕੇ ਦੇਖੋ, ਇਹੀ ਦੁਨੀਆ ਹੱਥ ਜੋੜ ਕੇ ਖੜ ਜਾਏਗੀ ਤੁਹਾਡੇ ਅੱਗੇ, ਇਹੀ ਦੁਨੀਆ ਮਾਨ ਸਤਿਕਾਰ ਕਰੇਗੀ ਤੁਹਾਡਾ। ਕਿਉਂਕਿ ਜੇ ਬਾਦਸ਼ਾਹਾਂ ਦੇ ਨਾਲ ਜੁੜ ਕੇ ਉਹ ਸ਼ਾਨ ਹੈ, ਤਾਂ ਆਪਣੇ ਰੱਬ ਦੇ ਨਾਲ ਜੁੜ ਕੇ ਕੀ ਸ਼ਾਨ ਹੋ ਸਕਦੀ ਹੈ, ਜ਼ਰਾ ਸੋਚ ਕੇ ਦੇਖੋ। ਹੁਣ ਭੋਲਾ ਅੰਦਰ ਗਿਆ ਤਾਂ ਭੋਲੇ ਨੇ ਇੱਕ ਗੱਲ ਕਹੀ ਕਿ ਮਹਾਰਾਜ ਫਿਰ ਇੱਕ ਵਾਅਦਾ ਕਰੋ, ਫਿਰ ਮੈਂ ਅੰਦਰ ਜਾਣਾ। ਰਾਜਾ ਕਹਿੰਦਾ ਕੀ ਵਾਅਦਾ? ਕਹਿੰਦਾ ਵਾਅਦਾ ਕਰੋ ਹਮੇਸ਼ਾ ਮੈਨੂੰ ਆਪਣੇ ਨਾਲ ਰੱਖੋਗੇ ਔਰ ਮੈਂ ਤੁਹਾਡੀ ਸੇਵਾ ਹੀ ਕਰਨੀ ਹੈ। ਰਾਜਾ ਕਹਿੰਦਾ ਚੱਲ ਵਾਅਦਾ ਹੈ, ਹਮੇਸ਼ਾ ਮੇਰੇ ਨਾਲ ਹੀ ਰਹੇਗਾ। ਹੁਣ ਕਹਿੰਦੇ ਹੈ ਉਹ ਵਾਅਦਾ ਕੀਤਾ, ਰਾਜੇ ਨੇ ਹੁਣ ਭੋਲੇ ਨੂੰ ਨਾਲ ਹੀ ਰੱਖਣਾ। ਕੱਪੜੇ ਵੀ ਚੇਂਜ ਹੋ ਗਏ, ਕਿਉਂਕਿ ਰਾਜੇ ਨਾਲ ਰਹਿਣਾ ਹੁਣ ਸਧਾਰਨ ਕੱਪੜੇ ਤਾਂ ਹੋ ਨਹੀਂ ਸਕਦੇ, ਰਹਿਣ ਵੀ ਭੋਲਾ ਮਹਿਲ 'ਚ ਹੀ ਲੱਗ ਗਿਆ, ਕੱਪੜੇ ਵੀ ਵਧੀਆ ਪਾਉਣ ਲੱਗ ਗਿਆ। ਹੁਣ ਜਿੱਥੇ ਵੀ ਜਾਣਾ ਰਾਜੇ ਦੇ ਨਾਲ, ਕਿਉਂਕਿ ਵਾਅਦਾ ਕੀਤਾ ਹੈ। ਔਰ ਭੋਲੇ ਨੇ ਵੀ ਬੜੀ ਰਾਜੇ ਦੀ ਸੇਵਾ ਕਰਨੀ, ਬੜੀ ਮੁਹੱਬਤ ਕਰਨੀ। ਔਰ ਇਹ ਕਹਾਣੀ 'ਚ ਹੁਣ ਦੇਖੋ ਅਸਲੀ ਮਜ਼ਾ ਕੀ ਆਂਦਾ ਹੈ ਕਿ ਰਾਜੇ ਦੀ ਕੋਈ ਔਲਾਦ ਨਹੀਂ ਸੀ। ਹੁਣ ਭੋਲੇ ਨੇ ਇੰਨਾ ਪਿਆਰ ਰਾਜੇ ਨੂੰ ਕੀਤਾ, ਇੰਨਾ ਪਿਆਰ ਕੀਤਾ ਕਿ ਰਾਜੇ ਨੇ ਇਹ ਮਨ 'ਚ ਸੋਚਿਆ ਇੰਨਾ ਭੋਲਾ ਹੈ, ਇੰਨਾ ਅੱਛਾ ਹੈ, ਇੰਨਾ ਮੈਨੂੰ ਪਿਆਰ ਕਰਦਾ ਹੈ, ਔਰ ਮੇਰੇ ਨਾਲ ਇੰਨੇ ਸਾਲਾਂ ਤੋਂ ਰਹਿ ਕੇ ਮੈਂ ਦੇਖ ਲਿਆ ਵਫਾਦਾਰ ਵੀ ਬਹੁਤ ਹੈ, ਇਹਦੇ ਨਾਲੋਂ ਅੱਛਾ ਰਾਜਾ ਹੋਰ ਕੋਈ ਹੋ ਹੀ ਨਹੀਂ ਸਕਦਾ। ਕਿਉਂਕਿ ਇਹਦੇ ਮਨ 'ਚ ਸਿਰਫ ਮੇਰਾ ਪਿਆਰ ਹੈ, ਕੋਈ ਮੰਗ ਨਹੀਂ ਹੈ, ਕਦੀ ਇੱਛਾ ਨਹੀਂ ਹੈ, ਕਦੀ ਤਨਖਾਹ ਦੀ ਗੱਲ ਨਹੀਂ ਕੀਤੀ, ਕਦੀ ਕਿਸੇ ਸ਼ੈ ਦੀ ਗੱਲ ਨਹੀਂ ਕੀਤੀ ਕਿ ਮੈਂ ਇੰਨੇ ਦਿਨ ਤੋਂ ਰਹਿ ਰਿਹਾ ਤੁਹਾਡੇ ਨਾਲ, ਇਸ ਲਈ ਮੇਰਾ ਹੁਣ ਸਭ ਕੁਝ। ਕਿਉਂਕਿ ਜਿਹੜਾ ਮੰਗਦਾ ਉਹਨੂੰ ਨਾ ਮਿਲਦਾ ਹੈ, ਤਾਂ ਜਿਹੜਾ ਨਹੀਂ ਮੰਗਦਾ ਉਹਨੂੰ ਮੰਗਦਾ ਤਾਂ ਫਿਰ ਉਹਦੀ ਮੌਜ ਹੈ, ਜੋ ਮਰਜ਼ੀ ਦੇ ਦੇਵੇ। ਸਮਝਦੇ ਹੋ ਕਿ ਨਹੀਂ? ਹੁਣ ਰਾਜੇ ਦੇ ਨਾਲ ਰਹਿਣ ਕਰਕੇ, ਰਾਜੇ ਦੇ ਨਾਲ ਚੱਲਣ ਕਰਕੇ ਜਿਹਨਾਂ ਨੂੰ ਨਹੀਂ ਪਤਾ ਸੀ ਉਹ ਤਾਂ ਇਹੀ ਸੋਚਦੇ ਸੀ ਕਿ ਰਾਜੇ ਦੀ ਉਮਰ ਇੰਨੀ ਹੈ ਤੇ ਨੌਜਵਾਨ ਦੀ ਉਮਰ 20, ਕਿਉਂਕਿ ਹੁਣ 2-3 ਸਾਲ ਹੋ ਗਏ ਰਹਿੰਦੇ ਨੂੰ, 18 ਸਾਲ ਤੋਂ 20-22 ਸਾਲ ਦਾ ਹੋ ਗਿਆ। ਉਹ ਕਹਿੰਦੇ ਸ਼ਾਇਦ ਇਹ ਰਾਜੇ ਦਾ ਬੇਟਾ ਹੀ ਹੈ, ਕਿਉਂਕਿ ਇੰਨਾ ਰਾਜਾ ਇਹਨੂੰ ਨਾਲ ਰੱਖਦਾ ਹੈ। ਔਰ ਆਖਿਰ ਸਮਾਂ ਕੀ ਆਇਆ? ਆਖਿਰ ਸਮਾਂ ਕੀ ਆਇਆ? ਜਰਾ ਮੇਨ ਪੁਆਇੰਟ ਤੇ ਆਉਣ ਲੱਗੇ, ਕਹਾਣੀ ਸੁਣਾਉਣ ਪਿੱਛੇ ਰਾਜ ਕੀ ਹੈ।
ਆਖਰ ਸਮਾਂ ਆਇਆ ਕਿ ਰਾਜੇ ਨੇ ਇੱਕ ਦਿਨ ਆਪਣਾ ਤਾਜ ਚੱਕ ਕੇ ਭੋਲੇ ਦੇ ਸਿਰ ਤੇ ਰੱਖਤਾ, ਉਹਨੂੰ ਰਾਜਾ ਬਣਾ ਦਿੱਤਾ। ਹੁਣ ਜਦੋਂ ਭੋਲੇ ਦੇ ਸਿਰ ਤੇ ਤਾਜ ਰੱਖਿਆ ਕਿ ਭੋਲਿਆ ਇਹ ਸਾਰਾ ਰਾਜਿਆ ਤੇਰਾ, ਹੁਣ ਮੈਂ ਆਰਾਮ ਕਰਨਾ ਹੈ। ਹਾਂ ਸਲਾਹ ਮੈਂ ਤੈਨੂੰ ਦੇਈ ਜਾਣੀ ਹੈ ਜਿੱਥੇ ਤੈਨੂੰ ਲੋੜ ਹੋਈ, ਪਰ ਹੁਣ ਸੰਭਾਲ ਤੂੰ। ਭੋਲੇ ਨੇ ਕਿਹਾ ਜੋ ਹੁਕਮ। ਜੇ ਤਾਜ ਤੁਹਾਡੇ ਸਿਰ ਤੇ ਸੀ ਤਾਂ ਵੀ ਤੁਹਾਡਾ ਹੀ ਹੈ, ਜੇ ਇਹ ਸਿਰ ਤੇ ਆ ਤਾਂ ਵੀ ਤੁਹਾਡਾ ਹੀ ਹੈ, ਕਿਉਂਕਿ ਭੋਲਾ ਤੁਹਾਡਾ ਤਾਂ ਭੋਲੇ ਦਾ ਸਭ ਕੁਝ ਤੁਹਾਡਾ ਹੀ ਹੈ। ਕਹਿ ਕੇ ਫਿਰ ਭੋਲੇ ਨੇ ਕਦਮਾਂ 'ਚ ਸਿਰ ਰੱਖ ਦਿੱਤਾ। ਹੁਣ ਜਿਹੜੇ ਰਾਜੇ ਦੇ ਕਰਮਚਾਰੀ ਸੀ ਨਾ, ਉਹਨਾਂ ਨੂੰ ਅੱਗ ਲੱਗ ਗਈ। ਕਿੱਦਾਂ? ਉਹ ਇਹ ਨੌਜਵਾਨ ਆਇਆ 5-7 ਸਾਲ 'ਚ ਹੀ ਰਾਜਾ ਬਣ ਕੇ ਬਹਿ ਗਿਆ। ਅਸੀਂ ਇੰਨੇ ਸਾਲਾਂ ਤੋਂ ਸੇਵਾ ਕਰ ਰਹੇ ਸੀ, ਸੋਚਿਆ ਸੀ ਰਾਜੇ ਦੀ ਕੋਈ ਔਲਾਦ ਹੈ ਨਹੀਂ, ਮਰੇਗਾ ਤਾਂ ਰਾਜ ਸਾਨੂੰ ਮਿਲੇਗਾ, ਇਹ ਤਾਂ ਆਏ ਕਬਜ਼ਾ ਕਰਕੇ ਬਹਿ ਗਿਆ। ਹੁਣ ਉਹ ਕੁਛ ਨਾ ਕੁਛ ਸਕੀਮਾਂ ਲੱਭਣ ਲੱਗੇ ਕਿ ਕਿਸੇ ਤਰ੍ਹਾਂ ਭੋਲੇ ਨੂੰ ਰਾਜੇ ਦੀ ਨਜ਼ਰਾਂ 'ਚੋਂ ਗਿਰਾਇਆ ਜਾਵੇ, ਔਰ ਰਾਜੇ ਦੀ ਨਜ਼ਰਾਂ 'ਚੋਂ ਗਿਰ ਗਿਆ ਤਾਂ ਰਾਜੇ ਨੇ ਆਪੇ ਲੱਤ ਮਾਰ ਕੇ ਧੱਕਾ ਦੇ ਕੇ ਬਾਹਰ ਕੱਢ ਦੇਣਾ, ਔਰ ਫਿਰ ਮੌਕਾ ਸਾਨੂੰ ਮਿਲ ਜਾਣਾ, ਕਿਉਂਕਿ ਰਾਜਾ ਹੁਣ ਬਿਰਧ ਹੋ ਚੁੱਕਾ, ਜ਼ਿਆਦਾ ਦਿਨ ਤਾਂ ਰਾਜੇ ਨੇ ਜੀਣਾ ਨਹੀਂ ਹੈ, ਇਹ ਮਰੇਗਾ ਤਾਂ ਫਿਰ ਰਾਜਾ ਆਪਸ ਵਿੱਚ ਵੰਡ ਲਵਾਂਗੇ। ਇਸ ਕਰਕੇ ਮੌਕਾ ਲੱਭਣ ਲੱਗੇ। ਫਿਰ ਮੌਕਾ ਕਦੋਂ ਮਿਲਿਆ? ਮੌਕਾ ਉਦੋਂ ਮਿਲਿਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਜਦੋਂ ਭੋਲਾ ਰਾਜਾ ਬਣਿਆ ਤਾਂ ਜਿਹੜੇ ਜ਼ਰੂਰਤਮੰਦ ਹੁੰਦੇ ਸੀ, ਖਜ਼ਾਨੇ 'ਚੋਂ ਮਦਦ ਲੈਣ ਆਉਂਦੇ ਸੀ, ਜਿੱਦਾਂ ਆਪਾਂ ਸਰਕਾਰ 'ਚੋਂ ਕੋਈ ਕਹਿੰਦੇ ਨਾ ਫਾਈਨੈਂਸ ਲੈਂਦੇ ਆ, ਉਧਾਰਾ ਪੈਸਾ ਲੈਂਦੇ ਆ ਸਰਕਾਰੀ ਬੈਂਕਾਂ 'ਚੋਂ, ਕਿਉਂਕਿ ਸਰਕਾਰ ਵੱਲੋਂ ਮਿਲਦਾ ਤਾਂ ਅਸੀਂ ਉਹਦੀ ਕਿਸ਼ਤ ਦਿੰਦੇ ਆ। ਹੁਣ ਇਸ ਤਰ੍ਹਾਂ ਜਦੋਂ ਕੋਈ ਭੋਲੇ ਦੇ ਕੋਲ ਅਰਜ਼ੀ ਆਉਂਦੀ ਸੀ ਕਿ ਸਾਨੂੰ ਕੰਮ ਵਾਸਤੇ ਪੈਸਾ ਚਾਹੀਦਾ ਹੈ, ਤਾਂ ਜਦੋਂ ਭੋਲਾ ਪੈਸਾ ਦਿੰਦਾ ਸੀ ਸ਼ਰਤ ਇੱਕ ਰੱਖਦਾ ਸੀ, ਜਦੋਂ ਲੋਕ ਪੁੱਛਦੇ ਸੀ ਮੋੜਨਾ ਕਦੋਂ ਹੈ, ਤਾਂ ਭੋਲਾ ਕਹਿੰਦਾ ਸੀ ਮੋੜਨਾ ਉਦੋਂ ਜਦੋਂ ਰਾਜੇ ਦੀ ਮੌਤ ਹੋਏਗੀ। ਜਿਹੜਾ ਪੁਰਾਣਾ ਰਾਜਾ ਨਾ, ਜਦੋਂ ਉਹ ਰਾਜੇ ਦੀ ਮੌਤ ਹੋਏਗੀ ਉਦੋਂ ਇਹ ਪੈਸਾ ਮੈਂ ਤੁਹਾਡੇ ਤੋਂ ਵਾਪਸ ਲੈਣਾ ਹੈ। ਜਦੋਂ ਇੰਨੀ ਗੱਲ ਭੋਲਾ ਕਹਿਣ ਲੱਗਾ ਸਾਰਿਆਂ ਨੂੰ, ਇਹ ਗੱਲ ਦੀ ਅਫਵਾਹ ਪਹੁੰਚੀ ਸੈਨਿਕਾਂ ਤੱਕ, ਮੰਤਰੀਆਂ ਤੱਕ, ਤਾਂ ਮੰਤਰੀਆਂ ਨੂੰ ਮੌਕਾ ਮਿਲ ਗਿਆ ਕਿ ਭੋਲਾ ਦੇਖੋ ਹੁਣ ਪੁਆਇੰਟ ਆ ਗਿਆ, ਇਹ ਗੱਲ ਰਾਜੇ ਨੂੰ ਪਤਾ ਲੱਗੇਗੀ ਨਾ ਕਿ ਦੇਖੋ ਤੁਹਾਡੀ ਮੌਤ ਮੰਗਦਾ ਇਹ, ਤਾਂ ਹੀ ਜਿਹਨੂੰ ਵੀ ਉਧਾਰਾ ਪੈਸਾ ਦਿੰਦਾ ਹੈ ਇਹ ਇਸ ਲਈ ਦਿੰਦਾ ਹੈ ਕਿ ਲੈਣਾ ਉਦੋਂ ਜਦੋਂ ਰਾਜੇ ਦੀ ਮੌਤ ਹੋਏਗੀ। ਪੈਸਾ ਲੁਟਾਈ ਜਾਂਦਾ ਹੈ ਤਾਂ ਰਾਜੇ ਦੀ ਮੌਤ ਤੋਂ ਬਾਅਦ ਨਾ ਇਕੱਠਾ ਕਰਨਾ ਆ, ਇੰਨਾ ਲਾਲਚੀ ਬੰਦਾ ਇਹ। ਆ ਜਿਹਨੂੰ ਮਾਰੇ ਤੁਸੀਂ ਭੋਲਾ ਕਹਿੰਦੇ ਸੀ, ਇਹ ਤਾਂ ਪੈਸੇ ਦਾ ਲਾਲਚੀ ਹੈ, ਪੈਸਾ ਵੰਡੀ ਜਾਂਦਾ ਹੈ ਤਾਂ ਲੋਕਾਂ ਨੂੰ ਕਹਿੰਦਾ ਉਦੋਂ ਲਵਾਂਗੇ ਜਦੋਂ ਰਾਜਾ ਕੀ ਹੋਏਗਾ, ਮਰੇਗਾ। ਤਾਂ ਜ਼ਰਾ ਸਮਝਣਾ। ਹੁਣ ਰਾਜੇ ਨੂੰ ਜਦੋਂ ਉਹਨਾਂ ਨੇ ਕੰਨ ਭਰੇ ਰਾਜੇ ਦੇ ਜਾ ਕੇ ਕਿ ਮਹਾਰਾਜ ਦੇਖੋ ਭੋਲਾ ਤੁਹਾਡੀ ਮੌਤ ਮੰਗਦਾ ਹੈ, ਲੋਕਾਂ ਨੂੰ ਪੈਸਾ ਦੇ ਹੀ ਜਾਂਦਾ, ਤਾਂ ਜਦੋਂ ਲੋਕ ਕਹਿੰਦੇ ਉਧਾਰ ਲੈਣਾ ਕਦੋਂ ਵਾਪਸ, ਅਸੀਂ ਮੋੜਨਾ ਕਦੋਂ ਹੈ, ਕਿੰਨੀ ਦੇਰ ਬਾਅਦ ਮੋੜੀਏ, ਤਾਂ ਉਹਨੇ ਇੱਕੋ ਹੀ ਸ਼ਰਤ ਰੱਖੀ ਜਦੋਂ ਰਾਜੇ ਦੀ ਮੌਤ ਹੋਏਗੀ ਉਦੋਂ ਲਵਾਂਗਾ। ਸੋ ਮਹਾਰਾਜ ਦੇਖੋ ਤੁਹਾਡੀ ਮੌਤ ਮੰਗ ਰਿਹਾ ਹੈ। ਰਾਜਾ ਗਿਆ ਭੋਲੇ ਦੇ ਕੋਲ, ਔਰ ਭੋਲੇ ਨੇ ਕਿਹਾ ਭੋਲਿਆ ਮੈਂ ਕੀ ਸੁਣਿਆ ਭਾਈ ਇਹ, ਉਹ ਮੈਂ ਤੈਨੂੰ ਬੱਚਿਆਂ ਦੀ ਤਰ੍ਹਾਂ ਪਿਆਰ ਕਰਦਾ, ਸਭ ਕੁਝ ਤੈਨੂੰ ਦੇ ਦਿੱਤਾ, ਤਾਂ ਤੂੰ ਮੇਰੀ ਮੌਤ ਮੰਗਦਾ ਆ, ਤੂੰ ਲੋਕਾਂ ਨੂੰ ਉਧਾਰਾ ਪੈਸਾ ਦੇਈ ਜਾਂਦਾ, ਤਾਂ ਜਦੋਂ ਲੋਕ ਕਹਿੰਦੇ ਮੋੜਨਾ ਕਦੋਂ, ਤੂੰ ਕਹਿੰਦਾ ਉਦੋਂ ਮੋੜਿਓ ਜਦੋਂ ਰਾਜੇ ਦੀ ਮੌਤ ਹੋਏਗੀ ਨਾ, ਮੈਂ ਤੈਨੂੰ ਸਭ ਕੁਝ ਦੇ ਦਿੱਤਾ, ਹੁਣ ਮੇਰੀ ਮੌਤ ਕਿਉਂ ਮੰਗਦਾ ਆ? ਤਾਂ ਭੋਲੇ ਨੇ ਹੱਥ ਜੋੜੇ, ਕਹਿੰਦੇ ਤੁਸੀਂ ਮੇਰੇ ਮਾਤਾ ਪਿਤਾ ਭਗਵਾਨ ਸਭ ਕੁਝ ਹੋ, ਮੈਂ ਆਪ ਮਰ ਸਕਦਾ, ਤੁਹਾਡੀ ਮੌਤ ਨਹੀਂ ਮੰਗ ਸਕਦਾ, ਮੈਂ ਤਾਂ ਤੁਹਾਡੀ ਲੰਬੀ ਉਮਰ ਚਾਹੁੰਦਾ ਹਾਂ। ਤਾਂ ਰਾਜੇ ਨੇ ਕਿਹਾ ਵੀ ਆ ਕੀ ਹੈ? ਉਹ ਕਹਿੰਦਾ ਇਸੇ ਲਈ ਤਾਂ ਹੈ ਕਿ ਜਿਹੜਾ ਪੈਸਾ ਲੈ ਕੇ ਜਾਂਦਾ ਆ ਨਾ, ਉਹ ਦਿਨ ਰਾਤ ਦੁਆਵਾਂ ਕਰਦਾ ਕਿ ਹੇ ਪ੍ਰਭਾ ਇਹ ਰਾਜੇ ਨੂੰ ਲੰਬੀ ਉਮਰ ਦੇ, ਨਾ ਕਦੀ ਰਾਜਾ ਮਰੇ ਤਾਂ ਨਾ ਸਾਨੂੰ ਪੈਸਾ ਮੋੜਨਾ ਪਵੇ, ਕਿਉਂਕਿ ਜੇ ਰਾਜਾ ਕੱਲ ਮਰ ਗਿਆ ਸਾਨੂੰ ਕੱਲ ਹੀ ਪੈਸੇ ਮੋੜਨੇ ਪੈਣੇ ਆ, ਇਸ ਲਈ ਰਾਜੇ ਨੂੰ ਲੰਬੀ ਉਮਰ ਦੇ, ਇੱਕ ਰਾਜਾ 100 ਸਾਲ ਜੀਵੇ, ਨਾ ਕਦੀ ਰਾਜਾ ਮਰੇ ਨਾ ਸਾਨੂੰ ਪੈਸੇ। ਇਸ ਲਈ ਇੰਨੀਆਂ ਘਰਾਂ ਚੋਂ ਜਦੋਂ ਰਲ ਕੇ ਤੁਹਾਡੇ ਵਾਸਤੇ ਦੁਆ ਨਿਕਲੇਗੀ ਤਾਂ ਪੂਰੀ ਵੀ, ਮੈਂ ਤਾਂ ਚਾਹੁੰਦਾ ਤੁਸੀਂ 1000 ਸਾਲ ਜੀਓ, ਇਸ ਲਈ ਉਦੋਂ ਤੱਕ ਮੈਂ ਦਿੰਦਾ ਰਹਿਣਾ ਹੈ ਜਦ ਤੱਕ ਤੁਹਾਡੀ ਉਮਰ ਲੰਬੀ ਨਹੀਂ ਹੋ ਜਾਂਦੀ। ਜਦੋਂ ਰਾਜੇ ਨੇ ਸੁਣਿਆ ਗੱਲ ਤਾਂ ਸਹੀ ਹੈ, ਕਿਉਂਕਿ ਜਿਹੜਾ ਲੈ ਕੇ ਜਾਏਗਾ ਜਦੋਂ ਪਤਾ ਕਿ ਰਾਜੇ ਦੇ ਮਰਨ ਤੇ ਮੋੜਨਾ ਪੈਣਾ ਹੈ, ਤਾਂ ਹੁਣ ਲੈਣਾ ਤਾਂ ਸਾਰੇ ਚਾਹੁੰਦੇ, ਮੋੜਨ ਵਾਲੇ ਬੰਦੇ ਨੂੰ ਹੁੰਦਾ ਮੋੜਨਾ ਨਾ ਪਵੇ। ਇਸ ਲਈ ਬੰਦੇ ਨੇ ਕਹਿਣਾ ਰੱਬਾ ਰਾਜੇ ਨੂੰ ਕਦੀ ਕੁਝ ਹੋਵੇ ਨਾ, ਕਦੀ ਰਾਜਾ ਮਰੇ ਨਾ, ਇਹਨੂੰ ਲੰਬੀ ਉਮਰ ਦੇ, ਇਹਨੂੰ ਤੰਦਰੁਸਤੀ ਦੇ, ਇਹ ਰਹਿੰਦੀ ਦੁਨੀਆ ਤੱਕ ਜੀਵੇ, ਕਿਉਂਕਿ ਜੇ ਰਾਜੇ ਦੀ ਉਮਰ 100 ਸਾਲ ਹੋਏਗੀ ਤਾਂ 100 ਸਾਲ ਤੱਕ ਪੈਸਾ ਮੋੜਨਾ ਨਹੀਂ ਪੈਣਾ, ਜੇ ਰਾਜੇ ਦੀ ਉਮਰ 10 ਸਾਲ ਹੋਏਗੀ ਤਾਂ 10 ਸਾਲ ਤੱਕ ਪੈਸਾ ਮੋੜਨਾ ਨਹੀਂ ਪੈਣਾ, ਜੇ ਰਾਜੇ ਦੀ ਉਮਰ 1 ਦਿਨ ਹੋਏਗੀ ਤਾਂ 1 ਦਿਨ ਬਾਅਦ ਮੋੜਨਾ ਪੈਣਾ। ਹੁਣ ਕਿਹੜਾ ਚਾਹੁੰਦਾ ਮੋੜਨਾ ਪਵੇ? ਇਸ ਲਈ ਹਰ ਕੋਈ ਕਹੇਗਾ ਕਿ ਰਾਜੇ ਦੀ ਉਮਰ, ਤਾਂ ਕਿ ਸਾਨੂੰ ਪੈਸਾ ਕਦੀ, ਕਹਿੰਦਾ ਮਾਰੇ ਦੁਆਵਾਂ ਨਿਕਲਦੀਆਂ ਔਰ ਦੁਆਵਾਂ ਪੂਰੀਆਂ ਵੀ ਹੁੰਦੀਆਂ। ਜਦੋਂ ਰਾਜੇ ਨੇ ਸੁਣਿਆ ਰਾਜ ਦੀ ਅੱਖਾਂ 'ਚ ਪਾਣੀ, ਕਹਿੰਦਾ ਇੰਨਾ ਮੈਨੂੰ ਪਿਆਰ ਕਰਦਾ ਭੋਲਿਆ,
ਉਹ ਤੇਰਾ ਇਹ ਪਿਆਰ, ਤੇਰੀ ਮੁਹੱਬਤ ਦੇਖ ਕੇ ਮੇਰਾ ਦਿਲ ਕਰਦਾ ਤੇਰੇ ਪੈਰ ਫੜ ਲਵਾਂ। ਕਹਿ ਕੇ ਰਾਜੇ ਨੇ ਪੈਰ ਫੜ ਲਏ। ਭੋਲਾ ਖੜਾ ਹੈ ਆਰਾਮ ਨਾਲ। ਹੁਣ ਵਜ਼ੀਰਾਂ ਨੂੰ ਫਿਰ ਮੌਕਾ ਮਿਲ ਗਿਆ। ਕਹਿੰਦਾ ਮਹਾਰਾਜ ਦੇਖੋ ਦੇਖੋ ਕਿੰਨਾ ਹੰਕਾਰੀ, ਤੁਸੀਂ ਇਹਦੇ ਪੈਰ ਫੜ ਰਹੇ ਸੀ, ਇਹਨਾਂ ਰੋਕਿਆ ਵੀ ਨਹੀਂ, ਤੁਹਾਨੂੰ ਰੋਕਿਆ ਵੀ ਨਹੀਂ ਕਿ ਮਹਾਰਾਜ ਨਾ ਫੜੋ ਮੇਰੇ ਪੈਰ, ਮੈਂ ਤੁਹਾਡਾ ਦਾਸ ਹਾਂ, ਤੁਸੀਂ ਮੇਰੇ ਮਾਲਿਕ, ਮੇਰੇ ਪੈਰ ਨਾ ਫੜੋ। ਦੇਖੋ ਇੰਨਾ ਹੰਕਾਰੀ, ਤੁਸੀਂ ਪੈਰ ਫੜ ਲੈ, ਖੜਾ ਹੈ ਆਰਾਮ ਨਾਲ। ਰਾਜਾ ਫਿਰ ਕਹਿੰਦਾ ਉਹ ਭੋਲਿਆ ਇਹ ਵੀ ਦੱਸ ਦੇ, ਜੇ ਮੈਂ ਤੇਰੇ ਪੈਰ ਫੜਨ ਲੱਗਾ ਰੋਕਿਆ ਕਿਉਂ ਨਹੀਂ ਮੈਨੂੰ? ਕਹਿੰਦਾ ਮਹਾਰਾਜ ਮੈਂ ਰੋਕਿਆ ਇਸ ਲਈ ਨਹੀਂ ਕਿਉਂਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਮੈਂ ਤੁਹਾਡਾ ਆ। ਮੈਂ ਤਾਂ ਤੁਹਾਡੀ ਜੁੱਤੀ ਤਰ੍ਹਾਂ, ਚਾਹੇ ਪੈਰਾਂ 'ਚ ਪਾ ਲਓ ਚਾਹੇ ਸਿਰ ਤੇ ਰੱਖ ਲਓ, ਜੁੱਤੀ ਨੇ ਥੋੜੀ ਕਹਿਣਾ ਮੈਨੂੰ ਇੱਥੇ ਰੱਖੋ। ਮੈਂ ਤਾਂ ਜਿੱਥੇ ਤੁਸੀਂ ਰੱਖੋਗੇ, ਜਿੱਥੇ ਤੁਸੀਂ ਬਿਠਾ ਦੋਗੇ, ਮੈਂ ਤਾਂ ਤੁਹਾਡਾ ਆ। ਪੈਰ ਵੀ ਤੁਹਾਡੇ ਆ, ਸਿਰ ਵੀ ਤੁਹਾਡਾ। ਜੇ ਮੈਂ ਕਹਾਂ ਪੈਰ, ਮੇਰੇ ਪੈਰਾਂ ਨੂੰ ਹੱਥ ਨਾ ਲਾਓ, ਇਹਦਾ ਮਤਲਬ ਪੈਰ ਮੇਰੇ ਆ। ਫਿਰ ਮੇਰਾ ਤਾਂ ਹੈ ਹੀ ਕੁਛ ਨਹੀਂ, ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਕਹਿੰਦੇ ਨਾ ਸੰਤ ਏਕਨਾਥ ਜੀ, ਇੱਕ ਦਿਨ ਸਰਦੀ ਦੀ ਰਾਤ ਸੀ, ਜਾਂਦੇ ਜਾਂਦੇ ਰਾਤ ਰੁਕਣਾ ਸੀ, ਇੱਕ ਮੰਦਿਰ ਅੰਦਰ ਚਲੇ ਗਏ। ਮੰਦਿਰ ਖੋਲਿਆ, ਦਰਵਾਜ਼ਾ, ਬਹਿ ਗਏ। ਹੁਣ ਮੰਦਿਰ ਛੋਟਾ ਸੀ, ਗੱਭੇ ਸ਼ਿਵਲਿੰਗ ਸੀ, ਔਰ ਸੋਚਿਆ ਲੰਮੇ ਪੈਣਾ, ਲੰਮੇ ਕਿੱਥੇ ਪਈਏ। ਹੁਣ ਕੀ ਕੀਤਾ, ਇੱਕ ਪਾਸੇ ਢੋਲ ਆ ਲਿਆ, ਪੈਰ ਚੱਕ ਕੇ ਸ਼ਿਵਲਿੰਗ ਦੇ ਉੱਪਰ ਰੱਖ ਦਿੱਤੇ, ਔਰ ਇਹਦੇ ਹੀ ਸੌ ਗਏ। ਸਵੇਰ ਹੋਈ, ਤੜਕੇ ਦਾ ਵੇਲਾ, ਪੁਜਾਰੀਆਂ ਨੇ ਦਰਵਾਜ਼ਾ ਖੋਲਿਆ। ਮੰਦਿਰ 'ਚ ਪੂਜਾ ਕਰਨ ਦਾ ਟਾਈਮ ਸੀ, ਤੜਕੇ ਸੂਰਜ ਨਿਕਲ ਤੋਂ ਪਹਿਲਾਂ। ਜਦੋਂ ਦੇਖਿਆ ਕੋਈ ਸੁੱਤਾ ਪਿਆ ਹੈ, ਪੈਰ ਸ਼ਿਵਲਿੰਗ ਤੇ ਰੱਖੇ ਹੋਏ ਆ। ਇਹ ਗੁਣ ਪਾਪੀ ਹੈ, ਭਗਵਾਨ ਦੇ ਪੈਰ ਰੱਖੇ ਆ। ਜਾ ਕੇ ਪੈਰ ਚੱਕ ਕੇ ਪਰੇ ਮਾਰੇ। ਏਕਨਾਥ ਜੀ ਦੀ ਅੱਖ ਖੁੱਲੀ। ਕਹਿੰਦੇ ਕੌਣ ਹੈ? ਉਹ ਕਹਿੰਦੇ ਪਾਗਲਾ ਕੀ ਕਰ ਰਿਹਾ, ਸ਼ਿਵਲਿੰਗ ਤੇ ਪੈਰ ਰੱਖ ਕੇ ਸੁੱਤਾ ਆ। ਓਏ ਪਾਗਲ, ਭਗਵਾਨ ਤੇ ਪੈਰ ਰੱਖੇ ਆ। ਬੋਲੇ ਏਕਨਾਥ ਜੀ ਕਹਿੰਦੇ ਜਦ ਹੈ ਹੀ ਸਭ ਕੁਝ ਭਗਵਾਨ ਦਾ, ਸਿਰ ਵੀ ਉਹਦਾ, ਪੈਰ ਵੀ ਉਹਦੇ, ਤਾਂ ਮੈਂ ਜੋ ਮਰਜ਼ੀ ਰੱਖਾਂ, ਇਹ ਮੇਰਾ ਔਰ ਭਗਵਾਨ ਦਾ ਸੌਦਾ ਹੈ ਭਾਈ। ਤੁਸੀਂ ਇਹ 'ਚ ਕੀ ਲੱਗਦੇ ਆ? ਸਮਝਦੇ ਹੋ ਕਿ ਨਹੀਂ? ਮੇਰਾ ਤਾਂ ਹੈ ਹੀ ਕੁਝ ਨਹੀਂ। ਹੁਣ ਇੱਕ ਛੋਟਾ ਜਿਹਾ ਬੱਚਾ ਹੁੰਦਾ, ਮਾਂ ਜਦੋਂ ਗੋਦ 'ਚ ਚੱਕਦੀ ਤਾਂ ਪੈਰ ਵੀ ਨਾਲ ਹੀ ਜਾਂਦੇ ਆ। ਇਹ ਨਹੀਂ ਕਿ ਪੈਰ ਲਟਕਾ ਕੇ ਰੱਖਦੀ ਹੈ, ਪੈਰ ਨਹੀਂ, ਮੈਂ ਤਾਂ ਮਾਂ ਆ, ਇਹ ਬੱਚਾ ਛੋਟਾ ਜਿਹਾ, ਪੈਰ ਥੱਲੇ ਰਹਿਣ ਇਹਦੇ। ਇਹ ਤਾਂ ਹੁੰਦੀ ਹੈ, ਸਭ ਕੁਝ ਤਾਂ ਉਹਦਾ ਹੈ। ਔਰ ਵਾਕਈ ਇਦਾਂ ਦੇ ਸੰਤ ਹੀ ਉਸ ਮੰਜ਼ਿਲ ਨੂੰ ਪਾਉਂਦੇ ਹੈ। ਪਰ ਜਿੱਦਾਂ ਬੰਦੇ ਅਸੀਂ ਕਈ ਦੇਖਿਆ ਹੈ ਕਿ ਸਭ ਕੁਝ ਦੇਣ ਵਾਲਾ ਰੱਬ ਹੈ। ਜਿੱਦਾਂ ਹੀ ਦੱਸਿਆ ਸੀ ਨਾ, ਬੰਦਾ ਕਹਿੰਦਾ ਤਨ ਮਨ ਧਨ ਸਭ ਤੇਰਾ, ਪਰ ਕਬਜ਼ਾ ਰਹੂੰਗਾ ਮੇਰਾ, ਪਰ ਕਬਜ਼ਾ ਮੇਰੇ ਹੀ ਰਹਿਣਾ ਹੈ। ਤਾਂ ਫਿਰ ਕਾਹਦਾ ਇਸ਼ਕ, ਕਾਹਦੀ ਮੁਹੱਬਤ, ਕਾਹਦਾ ਪਿਆਰ? ਫਿਰ ਤਾਂ ਕਹਿੰਦੇ ਜੋ ਹੈ ਤੇਰਾ ਹੀ ਹੈ, ਤੂੰ ਜਿੱਥੇ ਮਰਜ਼ੀ ਰੱਖ, ਜਿੱਥੇ ਮਰਜ਼ੀ ਬਿਠਾ ਦੇ, ਕੰਡਿਆਂ ਤੇ ਬਿਠਾ ਦੇ, ਫੁੱਲਾਂ ਤੇ ਬਿਠਾ ਦੇ, ਧੁੱਪੇ ਬਿਠਾ ਦੇ, ਛਾਵੇਂ ਬਿਠਾ ਦੇ, ਜਿੱਥੇ ਰੱਖੇਗਾ ਸ਼ੁਕਰ ਹੈ ਤੇਰੇ ਹੀ ਤਾਂ ਹਾਂ। ਹੁਣ ਜਦੋਂ ਕਹਿੰਦੇ ਭੋਲੇ ਨੇ ਕਿਹਾ ਮੈਂ ਤਾਂ ਜੀ ਤੁਹਾਡੇ ਪੈਰ ਦੀ ਜੁੱਤੀ ਦੀ ਤਰ੍ਹਾਂ ਹੈ, ਜੁੱਤੀ ਨੂੰ ਚਾਹੇ ਤੁਸੀਂ ਸਿਰ ਤੇ ਰੱਖ ਲਓ ਚਾਹੇ ਪੈਰਾਂ 'ਚ ਪਾ ਲਓ, ਜੁੱਤੀ ਨੇ ਨਹੀਂ ਕਹਿਣਾ, ਇਹ ਤਾਂ ਮਾਲਿਕ ਦੀ ਹੈ। ਇਸ ਲਈ ਜੇ ਮੈਂ ਕਹਿੰਦਾ ਮੇਰੇ ਪੈਰਾਂ ਨੂੰ ਹੱਥ ਨਾ ਲਾਓ ਤਾਂ ਇਹਦਾ ਮਤਲਬ ਪੈਰ ਮੇਰੇ ਆ, ਬਾਕੀ ਤਾਂ ਜੇ ਪੈਰ ਮੇਰੇ ਹੈ ਤਾਂ ਕਿਤੇ ਨਾ ਕਿਤੇ ਬਾਕੀ ਚੀਜ਼ਾਂ ਮੈਂ ਆਪਣੀਆਂ ਹੀ ਸਮਝਦਾ ਹਾਂ। ਇਸ ਕਰਕੇ ਮੈਂ ਤਾਂ ਮੰਨਿਆ ਹੀ ਨਹੀਂ, ਮੈਂ ਤਾਂ ਮੰਨਿਆ ਹੀ ਤੁਹਾਡਾ। ਕਹਿੰਦੇ ਰਾਜ ਨੇ ਘੁੱਟ ਕੇ ਲਾ ਲਿਆ। ਵਾਕਿਆ ਹੀ ਭੋਲਿਆ, ਮੈਨੂੰ ਮਾਣ ਹੈ, ਫਕਰ ਹੈ ਮੈਨੂੰ ਕਿ ਮੇਰੇ ਕੋਈ ਔਲਾਦ ਨਹੀਂ ਹੈ, ਕਿਉਂਕਿ ਜੇ ਮੇਰੀ ਔਲਾਦ ਵੀ ਹੁੰਦੀ ਤਾਂ ਇੰਨੀ ਇੱਜ਼ਤ, ਇੰਨਾ ਪਿਆਰ, ਇੰਨਾ ਸਤਿਕਾਰ ਨਹੀਂ ਉਹਨਾਂ ਮੈਨੂੰ ਦੇਣਾ ਸੀ ਜਿੰਨਾ ਤੂੰ ਦਿੱਤਾ ਹੈ। ਵਾਕਿਆ ਤੂੰ ਮੇਰਾ ਹੈ। ਔਰ ਕਹਿੰਦੇ ਫਿਰ ਭੋਲੇ ਨੂੰ ਅਸ਼ੀਸ਼ਾਂ ਮਿਲੀਆਂ। ਉਸ ਦਿਨ ਤੋਂ ਬਾਅਦ ਉਹ ਸੈਨਿਕਾਂ ਦਾ ਮਾਈਂਡ ਵੀ, ਉਹ ਕਰਮਚਾਰੀਆਂ ਦਾ ਮਾਈਂਡ ਵੀ ਬਦਲ ਗਿਆ ਭੋਲੇ ਦੀ ਗੱਲ ਸੁਣ ਕੇ। ਕਹਿੰਦੇ ਵਾਕਈ ਉੱਚੀ ਤੇ ਹੀ ਹੈ, ਕਿਉਂਕਿ ਇਹਦੇ ਨਾਲੋਂ ਜ਼ਿਆਦਾ ਪਿਆਰ ਹੋਰ ਕੋਈ ਰਾਜੇ ਨੂੰ। ਸੋ ਇਦਾਂ ਦੀ ਕਰਨੀ ਕਰੀਏ, ਇਦਾਂ ਦਾ ਕਰਮ ਕਰੀਏ ਕਿ ਦੁਨੀਆ ਵੀ ਮਿਸਾਲ ਦੇਵੇ ਵਾਕਈ ਵੀ ਇਹਦਾ ਪਿਆਰ ਹੀ ਦੁਨੀਆ ਤੋਂ ਨਿਰਾਲਾ ਹੈ। ਕੋਈ ਸਪੈਸ਼ਲ ਕਰਨਾ ਪੈਂਦਾ ਹੈ, ਫਿਰ ਪਤਾ ਲੱਗਦਾ ਹੈ। ਕਿਉਂਕਿ ਭੋਲੇ ਨੇ ਸਪੈਸ਼ਲ ਕੀਤਾ ਤਾਂ ਸਪੈਸ਼ਲ ਬਣ ਕੇ ਸਭ ਕੁਝ ਲੈ ਵੀ ਗਿਆ। ਹੁਣ ਦੁਆਵਾਂ ਕਦੋਂ ਨਿਕਲਦੀਆਂ ਹੈ? ਰਾਜੇ ਵਾਸਤੇ ਦੁਆ ਕਦੋਂ ਨਿਕਲੀ? ਜਦੋਂ ਭੋਲੇ ਨੇ ਇਦਾਂ ਦਾ ਕੁਝ ਕੀਤਾ ਕਿ ਲੋਕ ਕਹਿਣ ਲੱਗੇ ਹੇ ਰੱਬਾ ਰਾਜੇ ਦੀ ਉਮਰ ਲੰਬੀ ਕਰ ਦੇ, ਨਾ ਰਾਜਾ ਮਰੇ ਨਾ ਸਾਨੂੰ ਪੈਸੇ। ਔਰ ਵਾਕਿਆ ਹੀ ਕਹਿੰਦੇ ਉਹ ਰਾਜਾ ਲੰਬੀ ਉਮਰ ਜੀਆ। ਫਿਰ ਹੁਣ ਇਸ ਲਈ ਕਰਮ ਇਦਾਂ ਦੇ ਕਰੀਏ ਕਿ ਦੂਜਿਆਂ ਦੇ ਅੰਦਰੋਂ ਦੁਆਵਾਂ ਨਿਕਲਣ। ਤਾਂ ਜੇ ਅਸੀਂ ਆਪਣੇ ਵਾਸਤੇ ਤਾਂ ਫਰਿਆਦ ਕਰ ਲਈ, ਪਰ ਕਰਮ ਇਦਾਂ ਦੇ ਕਿ ਦੂਜੇ ਬਦਦੁਆਵਾਂ ਦੇਣ, ਤਾਂ ਫਿਰ ਅਸੀਂ ਆਪਣਾ ਨੁਕਸਾਨ ਕਰ ਰਹੇ ਹਾਂ। ਕਿਉਂਕਿ ਇੱਕ ਦੀ ਸੁਣ ਕੇ ਰੱਬ ਨਹੀਂ ਦਿੰਦਾ, ਇੱਕੋ ਹੀ ਚੀਜ਼ ਦੋ ਰਲ ਕੇ ਮੰਗਦੇ ਆ ਤਾਂ ਰੱਬ ਦਿੰਦਾ ਹੈ। ਤਾਂ ਜਦੋਂ 1000 ਮੰਗਣ ਫਿਰ ਤਾਂ ਰੱਬ ਨੂੰ ਬਰਸਾਤ ਕਰਨੀ ਪੈਂਦੀ ਹੈ, ਲੈ ਹੁਣੇ ਹੀ ਲੈ ਭਾਈ। ਕਿਉਂਕਿ ਇੰਨੇ ਲੋਕ ਜਦੋਂ ਮਿਲ ਕੇ ਪ੍ਰਾਰਥਨਾ ਦੀ ਗੱਡੀ ਨੂੰ ਧੱਕਾ ਲਾਣ ਤਾਂ ਫਿਰ ਗੱਡੀ ਬੜੀ ਸਪੀਡ ਨਾਲ ਰੱਬ ਤੱਕ ਪਹੁੰਚਦੀ ਹੈ। ਔਰ ਜਿਹੜੀ ਰੱਬ ਤੱਕ ਪਹੁੰਚਦੀ ਹੈ ਤਾਂ ਫਿਰ ਰਹਿਮਤਾਂ ਨਾਲ ਭਰ ਕੇ ਵੀ ਰੱਬ ਤੋਰਦਾ ਹੈ। ਇਸ ਕਰਕੇ ਆਪ ਵੀ ਫਰਿਆਦ ਕਰੋ, ਫਰਜ਼ ਕਰੋ ਬਿਮਾਰੀ ਹੈ, ਰੱਬਾ ਮੈਨੂੰ ਤੰਦਰੁਸਤੀ ਦੇ,
ਨਾਲ ਨਾਲ ਕਰਨੀ ਇਦਾਂ ਦੀ ਕਰੀਏ, ਭੁੱਖੇ ਨੂੰ ਖਾਣਾ ਖਿਲਾ ਦਈਏ, ਕਿਤੇ ਸੇਵਾ ਕਰੀਏ, ਕੁਝ ਚੰਗਾ ਕਰੀਏ, ਤਾਂ ਕਿ ਦੂਜਾ ਵੀ ਕਵੇ ਰੱਬਾ ਬੰਦਾ ਬਹੁਤ ਚੰਗਾ, ਇਹਨੂੰ ਤੰਦਰੁਸਤੀ ਦੇ, ਲੰਬੀ ਉਮਰ ਕਰ, ਇਹ ਸਦਾ ਖੁਸ਼ ਰਵੇ। ਤਾਂ ਫਿਰ ਰੱਬ, ਕਿਉਂਕਿ ਦੋਨਾਂ ਦੀ ਮਿਲ ਗਈ ਹੁਣ ਪੂਰੀ ਵੀ, ਇਸ ਲਈ ਆਓ ਫਿਰ ਸਭ ਦੇ ਵਾਸਤੇ ਮੰਗੀਏ। ਹੁਣ ਸਮਾਂ ਵੀ ਕਾਫੀ ਹੋ ਰਿਹਾ ਹੈ, ਸੋ ਆਖਰਲੇ ਵਚਨਾਂ ਦੀ ਤਰਫ ਚੱਲੀਏ ਥੋੜਾ ਜਿਹਾ, ਕਿਉਂਕਿ ਫਰਿਆਦੀ ਜੀ ਵੀ ਬਹੁਤ ਹੈ। ਸੋ ਮਾਲਿਕ ਦੇ ਘਰ ਚ ਆ ਕੇ ਜਦੋਂ ਤੁਸੀਂ ਨਿਆਜ਼ ਦਿੰਦੇ ਹੋ, ਫਰਿਆਦ ਕਰਦੇ ਹੋ, ਤਾਂ ਦੇਖੋ ਬੰਦਾ ਪੁੱਛੀਦਾ ਕਾਹਦੀ ਨਿਆਜ਼, ਜੀ ਮੈਨੂੰ ਆਹ ਦੁੱਖ ਹੈ। ਫਿਰ ਇਧਰੋਂ ਬੰਦਾ ਫਰਿਆਦ ਕਰਦਾ, ਉਧਰੋਂ ਅਰਦਾਸ ਹੁੰਦੀ ਹੈ ਕਿ ਮਾਲਿਕ ਇਹ ਤੇ ਰਹਿਮਤ ਕਰ, ਇਹਦੀ ਝੋਲੀ ਖੁਸ਼ੀਆਂ ਨਾ ਭਰ, ਤਾਂ ਹੀ ਤਾਂ ਖੁਸ਼ੀਆਂ ਨਾਲ ਝੋਲੀਆਂ ਭਰਦੀਆਂ ਹੈ। ਹੁਣ ਇੱਥੇ ਸਤਸੰਗ 'ਚ ਅਸੀਂ ਬੈਠੇ ਹਾਂ, ਔਰ ਹਰ ਇੱਕ ਨੂੰ ਰਹਿਮਤ ਦੀ ਲੋੜ ਹੈ ਕਿ ਨਹੀਂ? ਹਰ ਇੱਕ ਨੂੰ ਤੰਦਰੁਸਤੀ ਦੀ ਲੋੜ ਹੈ ਕਿ ਨਹੀਂ? ਹਰ ਇੱਕ ਨੂੰ ਕਾਮਯਾਬੀ ਦੀ ਲੋੜ ਹੈ। ਇਸ ਲਈ ਆਓ ਫਿਰ ਰਲ ਕੇ ਕਹੀਏ, ਐ ਮਾਲਿਕ ਸਭ ਨੂੰ ਖੁਸ਼ੀਆਂ ਦੇ ਦੇ, ਸਭ ਦੀ ਝੋਲੀ ਖੁਸ਼ੀਆਂ ਨਾਲ। ਇਹ ਤੁਸੀਂ ਵੀ ਕਹਿਣਾ ਨਾਲ ਨਾਲ, ਪਹਿਲਾਂ ਐਸੀ ਕਹਿਣਾ ਸਭ ਦੀ ਝੋਲੀ ਖੁਸ਼ੀਆਂ ਨਾਲ ਭਰ ਦੇ, ਹੁਣ ਤੁਸੀਂ ਇੱਕ ਪੂਰਾ ਲਫ਼ਜ਼ ਕਹਿਣਾ ਹੈ। ਤਿਆਰ ਹੋ? ਐ ਮਾਲਿਕ ਸਭ ਦੀ ਝੋਲੀ ਖੁਸ਼ੀਆਂ ਨਾਲ ਭਰ ਦੇ, ਐ ਮਾਲਿਕ ਸਭ ਨੂੰ ਤੰਦਰੁਸਤੀ ਦੇ, ਐ ਮਾਲਿਕ ਸਭ ਨੂੰ ਕਾਮਯਾਬੀ ਦੇ, ਸਭ ਦੇ ਦੁੱਖ ਦਰਦ ਪਰੇਸ਼ਾਨੀਆਂ ਦੂਰ ਕਰ ਦੇ, ਸਭ ਦੇ ਜੀਵਨ 'ਚ ਖੁਸ਼ੀਆਂ ਹੀ ਖੁਸ਼ੀਆਂ ਭਰ ਦੇ, ਸਭ ਦੇ ਜੀਵਨ 'ਚ ਰਹਿਮਤਾਂ ਹੀ ਰਹਿਮਤਾਂ ਭਰ ਦੇ, ਸਭ ਦੇ ਕੰਮਕਾਰ 'ਚ ਬਰਕਤ ਦੇ, ਸਭ ਨੂੰ ਤੰਦਰੁਸਤੀ ਦੇ, ਸਭ ਨੂੰ ਕਾਮਯਾਬੀ ਦੇ, ਸਭ ਦੇ ਜੀਵਨ 'ਚ ਆਨੰਦ ਹੀ ਆਨੰਦ ਹੋਵੇ, ਸਭ ਤੇ ਰਹਿਮਤ ਕਰ ਦੇ, ਸਭ ਤੇ ਰਹਿਮਤ ਕਰ ਦੇ। ਹੁਣ ਕਹਿ ਦਿਓ ਰਹਿਮਤ ਹੋ ਗਈ, ਹੋ ਗਈ, ਹੋ ਗਈ, ਹੋ ਗਈ, ਖੁਸ਼ੀਆਂ ਨਾਲ ਝੋਲੀ ਭਰ ਗਈ, ਭਰ ਗਈ, ਭਰ ਗਈ, ਭਰ ਗਈ, ਮੇਰੇ ਦੁੱਖ ਦੂਰ ਹੋ ਗਏ, ਹੋ ਗਏ, ਹੋ ਗਏ, ਹੋ ਗਏ। ਰਲ ਕੇ ਕਰਾਂਗੇ ਤਾਂ ਫਿਰ ਕੀ ਨਹੀਂ ਹੋਏਗਾ, ਅਸੰਭਵ ਵੀ ਸੰਭਵ, ਨਾ ਮੁਮਕਿਨ ਵੀ ਮੁਮਕਿਨ। ਇਸ ਲਈ ਇਦਾਂ ਦੀ ਜ਼ਿੰਦਗੀ ਬਣਾਓ ਕਿ ਮੈਂ ਸਿਰਫ ਆਪ ਹੀ ਨਾ ਮੰਗਾ, ਬਲਕਿ ਜਿਹੜਾ ਵੀ ਮੈਨੂੰ ਮਿਲੇ, ਜਿੱਥੋਂ ਦੀ ਮੈਂ ਗੁਜ਼ਰ ਜਾਵਾਂ, ਮੇਰੀ ਕਰਨੀ, ਮੇਰੀ ਅੱਛਾਈ ਇਦਾਂ ਦੀ ਹੋਵੇ ਕਿ ਹਰ ਇੱਕ ਦੀ ਜ਼ੁਬਾਨ ਤੋਂ ਮੇਰੇ ਵਾਸਤੇ ਦੁਆ ਨਿਕਲੇ ਕਿ ਆ ਮਾਲਿਕ ਇਨਸਾਨ ਬਹੁਤ ਚੰਗਾ, ਇਦਾਂ ਦਾ ਸਭ ਨਾਲ ਸਲੂਕ ਕਰੋ, ਬਿਹੇਵ ਕਰੋ, ਇਦਾਂ ਦੇ ਬਣ ਕੇ ਮਿਲੋ ਸਾਰਿਆਂ ਨੂੰ ਕਿ ਇਨਸਾਨ ਵੀ ਖੁਸ਼ ਤਾਂ ਮਾਲਿਕ ਵੀ ਖੁਸ਼। ਸਮਝਦੇ ਹੋ ਕਿ ਨਹੀਂ? ਇਸ ਕਰਕੇ ਫਿਰ ਕਵਾਂਗੇ ਸਾਰੀ ਰਾਤ ਵੀ ਬੈਠੇ ਮੰਗਦੇ ਰਹੋ, ਪਰ ਜੇ ਸਵੇਰ ਨੂੰ ਉੱਠ ਕੇ ਕਰਮ ਉਦਾਂ ਦੇ ਕਰਨੇ ਸ਼ੁਰੂ ਕਰਦੇ ਨਾ, ਨਿੰਦਿਆ ਚੁਗਲੀ, ਦੂਜਿਆਂ ਨੂੰ ਦੁੱਖ ਦੇਣਾ, ਤਾਂ ਸਾਰੀ ਰਾਤ ਦਾ ਮੰਗਿਆ ਵੀ ਤੁਹਾਡਾ ਵਿਅਰਥ ਚਲਾ ਜਾਏਗਾ। ਇੱਕ ਵਾਰ ਮੰਗ ਲਓ, ਪਰ ਕਰਮ ਇਦਾਂ ਦਾ ਕਰੋ ਕਿ ਦੂਜੇ ਵੀ ਦੁਆ ਕਰਨ, ਤਾਂ ਤੁਹਾਡਾ ਇੱਕ ਵਾਰ ਮੰਗਿਆ ਹੀ ਤੁਹਾਨੂੰ ਕਾਮਯਾਬੀ, ਸਫਲਤਾ, ਖੁਸ਼ੀਆਂ ਤੱਕ ਲੈ ਜਾਏਗਾ। ਇਸ ਲਈ ਇਨਸਾਨ ਦੀ ਜ਼ਿੰਦਗੀ ਕਿੱਦਾਂ ਬਦਲਦੀ ਹੈ? ਫਕੀਰਾਂ ਨੇ ਜਵਾਬ ਦਿੱਤਾ, ਯਾਦ ਕਰੋ ਫਿਰ, ਕਿ ਫਕੀਰਾਂ ਨੇ ਕਿਹਾ ਕਿ यकीन और दुआ करने से ही इंसान की जिंदगी बदलती है। कि एक यकीन और दूजा विश्वास दे नाल, भरोसे दे नाल जदों अपने मालिक दे अगे अरदास करते हैं तो जिंदगी च बदलाव भी जरूर इसलिए बदलती है जिंदगी। और आज ही हुण श्री कृष्ण की गल नूं पूरा करिए कि श्री कृष्ण कहते तेरे अंदर किहड़े किहड़े शत्रु है? डर, चिंता, शंका और शोक। ये शत्रु है जिहड़े तेरे जीवन नूं हर पल नष्ट करते जा रहे हैं। इस करके अज तो डर भी खत्म करो। और इनू खत्म किद्दां करना वो भी श्री कृष्ण ने दस्सिया है। श्री कृष्ण ने कहा ऐ प्रिय अर्जुन, हुण इत्थे कहांगे प्रिय अर्जुन नूं ना सोचो कि अर्जुन नूं कह रहे हैं, क्योंकि सोचो ये सानू सारे प्यारियां नूं कह रहे हैं वो, क्योंकि साडे सारे अंदर एक अर्जुन, चाहे औरत है चाहे मर्द है, बच्चा बूढ़ा, अर्जुन सब दे अंदर है। क्योंकि अर्जुन का मतलब की है? अर्जुन का मतलब वो जो अपने लक्ष्य नूं पाना चाहता है, जो अपनी मंजिल नूं पाना चाहता है, जिहदे सामने हालात माड़े है और जितना चाहता है। और इदां दे हालात सब दे जीवन च आंदे हैं। समझ लो तुहाडे जीवन च कोई दुख है, चिंता है, परेशानी है, तो हुण समझ लो ऐसी दुखों परेशानियों नाल युद्ध लड़ना है, जितना है असीं। क्योंकि अर्जुन जो अपने लक्ष्य नूं पाना चाहता है, ऐसे भी सारे अपनी मंजिल नूं पाना चाहते हैं। और मंजिल मिलनी किदां है? इसलिए वो कहते ऐ प्रिय अर्जुन, प्रेम, साहस और विश्वास के बाणों द्वारा अपने अंदर के डर,
चिंता, शोक, शंका रूपी शत्रुओं को खत्म कर दो, नहीं तो ये तुम्हें हराकर खत्म कर देंगे। इसलिए डर, चिंता, शोक, शंका, अगर तुसी इनू ना अज मारिया तो इन्होंने तुहानू हरा के तुहानू मार देना है। हुण की असीं चाहते हैं डर साडी जान ले लवे? जवाब दिओ। कि चाहते हैं शोक कर करके हाय माड़ा हो गया, माड़ा हो गया, वो इदां हो गया, यही सोच सोच के दुखी हो ही जाइए और मर जाइए समय तो पहले ही? चाहते हैं असीं? जवाब दिओ। कि चाहते हैं चिंता करके की बनेगा मेरा, की बनेगा बच्चों का, की होएगा परिवार का, की होएगा कारोबार का, ये चिंता कर करके ही बंदा मर जाता है। कि चाहते हैं चिंता साडी जान ले लावे। और शंका, शंका फिर कहांगे सब तो बड़ा शत्रु तो शंका ही है। मैनू रब की रहमत ते यकीन है नहीं, मैनू रब ते यकीन है नहीं, और मैनू अपने आप ते यकीन है नहीं, पता नहीं मैनू सफलता मिलनी कि नहीं मिलनी, पता नहीं मेरा काम बनना या नहीं। ये शंका भी इंसान दी जान ले लांदी, इंसान नू सफल नहीं होण दिंदी। और इसलिए ये चारों शत्रुआं नू चिंता, डर, शोक और शंका, इन्हां चारों नू मारना है किहड़ी चीज दे बाणां नाल? किहड़े बाण? बाण समझदे हो तुसीं? वो तीर जो कि अर्जुन धनुष ते चढ़ के तीर मारदा सी। इसलिए इत्थे श्री कृष्ण ने प्रेम, साहस और विश्वास के बाणों, बाणों यानी तीरों द्वारा अपने अंदर के डर, चिंता, शंका और शोक रूपी शत्रुओं को खत्म कर दो, नहीं तो ये तुम्हें हराकर खत्म कर देंगे। इसलिए फड़ लो हुण प्रेम दा वाण, कि अपने प्रेम दा तीर चलाइए, विश्वास दा तीर चलाइए और साहस दा तीर चलाइए, ताकि साडे अंदर जो शंका है, चिंता है, डर है, शोक है, आज ये शत्रु खत्म कर दईए, नष्ट कर दईए, ताकि असीं जीवन च हर उपलब्धि नूं, हर मंजिल नूं हासिल करने वास्ते तैयार हो जाइए। बोलो समझ दिओ कि नहीं? हुण प्रेम दा वाण चलाना है। और किद्दां चलेगा? क्योंकि एक बंदा कहंदा मैनू ना चिंता बहुत है, मैनू डर बहुत है, मैनू फिक्र बहुत है, तो हुण कहंदे प्रेम। और प्रेम किहदे नाल करना है? भगवान नाल। क्योंकि जदों भगवान दा प्रेम साडे अंदर आंदा है, हुण एक बच्चे दा प्रेम माता पिता नाल है, तो प्रेम दे नाल ही उहदे अंदर एक विश्वास भी पैदा हुंदा है कि मैं माता पिता मैनू प्यार करदे है, मैं मां बाप नू प्यार करदा, जदों किते मेरे ते कोई औखा टाइम आया तो इन्हां ने मेरे नाल। क्योंकि आप ही एक जवाब दिओ कि तुहाडे नाल औखे टाइम खड़दा कौन है? जिहनूं तुहाडे नाल प्यार है वो खड़ेगा, जे जिहनूं नफरत है? जवाब दिओ। जिहदे अंदर नफरत है वो खड़ेगा औखे टाइम? उन्हां दा खुश होना कहना मरे है, मैनूं तां नफरत है, मैं तां आप इहनूं मारना चाहना, इहदी मुसीबत वधे। तां जिहनूं प्यार हुंदा है वो कहंदा आ गया औखा वक्त, कल्ला नहीं है तू, फिक्र ना कर, मैं तेरे जियांगे इकट्ठे जियांगे, मरांगे तां इकट्ठे मरांगे। और प्रेमी तां जान देण नूं तैयार हो जांदे। इसलिए प्रेम होवे अपने मालिक नाल। और इत्थे विश्वास भी होना चाहिए है कि मैनू अपने नाल, अपने मालिक नाल प्यार है, तो मैनू पूरा विश्वास है मेरा मालिक भी मैनू बहुत, जे मेरे जीवन च कोई मुश्किल है तो मैं कल्ला नहीं हाँ, हर मुश्किल चों कड्ढण वाला मेरा प्यारा, मेरा मालिक मेरे। इसलिए पहला वाण प्रेम दा चलाइए, ताकि साडे अंदरले भी डर, चिंता, शोक और शंका खत्म हो जावे। और ये किद्दां चलाना है? ये कह के कि मैनू अपने मालिक नाल बहुत, मैनू अपने मालिक नाल बहुत, मैनू अपने मालिक नाल बहुत, मैं प्रेम नाल भरपूर, मैं प्रेम नाल भरपूर, मैं प्रेम नाल भरपूर। बस इदां दी गल कह दिया करो तो समझ लो प्रेम दा तीर चल गया। क्योंकि तीर ही हुंदे ना, तां ही तां कहंदे ना, एक कहावत भी बनी हुई है कि बोल जुबान तो तीर कमान तो एक बार निकल जावे मुड़ के। हुण बोल और तीर नूं इक्को ही उपमा दित्ती गई है। हुण कई कहंदे ना तीर मार के छलनी करता, तो कई अपने लफ्ज़ां नाल ही दूजे नूं छलनी कर दिंदे, इदां दे बुरे लफ्ज़ बोलदे, अगले दा दिल तोड़ के रख दिंदे। इस करके तुहाडे बोल भी तीरां दी तरह है। सो जदों भी तीर चले प्रेम दा चले, डर दा नहीं। हाय मैनू बहुत डर है, हाय मेरी फिक्र है, की बनूगा मेरा। आ तुसीं बुरे तीर चला रहे हो, इन्हां जान ले लेनी तुहाडी। क्यों चिंता करनी? कोई दुख भी होवे, मेरा मालिक मैनू बहुत प्यार करदा और मैं अपने मालिक नूं बहुत प्यार करदा हाँ।
ਔਰ ਜੇ ਉਹ ਮੈਨੂੰ ਪਿਆਰ ਕਰਦਾ, ਮੈਂ ਉਸ ਨੂੰ ਪਿਆਰ ਕਰਦਾ, ਤਾਂ ਹਰ ਜਗ੍ਹਾ ਮੇਰੇ, ਹਰ ਮੁਸੀਬਤ 'ਚ ਮੇਰੇ, ਹਰ ਮੁਸ਼ਕਿਲ 'ਚ ਮੇਰੇ। ਉਹ ਤਾਂ ਜੇ ਉਹ ਨਾਲ ਹੋਵੇ ਤਾਂ ਕੋਈ ਮੁਸ਼ਕਿਲ, ਕੋਈ ਮੁਸੀਬਤ ਜ਼ਿਆਦਾ ਦੇਰ ਠਹਿਰ, ਕਿਉਂਕਿ ਉਹਦੇ ਸਾਹਮਣੇ ਕਿਹਨੇ ਠਹਿਰਨਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਇੱਥੇ ਇੱਕ ਗੱਲ ਜਾਂਦੇ ਜਾਂਦੇ ਕਵਾਂਗੇ ਕਿ ਕੁਆਂਟੀਟੀ ਤੇ ਨਹੀਂ, ਕੁਆਲਿਟੀ ਤੇ ਭਰੋਸਾ ਕਰੋ। ਕੁਆਂਟੀਟੀ ਕਿਹਨੂੰ ਕਹਿ ਦਿੰਦੇ ਆ? ਸੰਖਿਆ, ਜ਼ਿਆਦਾ। ਕੁਆਲਿਟੀ ਕਿਹਨੂੰ ਕਹਿ ਦਿੰਦੇ ਆ? ਖੂਬੀ। ਹੁਣ ਦੁਰਯੋਧਨ ਨੇ ਕੁਆਂਟੀਟੀ ਤੇ ਭਰੋਸਾ ਕੀਤਾ, ਕਿਉਂਕਿ ਜਦੋਂ ਸ਼੍ਰੀ ਕ੍ਰਿਸ਼ਨ ਨੇ ਸ਼ਰਤ ਰੱਖੀ ਸੀ, ਜਾਂ ਤਾਂ ਮੇਰੀ ਸੈਨਾ ਲੈ ਲਓ ਲੱਖਾਂ ਦੀ, ਤਾਂ ਜਾਂ ਮੈਂ ਇਕੱਲਾ ਹੀ ਹਾਂ। ਤਾਂ ਦੁਰਯੋਧਨ ਨੇ ਕੀ ਕਿਹਾ? ਪੱਲੇ ਨੇ ਕੀ ਕਰਨਾ ਹੈ? ਉਹਨੇ ਕੁਆਂਟੀਟੀ ਦੇਖੀ, ਤਾਂ ਅਰਜੁਨ ਨੇ ਕੁਆਲਿਟੀ ਦੇਖੀ ਕਿ ਇੱਕ ਸ਼੍ਰੀ ਕ੍ਰਿਸ਼ਨ ਅੰਦਰ ਜਿਹੜੇ ਗੁਣ ਹੈ ਨਾ, ਜਿਹੜੀਆਂ ਕੁਆਲਿਟੀਆਂ ਹੈ, ਉਹ ਪੂਰੀ ਦੁਨੀਆ ਦੇ ਅੰਦਰ ਨਹੀਂ ਹੈ। ਇਸ ਲਈ ਜੇ ਇਹ ਮੇਰੇ ਨਾਲ ਖੜੇ ਹੈ ਤਾਂ ਇਹਨਾਂ ਦੀ ਕੁਆਲਿਟੀ ਉਦਾਂ ਦੀ ਹੈ, ਇਹਨਾਂ ਦੇ ਗੁਣ ਇਦਾਂ ਦੇ ਹੈ ਕਿ ਲੱਖਾਂ ਦੀ ਸੈਨਾ ਤੇ ਇਕੱਲੇ ਹੀ ਭਾਰੀ। ਬੋਲੋ ਸਮਝਦੇ ਹੋਗੇ ਨਹੀਂ? ਹੁਣ ਤੁਸੀਂ ਵੀ ਦੇਖਣਾ ਹੈ, ਬੰਦਾ ਕੁਆਲਿਟੀਆਂ ਦੇਖਦਾ ਰਹਿੰਦਾ। ਇੰਨੇ ਫਰੈਂਡ ਮੇਰੇ ਹੋਣੇ ਚਾਹੀਦੇ ਹੈ, ਫੇਸਬੁੱਕ ਤੇ ਇੰਨੇ ਚਾਹੀਦੇ ਫਰੈਂਡ, ਉਦਾਂ ਦੁਨੀਆ 'ਚ ਇੰਨੇ ਫਰੈਂਡ, ਇਹਨੂੰ ਫਰੈਂਡ ਬਣਾਵਾ, ਉਹਨੂੰ ਫਰੈਂਡ ਬਣਾਵਾ। ਉਹ ਕੁਆਂਟੀਟੀ ਦੇਖੀ ਜਾਓ, ਮੇਰੇ ਕੋਲ 10,000 ਫਰੈਂਡ ਹੈ, 10 ਲੱਖ ਫਰੈਂਡ ਹੈ। ਇਹ ਕਹਿੰਦੇ ਕੁਆਂਟੀਟੀ ਨਾ ਦੇਖੋ, ਕੁਆਲਿਟੀ ਦੇਖੋ। ਤਾਂ ਬੁੱਲੇ ਸ਼ਾਹ ਕਹਿੰਦੇ ਮੇਰੇ ਕੋਲ ਇੱਕੋ ਹੀ ਹੈ, ਮੇਰਾ ਮੁਰਸ਼ਦ, ਔਰ ਜੋ ਮੇਰੇ ਮੁਰਸ਼ਦ ਨੇ ਕਰ ਦੇਣਾ ਪੂਰੀ ਦੁਨੀਆ ਨਹੀਂ ਕਰ ਸਕਦੀ। ਇਹ ਕੁਆਲਿਟੀ ਹੈ, ਕਿਉਂਕਿ ਬੁੱਲੇ ਸ਼ਾਹ ਨੂੰ ਕੁਆਲਿਟੀ ਤੇ ਭਰੋਸਾ ਹੈ, ਕੁਆਂਟੀਟੀ ਤੇ ਨਹੀਂ। ਪਰ ਬੰਦਾ ਤਾਂ ਕੁਆਂਟੀਟੀ ਦੇਖਦਾ ਰਹਿੰਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਕਰਕੇ ਚੈੱਕ ਕਰੋ ਤੁਹਾਡੇ ਕੋਲ ਕੁਆਂਟੀਟੀ ਹੈ ਜਾਂ ਕੁਆਲਿਟੀ ਹੈ। ਸੋ ਕ੍ਰਿਸ਼ਨ ਦੇ ਅੰਦਰ ਕੁਆਲਿਟੀ ਸੀ, ਗੁਣ ਸੀ, ਖੂਬੀਆਂ ਸੀ। ਦੁਰਯੋਧਨ ਨੇ ਕਾਹਦਾ ਚੁਣਾਵ ਕੀਤਾ? ਕੁਆਂਟੀਟੀ, ਗਿਣਤੀ, ਲੱਖਾਂ ਦੀ ਸੈਨਾ। ਤਾਂ ਸ਼੍ਰੀ ਕ੍ਰਿਸ਼ਨ ਖੜੇ ਸੀ। ਅਰਜੁਨ ਕਹਿੰਦਾ ਮੈਨੂੰ ਤਾਂ ਬਸ ਇਕੱਲੇ ਹੀ ਤੁਸੀਂ ਬਹੁਤ ਆ, ਕਿਉਂਕਿ ਇਕੱਲਿਆਂ ਨੇ ਜੋ ਤੁਸੀਂ ਕਰਦੇ ਨਾ ਪੂਰੀ ਦੁਨੀਆ ਨਹੀਂ ਕਰ ਸਕਦੀ। ਇਸ ਲਈ ਜੇ ਇਹਨੂੰ ਆਪਣੇ ਰੱਬ ਨਾਲ ਪਿਆਰ ਹੋ ਜਾਵੇ, ਬਹੁਤਿਆਂ ਦੀ ਫਿਕਰ 'ਚ ਨਹੀਂ ਪੈਂਦਾ। ਉਹ ਕਹਿੰਦਾ ਇੱਕੋ ਹੀ ਬਹੁਤ ਹੈ, ਇੱਕ ਹੈ ਤਾਂ ਸਭ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਉਹਨੂੰ ਉੱਤੇ ਹੀ ਭਰੋਸਾ ਹੁੰਦਾ ਹੈ। ਸੋ ਤੁਹਾਨੂੰ ਵੀ ਕਹਾਂਗੇ ਜ਼ਿੰਦਗੀ 'ਚ ਇਹ ਦੇਖੋ ਕਿ ਮੇਰੇ ਮਿੱਤਰ ਕਿੰਨੇ ਹੈ, ਕੁਆਂਟੀਟੀ ਹੈ ਜਾਂ ਕੋਈ ਐਸਾ ਵੀ ਹੈ ਜਿਵੇਂ ਮੈਂ ਕਹਾਂ ਕੁਆਲਿਟੀ ਹੈ ਮੇਰੇ ਕੋਲ। ਤਾਂ ਫਿਕਰ ਨਾ ਕਰੋ, ਜਿਹਨਾਂ ਮਾਲਿਕ ਨਾਲ ਯਾਰੀ ਲਾ ਲਈ ਉਹ ਗਰਵ ਨਾਲ ਕਹਿ ਸਕਦੇ ਹੈ ਕਿ ਸਾਡੇ ਕੋਲ ਕੁਆਲਿਟੀ ਹੈ ਸਾਡੇ ਕੋਲ ਐਸਾ ਮੁਰਸ਼ਦ ਜਿਹਦੇ ਅੰਦਰ ਹਰ ਗੁਣ ਹੈ, ਹਰ ਮੁਸ਼ਕਿਲ ਚੋਂ ਕੱਢਣ ਦਾ, ਹਰ ਜਗ੍ਹਾ ਸਾਥ ਦੇਣ ਦਾ ਗੁਣ ਹੈ। ਕਿਉਂਕਿ ਜੋ ਉਸ ਇੱਕ ਨੇ ਕਰਨਾ, ਹੁਣ ਐਸਾ ਨਹੀਂ ਯਾਰ ਬਟਾਣਾ, ਚਾਹੇ ਸੋਹਣੇ ਮਿਲਣ ਹਜ਼ਾਰਾਂ। ਜੋ ਕਰਨਾ ਹੈ ਉਸ ਇੱਕ ਨੇ, ਉਹ ਕਰਨਾ ਨਹੀਂ, ਉਹ ਹਜ਼ਾਰਾਂ ਨੇ ਨਹੀਂ ਕਰਨਾ, ਜੋ ਇੱਕ ਉਸਨੇ ਕਰ ਦੇਣਾ ਹੈ। ਬੇਲੀ ਬੇਲੀ ਹਰ ਕੋਈ ਆਖੇ, ਮੈਂ ਵੀ ਆਖਾਂ ਬੇਲੀ, ਉਹ ਉਸ ਵੇਲੇ ਦਾ ਬਸ ਮੁਰਸ਼ਦ ਬੇਲੀ ਜਦੋਂ ਚਲਸੀ ਜਾਨ। ਕਹਿੰਦੇ ਬੇਲੀ ਤਾਂ ਅਸਲੀ ਮੁਰਸ਼ਦ ਹੀ ਹੁੰਦਾ ਜਿਹੜਾ ਹਰ ਜਗ੍ਹਾ ਬਾਹ ਫੜਦਾ ਹੈ। ਇਸ ਕਰਕੇ ਕੁਆਲਿਟੀ ਦੇਖੀਏ, ਗੁਣ ਦੇਖੀਏ, ਔਰ ਗੁਰੂਆਂ ਰਹਿਬਰਾਂ ਨਾਲ ਜੁੜ ਕੇ ਅਸੀਂ ਕ੍ਰਿਸ਼ਨ ਦੀ ਤਰ੍ਹਾਂ, ਜਦੋਂ ਅਰਜੁਨ ਨੂੰ ਕ੍ਰਿਸ਼ਨ ਦਾ ਸਾਥ ਮਿਲ ਗਿਆ ਤਾਂ ਜਿੱਤ ਅਰਜੁਨ ਦੀ ਹੋਈ, ਤਾਂ ਜੇ ਇਸੇ ਤਰ੍ਹਾਂ ਸਾਨੂੰ ਵੀ ਮੁਰਸ਼ਦ ਦਾ ਸਾਥ ਮਿਲ ਜਾਵੇ ਜੋ ਗੁਣਾਂ ਦਾ ਭੰਡਾਰ ਹੈ, ਤਾਂ ਫਿਰ ਹਾਰ ਕਦੀ ਬੰਦੇ ਦੀ। ਇਸ ਕਰਕੇ ਚਲਾਤਾ ਬਾਣ ਪਿਆਰ ਦਾ ਕਿ ਮੈਂ ਪ੍ਰੇਮ ਨਾਲ ਭਰਪੂਰ। ਹੁਣ ਦੂਜਾ ਬਾਣ ਚਲਾਣਾ ਹੈ ਵਿਸ਼ਵਾਸ ਦਾ, ਮੈਂ ਵਿਸ਼ਵਾਸ ਨਾਲ ਭਰਪੂਰ, ਮੈਂ ਵਿਸ਼ਵਾਸ ਨਾਲ ਭਰਪੂਰ, ਮੈਂ ਵਿਸ਼ਵਾਸ ਨਾਲ ਭਰਪੂਰ। ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ। ਬਸ ਵਿਸ਼ਵਾਸ ਰੱਖਣਾ, ਹਾਲਾਤ ਅੱਜ ਜਿੱਦਾਂ ਦੇ ਮਰਜ਼ੀ ਹੈ, ਯਕੀਨ ਰੱਖੋ ਹਾਲਾਤ ਤੁਹਾਡੇ ਜ਼ਰੂਰ ਬਦਲਣਗੇ। ਖੁਸ਼ੀਆਂ, ਕਾਮਯਾਬੀ, ਸਫਲਤਾ ਜ਼ਰੂਰ ਤੁਹਾਡੇ ਕਦਮ ਚੁੰਮੇਗੀ। ਵਿਸ਼ਵਾਸ ਰੱਖਣਾ ਆਪਣੇ ਮਾਲਿਕ ਤੇ। ਇਹ ਦੂਜਾ ਬਾਣ ਚਲਾਤਾ, ਹੁਣ ਤੀਸਰਾ ਔਰ ਆਖਰੀ। तीसरा बाण केड़ा गया श्री कृष्ण ने? साहस दा। प्रेम, विश्वास और साहस के बाणों द्वारा अपने भीतर के डर, चिंता, शंका और शोक रूपी शत्रुओं को खत्म कर दो, नहीं तो ये तुम्हें हराकर खत्म कर देंगे। सो आओ हुण तीजा बाण चलाइए, साहस दा बाण। साहस दा मतलब की है कि मेरे जीवन जिद्दां दे मर्जी मुश्किल तो मुश्किल हालात आणगे, मैं डरना नहीं है, मैं उन्हां दा मुकाबला करना है, क्योंकि हालातां नाल लड़ के ही असीं उन्हां नूं जिੱਤ सकदे हां। डर के असीं हालातां तो हार जांदे हां। इस करके साहस दा बाण चला दिओ कि मैं साहस नाल भरपूर, मैं साहस नाल भरपूर, मैं साहस नाल भरपूर। मेरी हिम्मत वध गई, वध गई, वध गई, वध गई। मेरा हौसला वध गया, वध गया, वध गया, वध गया।
जोश आ गया, आ गया, आ गया, आ गया। क्योंकि जोश हर मुश्किल नाल लड़न दा, हर मुश्किल नूं पार करन दा, हर मुसीबत नूं हराउण दा जोश आ गया, आ गया, आ गया, आ गया। लो हुण किहड़ी ताकत हरा देगी तुहानूं है? जाओ प्यारिओ, जाओ, फतेह मिलती जाएगी तुहानूं, चिंता करन दी लोड़ नहीं। विश्वास रखो, यकीन रखो, हर कदम ते तुहाडे नाल है। इसलिए आओ हुण कह दईए, मैनू अपने मालिक ते पूरा, मैनू अपने मालिक ते पूरा, मैनू अपने मालिक ते पूरा। मेरियां झोलियां खुशियां नाल, मेरियां झोलियां खुशियां नाल, मेरियां झोलियां खुशियां नाल। मेरे सारे दुख दूर, मेरे सारे दुख दूर, मेरे सारे दुख दूर। मेरा मालिक मेरे, मेरा मालिक मेरे, मेरा मालिक मेरे। मैं बहुत, मैं बहुत, मैं बहुत। खुशी आ गई, आ गई, आ गई, आ गई। मजा आ गया, आ गया, आ गया, आ गया। रहमत आ गई, आ गई, आ गई, आ गई। लो फिर आ गई है। तो मालिक इदां ही तुहानूं खुशियां नाल, रहमतां नाल, तंदुरुस्ती नाल, सुख समृद्धि नाल, कामयाबी, सफलता नाल, हिम्मत, हौसले, रहमतां नाल भरपूर करन। यही साडी उस मालिक दे चरणां 'च अरदास बेनती है। और हुण इन्हां वचनां नाल ही इस सत्संग की समाप्ति करांगे। और सत्संग समाप्त करन तो पहले दसना चाहांगे, जिस तरह अज तुसीं पहुंचे हो, इसी तरह 25 तरीक दिन ऐतवार क्रिसमस डे है। उस दिन का भी दरबार ते ऐतवार छुट्टी का दिन है, सत्संग रखा होया है। जिहड़े सत्संग प्रेमी आ, कोशिश करो कि उस सत्संग में जरूर पहुंचो। और सत्संग का टाइम जो दोपहरे होएगा, पूरे 1 बजे सत्संग शुरू हो जाना, क्योंकि वीरवार तो फरियादा होंदियां है, इस करके थोड़ा टाइम हो जाता। उस दिन सत्संग पूरे 1 बजे शुरू हो जाना, जो सत्संग प्रेमी 1 बजे तो पहला पहुंच सकते हैं। और फिर जो 1 जनवरी आ रही है, क्योंकि आने वाला साल तुहानूं पता हुण दिन कुछ ही रह गए हैं, समझदे हो कि नहीं। और जो आने वाला साल 2023 है, उसकी शुरुआत ऐदकी, क्योंकि असीं खुद देख रहे हैं कि 92 तो लैके अज तक असीं इन्ना आनंद वंड रहे हैं, आनंद लै रहे हैं। पर यह पहला दिन है जो साल की शुरुआत 11वीं रोज़ नाल हो रही है। क्योंकि जिथे तक सानू याद, ये सोचने की कोशिश करते हैं, कई बार वीरवार नूं तो होई है, पर 11वीं रोज़ ये पहली बार आया है कि साल का पहला दिन होवे तो 11वीं रोज़ दे नाल उहदी शुरुआत होवे। तो इहदा मतलब है, इत्थों ही यकीन कर लो कि आने वाला साल बहुत खुशियां, कामयाबी, रहमतां भरिया ही होना। क्योंकि जो शुरुआत ही 11वीं रोज़ तो हो रही है, तो हुण शंका तो कोई रही नहीं गई। क्योंकि उदां भी प्यारियां दे अंदर शंका नहीं हुंदी, प्यार ही प्यार हुंदा, विश्वास ही विश्वास हुंदा। इस करके फिर कहांगे, इस बार 1 जनवरी दिन ऐतवार 11वीं रोज़ का दिन है और बहुत रहमतां दा दिन है। साल की शुरुआत 11वीं तो हो रही, पर यह ना सोचो घरां 'च बह गई साडा दिन वधिया हो जाना है। क्योंकि जे रहमतां की बरसात होनी है 11वीं रोज़, तो फिर इसदा मतलब सत्संग तक पहुंचना भी सानू, क्योंकि जे रहमत बरसनी है तो जे बरसात तक पहुंचांगे फिर ही भिजांगे। जे घर च ही बैठे रहोगे, अज 11वीं है, वो अज साल का पहला दिन है, तो भाई घर बैठे ने की कर लिया तू? मालिक के चरणों च आया, सत्संग च बैठे, आनंद लिया, एनर्जी लई। तो जो इदां दी एनर्जी नाल दिन की साल की शुरुआत होएगी, तो पूरा साल एनर्जी नाल, रहमतां नाल भरपूर ही रहांगे असीं। बोलो समझदे हो? इस करके इस साल का पहला दिन यानी 1 जनवरी दिन ऐतवार 11वीं रोज़ का दिन, साल का पहला दिन, और उस दिन दरबार ते सत्संग है। 11वीं रोज़ का पवित्र दिन है। तो सारिਆਂ ने कोशिश करनी है, हुम हमा के आप भी पहुंचो और अपने सज्जणा मित्रा रिश्तेदारों को भी लैके आओ, क्योंकि एक खास दिन है। इस दिन किते ये ना होवे कि जी टाइम ही नहीं लगा, क्योंकि फिर कहांगे ये दिन मिस करने वाला नहीं है। क्योंकि कुछ खास चीज़ें ऐसियां होंदियां जिन्हों अगर गवाता तो असीं बहुत कुछ गवा लेंदे हैं, और जिन्हों संभाल लिया तो असीं बहुत कुछ। इस करके पहुंचो सारे। तो जे किसी लगता है तो 31 शाम को भी आ सकता है, कि रात को 12 बजे न्यू ईयर शुरू होता, तो रात को मालिका के चरणों 'च ही रुकी है। रात की शुरुआत भी मालिका के चरणों 'च होवे, तो अगले दिन 11वीं का सत्संग सुन के रहमतां नाल झोली भर के फिर घरां नूं चले जाइए। इसलिए याद रखना कि पहला जो दिन आ रहा है 2023 1 जनवरी 11वीं रोज़ का पवित्र दिन है। सो सारिਆਂ ने 11वीं रोज़ का पवित्र सत्संग 'च जरूर शामिल होना। ये नहीं कि शाम को हाज़री लाइए, या कई होंगे सवेरे सवेरे आ गए जी
ਬਸ ਅੱਜ ਇੰਨਾ ਵੀ ਟਾਈਮ ਸੀ, ਮੱਥਾ ਟੇਕ ਕੇ ਜ਼ਰੂਰੀ ਕੰਮ ਜਾਣਾ। ਉਹ ਕਿਹੜਾ ਜ਼ਰੂਰੀ ਕੰਮ ਹੈ ਮਾਲਕ ਦੀ ਰਹਿਮਤ ਤੋਂ ਜ਼ਿਆਦਾ, ਖੁਸ਼ੀਆਂ ਤੋਂ ਜ਼ਿਆਦਾ ਕਿਹੜਾ ਜ਼ਰੂਰੀ ਕੰਮ ਹੈ? ਇਸ ਲਈ ਜ਼ਰੂਰੀ ਕੰਮ ਵੀ ਹੋਵੇ ਤਾਂ ਕੋਈ ਗੱਲ ਨਹੀਂ, ਅੱਜ ਮਾਲਕ ਤੋਂ ਜ਼ਰੂਰੀ ਹੈ ਹੀ ਕੁਛ ਨਹੀਂ ਹੈ। ਇਸ ਲਈ ਬਾਕੀ ਕੰਮ ਪਿੱਛੇ ਰਹਿ ਜਾਣ, ਪਰ ਪਹਿਲਾਂ ਮੈਂ ਮਾਲਕ ਦੇ ਚਰਨਾਂ 'ਚ ਜਾ ਕੇ ਸਤਸੰਗ 'ਚ ਹਾਜ਼ਰੀ ਲਗਾਣੀ ਹੈ। ਇਸ ਲਈ ਸੰਭਾਲ ਲਿਓ ਇਹ ਦਿਨ ਨੂੰ, ਬਹੁਤ ਰਹਿਮਤਾਂ ਦਾ ਦਿਨ ਹੈ, ਗਵਾ ਨਾ ਦਿਓ ਕਿਤੇ। ਇਸ ਲਈ 1 ਜਨਵਰੀ ਦਿਨ ਐਤਵਾਰ 11ਵੀਂ ਰੋਜ਼ ਦਾ ਦਿਨ, ਸਾਲ ਦਾ ਪਹਿਲਾ ਦਿਨ, ਰਹਿਮਤਾਂ ਨਾਲ ਭਰਪੂਰ, ਖੁਸ਼ੀਆਂ ਨਾਲ ਭਰਪੂਰ, ਆਨੰਦ ਨਾਲ ਭਰਪੂਰ ਇਹ ਦਿਨ ਹੈ। ਔਰ ਜਿਹੜਾ ਇਨਸਾਨ ਪਹੁੰਚੇਗਾ ਭਰਪੂਰ ਹੋ ਕੇ ਜਾਏਗਾ, ਕੋਈ ਕਮੀ ਨਹੀਂ ਮਾਲਕ ਆਣ ਦੇਣਗੇ। ਇਸ ਲਈ 11ਵੀਂ ਰੋਜ਼ ਦੇ ਦਿਨ ਆਪ ਵੀ ਪਹੁੰਚਣਾ, ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਨੂੰ ਲੈ ਕੇ ਆਣਾ। ਔਰ ਅੰਤ ਵਿੱਚ ਹੁਣ ਇਹੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਕਿ ਅੱਜ ਜਿੰਨੇ ਵੀ ਜੀਵ ਉਸ ਮਾਲਕ ਦੇ ਘਰ 'ਚ ਪਹੁੰਚੇ ਆ, ਮਾਲਕ ਤੁਹਾਡੀ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਕਬੂਲ ਕਰਨ। ਔਰ ਬਹੁਤ ਜੀਵ ਅੱਜ ਮਾਲਕ ਦੇ ਨਾਮ ਦੀਆਂ ਨਿਆਜ਼ਾਂ ਵੀ ਲੈ ਕੇ ਆਏ ਹੈ। ਜੇ ਕੋਈ ਆਪਣੀ ਤਕਲੀਫ ਦੁੱਖ ਦੀ ਨਿਆਜ਼ ਲੈ ਕੇ ਆਇਆ ਹੈ ਤਾਂ ਜਿਸ ਭਾਵਨਾ ਨਾਲ ਜੀਵ ਨਿਆਜ਼ ਲੈ ਕੇ ਆਇਆ ਹੈ, ਮਾਲਕ ਉਹਦੀ ਨਿਆਜ਼ ਨੂੰ ਕਬੂਲ ਕਰਨ, ਉਹਦੀ ਫਰਿਆਦ ਨੂੰ, ਭਾਵਨਾ ਨੂੰ ਪੂਰਾ ਕਰਨ। ਤਾਂ ਜਿਹੜੇ ਜੀਵ ਅੱਜ ਖੁਸ਼ੀ ਦੀ ਨਿਆਜ਼ ਲੈ ਕੇ ਆਏ ਹੈ, ਮਾਲਕ ਉਹਨਾਂ ਦੀ ਖੁਸ਼ੀਆਂ ਦੀ ਨਿਆਜ਼ ਵੀ ਕਬੂਲ ਕਰਨ। ਤਾਂ ਉਹਨਾਂ ਦੀ ਜੀਵਾਂ ਦੀ ਝੋਲੀ 'ਚ ਇੰਨੀਆਂ ਖੁਸ਼ੀਆਂ ਪਾ ਦੇਣਗੇ ਕਦੀ ਮੰਗਣ ਦੀ, ਫਰਿਆਦ ਕਰਨ ਦੀ ਲੋੜ ਹੀ ਨਾ ਪਵੇ। ਔਰ ਜਿਹੜੇ ਜੀਵ ਸੇਵਾ 'ਚ ਯੋਗਦਾਨ ਦੇਣ ਵਾਲੇ ਹੈ, ਮਾਲਕ ਉਹਨਾਂ ਦੇ ਕੰਮਾਂ ਕਾਰਾਂ 'ਚ ਬਰਕਤ ਪਾਣ ਕੇ ਇਸੇ ਤਰ੍ਹਾਂ ਦਰਬਾਰ ਦੀ ਸੇਵਾ, ਸੰਗਤ ਦੀ ਸੇਵਾ ਕਰਕੇ ਮਾਲਕ ਦੀਆਂ ਰਹਿਮਤਾਂ ਹਾਸਲ ਕਰਦੇ ਰਹਿਣ। ਔਰ ਆਉਣ ਵਾਲਾ ਸਮਾਂ ਤੁਹਾਡੇ ਸਭ ਦੇ ਵਾਸਤੇ ਖੁਸ਼ੀਆਂ, ਕਾਮਯਾਬੀ, ਸਫਲਤਾ ਭਰਿਆ ਹੋਵੇ। ਮਾਲਕ ਤੁਹਾਨੂੰ ਸਭ ਨੂੰ ਖੁਸ਼ੀਆਂ, ਤੰਦਰੁਸਤੀ, ਕਾਮਯਾਬੀ, ਸਫਲਤਾ ਦੇਣ। ਔਰ ਹਰ ਤਕਲੀਫ, ਹਰ ਦੁੱਖ, ਹਰ ਮੁਸ਼ਕਿਲ ਪਰੇਸ਼ਾਨੀ ਨੂੰ ਦੂਰ ਕਰਨ। ਔਰ ਸਦਾ ਮਾਲਕ ਦੀ ਰਹਿਮਤ ਨਾਲ ਤੁਸੀਂ ਭਰਪੂਰ ਰਹੋ, ਆਨੰਦ ਵਿੱਚ ਰਹੋ। ਇਹੀ ਸਾਡੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਾਸਤੇ ਉਸ ਮਾਲਕ ਨੂੰ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ। वीडियो अच्छी लगी हो तो कृपया इसे शेयर जरूर करें। आपके शेयर करने से अगर किसी की ज़िंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियाँ शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।